ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ। ਫਤਿਹ। ਸਾਰਿਆਂ ਨੂੰ ਇਸ ਗੁਰੂ ਨਾਨਕ ਫੁਲਵਾੜੀ ਦੇ ਵਿੱਚ ਜੀ ਆਇਆਂ ਨੂੰ। ਔਰ ਵਾਹਿਗੁਰੂ ਮਿਹਰ ਕਰੇ ਇਸੇ ਤਰੀਕੇ ਦੇ ਨਾਲ ਗੁਰੂ ਮਹਾਰਾਜ ਬਖਸ਼ਿਸ਼ ਕਰਨ ਔਰ ਸਾਨੂੰ ਸਮਤ ਬਖਸ਼ਣ ਤਾਂ ਕਿ ਅਸੀਂ ਇਸ ਸੱਚੇ ਮਾਰਗ ਚਲਦੇ ਹਾਂ। ਉਸਤਤ ਕਰੇ ਜਹਾਨ, ਅਸੀਂ ਉਸ ਮਾਰਗ ਦਰਸ਼ਨ ਦੇ ਉੱਪਰ ਚਲਦੇ ਰਹੀਏ ਔਰ ਗੁਰੂ ਮਹਾਰਾਜ ਦਾ ਛੋਇਆ ਆਸ਼ੀਰਵਾਦ ਪ੍ਰਾਪਤ ਕਰੀਏ ਤਾਂ ਕਿ ਸਾਨੂੰ ਸੋਝੀ ਪੈ ਸਕੇ ਔਰ ਅਸੀਂ ਇੱਕ ਆਦਰਸ਼ਕ ਜੀਵਨ ਰਾਹੀਂ ਇਹ ਜੋ ਸਾਨੂੰ ਮਾਨਵ ਜਨਮ ਮਿਲਿਆ ਹੈ ਉਹਨੂੰ ਅਸੀਂ ਇੱਕ ਜਿਸ ਤਰ੍ਹਾਂ ਕਹਿੰਦੇ ਹਨ ਕਿ ਅਸੀਂ ਇੱਕ ਅਦਭੁਤ ਤਰੀਕੇ ਦੇ ਨਾਲ ਉਹਨੂੰ ਜੀਵ ਪਾਈਏ ਔਰ ਗੁਰੂ ਦੇ ਮੱਤ ਦੁਆਰਾ ਜੀਵ ਪਾਈਏ। ਇੱਕ ਲੜੀ ਵਾਂਗ ਕਲਾਸਾਂ ਜੋ ਚੱਲ ਰਹੀਆਂ ਹਨ ਅੱਜ 57th ਕਲਾਸ ਹੈ ਔਰ ਇਹਦੇ ਵਿੱਚ ਬੜਾ ਇੱਕ ਜੋ ਹੈਗਾ ਸੀ ਬਈ ਗੁਰੂ ਨਾਨਕ ਦਾ ਜੋ ਗੁਰੂ ਗ੍ਰੰਥ ਸਾਹਿਬ ਜੀ ਦਾ ਜੋ ਪੂਰਾ ਸਰੂਪ ਹੈ ਉਹਦੇ ਵਿੱਚ ਕਿਸ ਤਰੀਕੇ ਦੇ ਨਾਲ ਵਿਆਕਰਨ ਦੇ ਇਲਾਵਾ ਜਿਹੜੇ ਸੁਰਲੇਖ ਹਨ ਉਹਨਾਂ ਦੇ ਵਿੱਚ ਕੀ ਮਤਲਬ ਸਮਝਣ ਵਾਸਤੇ ਅਸੀਂ ਜ਼ਰੂਰ ਸਮਝੀਏ ਔਰ ਕਰੀਏ। ਉਹਦੇ ਚ ਅੱਜ ਦੇ ਬੜੇ ਇੱਕ ਨਿਰਮਲ ਔਰ ਬੜੇ ਅਲੌਕਿਕ ਸੁਰਲੇਖ ਜਿਨ੍ਹਾਂ ਨੂੰ ਕਹਿ ਸਕਦੇ ਹਾਂ, ਇੱਕ ਅਲਾਨੀਆਂ ਦਾ ਪਾਠ ਅਸੀਂ ਕਰਦੇ ਹਾਂ ਔਰ ਦੂਸਰਾ ਹੈਗਾ ਘੋੜੀਆਂ। ਉਹਦੇ ਉੱਪਰ ਅੱਜ ਸਾਡੇ ਵੀਰ ਗੁਰਿੰਦਰ ਜੀ ਦੇ ਸਹਿਯੋਗ ਦੇ ਨਾਲ ਆਪਣੇ ਸਾਡੇ ਵੀਰ ਨਵਜੋਤ ਸਿੰਘ ਜੀ ਅੱਜ ਉਹਦੇ ਉੱਪਰ ਸਾਨੂੰ ਚਾਨਣ ਪਾਣਗੇ। ਸਭ ਤੋਂ ਪਹਿਲੇ ਸਾਧ ਸੰਗਤ ਵੱਲੋਂ ਸਾਰਿਆਂ ਨੂੰ ਵੱਲੋਂ ਮੈਂ ਨਵਜੋਤ ਸਿੰਘ ਜੀ ਨੂੰ ਜੀ ਆਇਆਂ ਕਹਿ ਰਿਹਾ ਔਰ ਬਹੁਤ ਬਹੁਤ ਵਧਾਈ ਦੇਣਾ ਆ ਉਹਨਾਂ ਦੇ ਜੋ ਇਤਵਾਰ ਨੂੰ ਆਨੰਦ ਕਾਰਜ ਹੋਇਆ ਹੈਗਾ ਤੇ ਇਹਨੂੰ ਅਸੀਂ ਇੱਕ ਜਕਾਰਾ ਰਾਹੀਂ ਸਾਰੇ ਬੋਲਾਂਗੇ ਤੇ ਸਾਰੇ ਜਵਾਬ ਦੇਣਗੇ ਔਰ ਗੁਰੂ ਫਤਿਹ ਕਰਾਂਗੇ ਤੇ ਉਹਦੇ ਨਾਲ ਅਸੀਂ ਆਪਣੀ ਇਹ ਇੱਕ ਗ੍ਰੀਟਿੰਗ ਤੁਹਾਡੇ ਵਾਸਤੇ ਸਮਰਪਿਤ ਕਰ ਰਹੇ ਹਾਂ। ਬੋਲੇ ਸੋਨਿਹਾ ਜੋ ਜੀ ਬਹੁਤ ਤੁਹਾਨੂੰ ਵਧਾਈਆਂ। ਵਾਹਿਗੁਰੂ ਕਰੇ ਹੁਣ ਤੁਸੀਂ 1 ਤੋਂ 11 ਹੋ ਗਏ ਹੋ ਤੇ ਇੱਕ ਤੁਸੀਂ 1.25 ਲੱਖ ਸੀ ਤੇ ਹੁਣ 2.5 ਲੱਖ ਹੋ ਗਏ ਹੋ ਤੇ 2.5 ਲੱਖ ਫੋਰਸ ਜਿਹੜੀ ਹੈ ਉਹ ਸਾਰਾ ਮੈਂ ਕਹਾਂਗਾ ਪੰਜਾਬ ਇਹ ਸਾਰਾ ਯੂਨੀਵਰਸ ਨੂੰ ਤੁਸੀਂ ਸੰਗੀਤ ਵਿਦਿਆ ਰਾਹੀਂ ਲੋਕਾਂ ਨੂੰ ਚਾਨਣ ਪਾਓ ਔਰ ਇਸ ਆਦਰਸ਼ਕ ਤਰੀਕੇ ਦੇ ਨਾਲ ਗੁਰਬਾਣੀ ਦਾ ਅੰਦਰਲਾ ਜੋ ਚਾਨਣ ਬਾਈ ਰਾਗ ਹੈਗਾ। ਤੁਸੀਂ ਉਸ ਦਿਨ ਜਿਹੜਾ ਰਾਗ ਦੇ ਨਾਲ ਗੱਲ ਕੀਤੀ ਤੇ ਸਾਡੇ ਸੰਗਤ ਦੇ ਵਿੱਚ ਅਥਰੂ ਆ ਗਏ ਲੋਕਾਂ ਨੂੰ ਤੇ ਆਓ ਰਲ ਮਿਲ ਕੇ ਅੱਜ ਸੰਗੀਤ ਵਿਦਿਆ ਨੂੰ ਸਮਝ ਕੇ ਰਾਗਾਂ ਨਾਲ ਗੁਰੂ ਮਹਾਰਾਜ ਨੇ ਜਿਸ ਤਰੀਕੇ ਨਾਲ ਬਿਲਬਲੇ ਨਾਲ ਰਾਗ ਗਾਇਨ ਕੀਤੇ ਔਰ ਕਿਹਾ ਬਈ ਆ ਮਰਦਾਨਾ ਬਸ ਖੋਲ ਰਬਾਬ ਤੇ ਬਾਣੀ ਆਈਏ। ਆਓ ਜੀ ਨਵਜੋਤ ਜੀ ਤੁਸੀਂ ਵੀ ਆਪਣੀ ਰਬਾਬ ਖੋਲੋ ਤੇ ਬਾਣੀ ਰਾਹੀਂ ਸੰਗਤਾਂ ਨੂੰ ਨਿਹਾਲ ਕਰੋ। ਮੈਂ ਗੁਰਿੰਦਰ ਜੀ ਨੂੰ ਬੇਨਤੀ ਕਰਾਂਗਾ ਉਸ ਸਬਜੈਕਟ ਨੂੰ ਅੱਗੇ ਲੈ ਕੇ ਚੱਲਣ। ਵੀਰ ਗੁਰਿੰਦਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਥੈਂਕ ਯੂ ਭਾਜੀ, ਥੈਂਕ ਯੂ। ਗੁਰਵਿੰਦਰ ਜੀ ਆਪ ਜੀ ਦਾ ਮਿਊਟ ਹੈਗਾ। ਹਾਂਜੀ ਮਿਊਟ ਹੈਗਾ ਜੀ, ਆਵਾਜ਼ ਨਹੀਂ ਆ ਰਹੀ। ਹਾਂਜੀ ਠੀਕ ਹੈ ਜੀ। ਹਾਂ, ਪਿਛਲੀ ਕਲਾਸ ਦੇ ਵਿੱਚ ਅਸੀਂ ਸਾਰਿਆਂ ਨੇ ਹੀ ਵੀਰ ਜੀ ਹੁਣਾਂ ਪਾਸੋਂ ਨਾਲ ਸਾਡੇ ਵੀਰ ਪ੍ਰਦੀਪ ਸਿੰਘ ਜੀ ਉਹਨਾਂ ਪਾਸੋਂ ਘਰ ਦੇ ਬਾਰੇ ਔਰ ਰਾਗ ਦੇ ਬਾਰੇ ਜਾਣਕਾਰੀ ਹਾਸਲ ਕੀਤੀ ਸੀ ਵੀ ਇਹਦੀ ਕੀ ਮਹੱਤਤਾ ਹੈ ਤੇ ਦੋਹਾਂ ਹੀ ਵੀਰਾਂ ਨੇ ਬਹੁਤ ਖੂਬਸੂਰਤ ਢੰਗ ਦੇ ਨਾਲ ਸਾਨੂੰ ਚਾਨਣਾ ਪਾਇਆ ਔਰ ਗਿਆਨ ਚ ਵਾਧਾ ਕੀਤਾ ਔਰ ਅਸੀਂ ਕਾਫੀ ਹੱਦ ਤੱਕ ਉਸ ਨੂੰ ਸਮਝ ਕੇ ਨੇੜੇ ਹੋਏ ਵੀ ਵਾਕਈ ਹੀ ਗੁਰਬਾਣੀ ਨੂੰ ਜਿੰਨਾ ਔਖਾ ਦੱਸਿਆ ਗਿਆ ਵੀ ਰਾਗ ਵਿਦਿਆ ਔਖੀ ਹੈ ਜਾਂ ਅਸੀਂ ਗਾਉਣ ਤੋਂ ਗੁਰੇਜ਼ ਕਰਦੇ ਹਾਂ ਵੀ ਸ਼ਾਇਦ ਜਾਂ ਇਹ ਵੀ ਇੱਕ ਫਰਕ ਪੈ ਗਿਆ ਵੀ ਸਾਨੂੰ ਟਿਊਨਾਂ ਵਧੀਆਂ ਲੱਗੀਆਂ। ਸਾਡਾ ਬਹੁਤਾ ਖਿੱਚ ਜਿਹੜੀ ਹੈ ਉਹ ਟਿਊਨਿੰਗ ਤੇ ਗਈ ਵੀ ਜਦੋਂ ਟਿਊਨ ਵਧੀਆ ਹੋਈ ਤੇ ਕਿਹਾ ਵੀ ਸ਼ਬਦ ਬਹੁਤ ਵਧੀਆ ਪੜ੍ਹਿਆ ਔਰ ਜਦੋਂ ਉਸੇ ਸ਼ਬਦ ਨੂੰ ਕੋਈ ਹੋਰ ਗਾਉਂਦਾ ਹੈ ਹਾਂ ਇੱਕ ਸੰਗੀਤ ਦੀ ਸੁਰ ਤਾਲ ਕੰਮ ਕਰਦੀ ਹੈ ਲੇਕਿਨ ਫਿਰ ਵੀ ਕਿਤੇ ਨਾ ਕਿਤੇ ਆ ਕੇ ਅਸੀਂ ਉਸ ਟਿਊਨ ਤੇ ਅਟਕੇ। ਪਰ ਉਹਦੇ ਵਿੱਚ ਪਿੱਛੇ ਜਿੱਦਾਂ ਵੀਰ ਨਵਜੋਤ ਜੀ ਹੁਣਾਂ ਨੇ ਦੱਸਿਆ ਵੀ
ਗਾਉਣ ਦਾ ਤਰੀਕਾ। ਤੇ ਅੱਜ ਮੈਂ ਜ਼ਰੂਰ ਬੇਨਤੀ ਕਰਾਂਗਾ ਵੀਰ ਜੀ ਨੂੰ, ਜਿਹੜਾ ਇੱਕ ਵਾਰ ਇਹਨਾਂ ਨੇ ਗੌੜੀ ਰਾਗ ਨੂੰ ਗੌੜੀ ਪੂਰਬੀ ਮਹੱਲਾ ਪੰਜਵਾਂ ਗਾਇਆ ਸੀ ਸੰਧਿਆ ਵੇਲੇ ਦੀਵਾਨਾ ਵਿੱਚ ਸਕੀਲ ਗੁਰਦੁਆਰਾ ਸਾਹਿਬ, ਤੇ ਇਉਂ ਲੱਗਿਆ ਜਿਵੇਂ ਗੁਰੂ ਅਰਜਨ ਦੇਵ ਪਾਤਸ਼ਾਹ ਇੱਕ ਲੋਰੀ ਦੇ ਰਹੇ ਨੇ। ਸੌਣ ਲੱਗਿਆਂ ਸੋਹਿਲਾ ਸਾਹਿਬ ਦਾ ਆਖਿਰਲਾ ਸ਼ਬਦ, ਜਿਹਦਾ ਮਾਂ ਆਪਣੀ ਗੋਦੀ 'ਚ ਬੱਚੇ ਨੂੰ ਪਾ ਕੇ ਲੋਰੀ ਦਿੰਦੀ ਹੈ, ਔਰ ਵੀਰ ਜੀ ਨੇ ਉਸ ਖੂਬਸੂਰਤ ਢੰਗ ਦੇ ਨਾਲ ਸਾਨੂੰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਉਹ ਸ਼ਬਦ ਦੀ ਲੋਰੀ ਨੂੰ ਸਾਂਝਾ ਕੀਤਾ ਸੀ। ਇੱਕ ਵੱਖਰਾ ਅੰਦਾਜ਼ ਸੀ, ਉਹ ਮੈਂ ਅੱਜ ਜ਼ਰੂਰ ਕਹਾਂਗਾ। ਆਖਿਰੀ ਸਾਡੇ ਨਾਲ ਸਾਂਝ ਪਾਉਣ। ਪਿਛਲੀ ਕਲਾਸ ਵਿੱਚ ਰਾਗ ਦੀ ਗੱਲ ਵੀਰ ਜੀ ਨੇ ਕੀਤੀ, ਘਰ ਦੀ ਗੱਲ ਕੀਤੀ ਸੀ। ਅੱਜ ਜੋ ਗੁਰਬਾਣੀ ਵਿੱਚ ਆਪਾਂ ਗੁਰਬਾਣੀ ਦੇ ਵਿੱਚ ਜਿਹੜੇ ਟੌਪਿਕ ਲਏ ਹਨ, ਉਹ ਪਹਿਲਾਂ ਮੈਂ ਸਾਂਝੇ ਕਰਦੇ ਆ। ਉਹਨਾਂ ਵਿੱਚੋਂ ਨੇ ਕੁਚੱਜੀ, ਸੁਚੱਜੀ, ਗੁਣਵੰਤੀ, ਕਰਹਲੇ, ਪਹਿਰੇ, ਚੋਬਲੇ, ਅਲਾਣੀਆਂ, ਘੋੜੀਆਂ, ਗਾਥਾ। ਇਹ ਜਿਹੜੀਆਂ 14 ਬਾਣੀਆਂ ਨੇ ਜਿਨ੍ਹਾਂ ਦਾ ਆਪਣਾ ਇੱਕ ਨਾਮ ਹੈ, ਔਰ ਕੁਝ ਬਾਣੀਆਂ ਰਾਗ ਮੁਕਤ ਬਾਣੀਆਂ ਹਨ। ਤੇ ਉਹਨਾਂ ਦਾ ਉਸ ਸਮੇਂ ਕੀ ਸੀ, ਕਰਹਲੇ ਸ਼ਬਦ ਕਿੱਥੋਂ ਆਇਆ, ਇਹ ਕੀ ਗੀਤ ਨਾਲ ਸੰਬੰਧ ਰੱਖਦਾ ਹੈ। ਘੋੜੀਆਂ ਅਕਸਰ ਅਸੀਂ ਕਹਿੰਦੇ ਹਾਂ, ਧੀ ਦਾ ਵਿਆਹ ਹੋਵੇ ਤੇ ਸੁਹਾਗ ਗਾਏ ਜਾਂਦੇ ਨੇ, ਵੀਰ ਦਾ ਵਿਆਹ ਹੋਵੇ ਤੇ ਭੈਣਾਂ ਘੋੜੀਆਂ ਗਾਉਂਦੀਆਂ ਨੇ। ਤੇ ਉਹ ਗੁਰੂ ਰਾਮਦਾਸ ਸਾਹਿਬ ਨੇ ਗੁਰਬਾਣੀ ਵਿੱਚ ਉਹਦਾ ਸਿਰਲੇਖ ਦੇ ਦਿੱਤਾ। ਅਲਾਣੀਆਂ ਅਕਸਰ ਜਦੋਂ ਕੋਈ ਮ੍ਰਿਤਕ ਚਲਾਣਾ ਕਰ ਜਾਂਦਾ, ਉੱਥੇ ਅਲਾਪ ਲਾਏ ਜਾਂਦੇ ਨੇ, ਉਹਦਾ ਸਿਰਲੇਖ। ਗੁਰਬਾਣੀ ਕਿੰਨਾ ਮਤਲਬ, ਸਾਡੇ ਦਿਨ ਦੇ ਵਿੱਚ 4 ਪਹਿਰ, 4 ਪਹਿਰਾਂ ਨਾਲ ਮਿਲ ਕੇ ਦਿਨ ਬਣਦਾ ਹੈ। ਦਿਨ ਦਾ ਜ਼ਿਕਰ ਹੈ, ਦਿਨ ਰਾਤ ਮਿਲ ਕੇ ਹਫ਼ਤਾ ਬਣਦਾ ਹੈ, 7 ਵਾਰ ਹਫ਼ਤੇ ਦਾ ਜ਼ਿਕਰ ਹੈ, ਹਫ਼ਤੇ ਮਿਲ ਕੇ ਮਹੀਨੇ ਬਣਦੇ ਨੇ, 12 ਮਹੀਨਿਆਂ ਦਾ ਜ਼ਿਕਰ ਹੈ, 12 ਮਹੀਨੇ ਮਿਲ ਕੇ ਸਾਲ ਬਣ ਜਾਂਦੇ ਨੇ, ਉਹਨਾਂ ਦਾ ਜ਼ਿਕਰ। ਗੁਰਬਾਣੀ ਕਿੰਨੀ ਜੀਵਨ ਭਰ ਅਗਵਾਈ ਸਾਡੀ ਕਰ ਸਕਦੀ ਹੈ। ਕਮਾਲ ਹੈ ਜਦੋਂ ਇਸ ਤਰਤੀਬ ਨੂੰ ਅਸੀਂ ਵੇਖਦੇ ਹਾਂ ਗੁਰਬਾਣੀ ਨੂੰ। ਤੇ ਕਮਾਲ ਹੋ ਗਈ ਵੀ ਘੋੜੀਆਂ ਤੇ ਅਲਾਣੀਆਂ ਇੱਕ ਮ੍ਰਿਤਕ ਦੇ ਟਾਈਮ ਤੇ ਪੜਿਆ ਜਾਂਦਾ, ਇੱਕ ਘੋੜੀਆਂ ਖੁਸ਼ੀ ਦੇ ਨਾਲ ਸੰਬੰਧ ਰੱਖਦਾ ਹੈ। ਪਰ ਕਮਾਲ ਹੈ, ਦੋਹਾਂ ਨੂੰ ਰਾਗ ਇੱਕੋ ਹੀ ਦਿੱਤਾ ਹੈ, ਵਡਹੰਸ। ਕਿ ਸਿੱਖ ਦਾ ਜਿਹੜਾ ਸੁੱਖ ਦਾ ਸਮਾਂ ਉਹ ਵੀ ਉਹੋ ਜਿਹਾ, ਜੇ ਦੁੱਖ ਦਾ ਆ ਜਾਏ ਤਾਂ ਵੀ ਸ਼ੁਕਰਾਨੇ ਵਿੱਚ ਉਹਨੇ ਭਾਣੇ 'ਚ ਰਹਿ ਲਈ ਅਰਦਾਸ ਕਰਨੀ ਹੈ। ਤੇ ਬੜਾ ਅੱਛਾ ਲੱਗਿਆ ਵੀ ਜਦੋਂ ਘੋੜੀਆਂ ਤੇ ਅਲਾਣੀਆਂ ਨੂੰ ਇੱਕੋ ਰਾਗ ਵਿੱਚ ਸਮਝਿਆ। ਤੇ ਮੈਂ ਹੁਣ ਵੀਰ ਨਵਜੋਤ ਸਿੰਘ ਜੀ ਨੂੰ ਬੇਨਤੀ ਕਰਦਾ, ਜੋ ਪਿਛਲਾ ਸਾਡਾ ਘਰ ਦਾ ਥੋੜਾ ਹੋ ਜਾਣੇ ਹੋਰ ਕਲੀਅਰ ਕਰਨਾ ਸੀ, ਔਰ ਨਾਲ ਅੱਜ ਜਿਹੜੇ 2 ਟੌਪਿਕ ਹਨ, ਘੋੜੀਆਂ ਤੇ ਅਲਾਣੀਆਂ, ਇਹਨਾਂ ਦਾ ਕੀ ਪੁਰਾਤਨ ਰੀਤ ਹੈ, ਕੀ ਭਾਵ ਹੈ, ਤੇ ਗੁਰਬਾਣੀ ਵਿੱਚ ਇਹਨਾਂ ਨੂੰ ਕਿਸ ਵਜ਼ਨ ਦੇ ਨਾਲ ਦਰਜ ਕੀਤਾ ਗਿਆ, ਸਮਝਦੇ ਹਾਂ। ਜੀ ਆਇਆਂ ਨੂੰ। ਵੀਰ ਨਵਜੋਤ ਸਿੰਘ ਜੀ, ਆਪ ਜੀ ਸਾਂਝੇ ਕਰ ਸਕਦੇ ਹੋ ਆਪਣੇ ਵਿਚਾਰ। ਜੀ ਆਇਆਂ ਨੂੰ। ਜੀ ਸਭ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੇ ਜਿੰਨੀ ਸ਼ੁਭ ਅਸੀਸ ਅਤੇ ਜਿੰਨਾ ਪਿਆਰ ਨਾਲ ਤੁਸੀਂ ਮੁਬਾਰਕਬਾਦ ਦਿੱਤੀ ਹੈ ਅੱਜ ਮੈਨੂੰ ਮੇਰੇ ਆਨੰਦ ਕਾਰਜ ਦੀ, ਤਾਂ ਉਸ ਦਿਨ ਦਾ ਕਿਸੇ ਨੇ ਵੀ ਇੰਨੀ ਮਤਲਬ ਖੂਬਸੂਰਤੀ ਦੇ ਨਾਲ ਮਤਲਬ ਮੇਰਾ ਸਵਾਗਤ, ਮੇਰੀ ਲਾਈਫ ਦਾ ਜਿਹੜੀ ਨਵਾਂ ਅਧਿਆਇ ਸ਼ੁਰੂ ਹੋਇਆ, ਨਵਾਂ ਸਬਜੈਕਟ ਜਿਹੜਾ ਸ਼ੁਰੂ ਹੋਇਆ, ਉਹਦੇ ਤੇ ਕਿਸੇ ਨੇ ਇੰਨੀ ਸੋਹਣੀ ਮੁਬਾਰਕਬਾਦ ਨਹੀਂ ਦਿੱਤੀ। ਤਾਂ ਮੈਂ ਦਿੱਲੀ ਵਾਲੀ ਸੰਗਤ, ਕਿਉਂਕਿ ਸਿੰਸੀਅਰਿਟੀ ਦੇ ਕਰਕੇ ਜਾਣੀ ਜਾਂਦੀ ਹੈ ਸੰਗਤ, ਦਿੱਲੀ ਦੀ ਪੜ੍ਹੇ ਲਿਖੇ ਲੋਕ ਨੇ ਤੇ ਪੜ੍ਹੀ ਲਿਖੀ ਸੰਗਤ ਹੈ, ਤਾਂ ਉਹ ਇਸੇ ਤੋਂ ਹੀ ਸਬੂਤ ਮਿਲਦਾ ਆ ਪੜ੍ਹੇ ਲਿਖੇ ਹੋਣ ਦਾ, ਕਿ ਸਾਨੂੰ ਸਾਡੀਆਂ ਜ਼ਿੰਮੇਵਾਰੀਆਂ ਯਾਦ ਹੁੰਦੀਆਂ, ਸਾਨੂੰ ਚੰਗੀਆਂ ਗੱਲਾਂ, ਜਿਹੜੇ ਗੁਣ ਸਾਂਝੇ ਕਰਨ ਦੀਆਂ ਗੱਲਾਂ ਯਾਦ ਹੁੰਦੀਆਂ। ਤੋ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ। ਬੜਾ ਚੰਗਾ ਲੱਗਿਆ ਮਨ ਨੂੰ। ਹੋਰ ਵੀ ਅੱਜ ਦਾ ਜਿਹੜਾ ਸੈਸ਼ਨ ਹੈਗਾ ਉਹ ਖੁਸ਼ੀ ਭਰਿਆ ਹੋ ਜਾਣਾ, ਕਿ ਤੁਸੀਂ ਜਿਹੜੀ ਮੁਬਾਰਕਬਾਦ ਦਿੱਤੀ ਹੈ, ਉਹਦਾ ਇੱਕ ਅੰਦਾਜ਼ ਜਿਹੜਾ ਸੀ ਉਹ ਗੁਰੂ ਦੇ ਪਿਆਰ ਨਾਲ ਲਬਰੇਜ਼ ਸੀ, ਭਿੱਜਾ ਹੋਇਆ ਸੀ। ਸੋ ਅੱਜ ਦਾ ਜਿਹੜਾ ਆਪਾਂ ਸੈਸ਼ਨ ਸ਼ੁਰੂ ਕਰਦੇ ਹਾਂ ਉਹ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਰਾਗਾਂ, ਇੱਕ ਹੀ ਰਾਗ ਦੇ ਵਿੱਚ 2 ਚੀਜ਼ਾਂ, ਇੱਕ ਗਮਗੀਨ ਮਾਹੌਲ ਨੂੰ ਪ੍ਰਗਟ ਕਰਨ ਵਾਲੀ ਅਤੇ ਦੂਸਰੀ ਜਿਹੜੀ ਹੈ ਉਹ ਖੁਸ਼ੀ ਦੇ ਮਾਹੌਲ ਨੂੰ ਪ੍ਰਗਟ ਕਰਨ ਵਾਲੀ। ਇੱਕ ਰਾਗ ਦੇ ਅੰਦਰ ਹੀ 2 ਚੀਜ਼ਾਂ ਕਿਵੇਂ ਆ ਗਈਆਂ? ਸੋ ਮੈਂ ਸਭ ਤੋਂ ਪਹਿਲਾਂ ਆਪ ਜੀ ਨੂੰ ਇੱਕ ਚੀਜ਼ ਜਿਹੜੀ ਸਭ ਤੋਂ ਇੰਪੋਰਟੈਂਟ ਹੈ ਰਾਗ ਦੇ ਵਿੱਚ, ਉਹ ਮੈਂ ਪਿਛਲੀ ਵਾਰ ਵੀ ਡਿਸਕਸ ਕੀਤੀ ਸੀ, ਮੈਂ ਹੁਣ ਵੀ ਉਸ ਨੂੰ ਦੁਬਾਰਾ ਰਿਪੀਟ ਕਰ ਦਿੰਦਾ, ਕਿ ਸਾਡੇ ਕੋਲ 60 ਤਰ੍ਹਾਂ ਦੀਆਂ, ਸਾਡੇ ਬ੍ਰੇਨ ਹੈ ਜਿਹੜਾ ਉਹ 60 ਤਰ੍ਹਾਂ ਦੇ ਇਮੋਸ਼ਨ ਨੇ ਜਿਹੜੇ, ਉਹਨਾਂ ਦੇ ਇਰਦ ਗਿਰਦ ਸਾਰੀ ਜ਼ਿੰਦਗੀ ਜੀਂਦੇ ਹਾਂ ਅਸੀਂ। ਜਿਵੇਂ ਡਰ ਆ, ਮੈਂ ਦੱਸਿਆ ਸੀ ਕਿ ਡਰ ਹੀ ਕਿੰਨੀ ਤਰ੍ਹਾਂ ਦਾ ਹੁੰਦਾ, ਇੱਕ ਪਿਆਰ ਵਾਲਾ ਡਰ ਹੁੰਦਾ, ਇੱਕ ਗੁੱਸੇ ਵਾਲਾ ਡਰ ਹੁੰਦਾ, ਇਸ ਤਰ੍ਹਾਂ ਕਿੰਨੇ ਤਰ੍ਹਾਂ ਦੇ ਡਰ ਹੀ ਹੈ। ਪਿਆਰ ਕਿੰਨੀ ਤਰ੍ਹਾਂ ਦਾ ਹੈਗਾ,
ਤੇ ਲਾਲਚ ਕਿੰਨੀ ਤਰ੍ਹਾਂ ਦਾ ਆ, ਹਨਾ ਜੀ, ਤੇ ਲੋਭ ਕਿੰਨੀ ਤਰ੍ਹਾਂ ਦਾ ਆ। ਤੋ ਇਸ ਤਰ੍ਹਾਂ ਗੁਰਬਾਣੀ ਵਿੱਚ ਵੀ ਜ਼ਿਕਰ ਆਇਆ ਕਿ ਮੈਂ ਮਤਲਬ ਭੁੱਖੇ ਭਗਤ ਨਾ ਕੀਜੈ, ਜੈ ਮਾਲਾ ਆਪਣੀ ਲੀਜੈ। ਮੈਂ ਭੁੱਖਿਆਂ ਭਗਤੀ ਨਹੀਂ ਕਰ ਸਕਦਾ, ਤੂੰ ਆਪਣੀ ਮਾਲਾ ਲੈ ਲਾ ਵਾਪਸ, ਮੈਂ ਨਹੀਂ ਭਗਤੀ ਕਰਨੀ, ਕਿਉਂਕਿ ਮੈਂ ਤੋਂ ਭੁੱਖਿਆਂ ਬੰਦਗੀ ਨਹੀਂ ਹੁੰਦੀ। ਤੇ ਇਹ ਇੱਕ ਲਾਲਚ ਆ, ਇੱਕ ਲੋਭ ਹੈਗਾ, ਪਰ ਇਹਦਾ ਤਰੀਕਾ ਅਲੱਗ ਆ। ਠੀਕ ਹੈ ਜੀ। ਤੇ ਉਹ ਇਸੇ ਤਰ੍ਹਾਂ ਇੱਕ ਲੋਭ ਹੁੰਦਾ ਜਿਹਦੇ ਵਾਸਤੇ ਸਤਿਗੁਰੂ ਨੇ ਬਾਣੀ ਵਿੱਚ ਲਿਖਿਆ ਕਿ ਬੁਰੇ ਕਾਮ ਕੋ ਊਠ ਖਲੋਇਆ, ਨਾਮ ਕੀ ਬੇਲਾ ਪੈ ਪੈ ਸੋਇਆ, ਕਿ ਬੁਰੇ ਕੰਮ ਵੇਲੇ ਉਸੇ ਵੇਲੇ ਛਾਲ ਮਾਰ ਕੇ ਖੜਾ ਹੋ ਜਾਂਦਾ, ਤੇ ਜਦੋਂ ਨਾਮ ਦੀ ਵਾਰੀ ਆਉਂਦੀ ਆ ਫਿਰ ਕਹਿੰਦਾ ਮੈਨੂੰ ਨੀਂਦ ਆਈ ਹੈ, ਤੇ ਮੈਨੂੰ ਨੀਂਦ ਆ ਰਹੀ ਹੈ, ਮੈਂ ਪਾਠ ਨਹੀਂ ਕਰ ਸਕਦਾ, ਮੈਂ ਕੀਰਤਨ ਨਹੀਂ ਕਰ ਸਕਦਾ। ਸੋ ਇੱਕ ਹੀ ਚੀਜ਼ ਨੂੰ ਬਹੁਤ ਜਿਹੜੇ ਫੀਲਿੰਗਸ ਹੈਗੀਆਂ ਉਹਨਾਂ ਦੇ ਵਿੱਚ ਅਸੀਂ ਵੇਖ ਸਕਦੇ ਹਾਂ। ਇੱਕ ਰਾਗ ਦੇ ਵਿੱਚ ਜਿਹੜੀਆਂ 17 ਮੇਜਰ ਸਿਚੁਏਸ਼ਨ ਹੁੰਦੀਆਂ ਆ, ਉਹਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਮਿਲਦਾ ਆ। ਇੱਕ ਰਾਗ ਹੈਗਾ ਆਸਾ ਰਾਗ ਦੇ ਵਿੱਚ ਸਤਿਗੁਰੂ ਨੇ ਡੀਪ ਥਿੰਕਿੰਗ ਸਿਚੁਏਸ਼ਨ ਜਿਹੜੀ ਆ ਉਹ ਸਾਡੇ ਨਾਲ ਸਾਂਝੀ ਕੀਤੀ ਹੈ, ਕਿ ਬਹੁਤ ਡੂੰਘਾਈ ਦੇ ਵਿੱਚ ਜਾ ਕੇ ਸੋਚਣਾ। ਉਹ ਹੈ ਸੋ ਦਰ ਕੇਹਾ ਸੋ ਘਰ ਕੇਹਾ, ਜਿਤ ਬਹਿ ਸਰਬ ਸੰਭਾਲੇ। ਰੱਬ ਜੀ ਤੇਰਾ ਘਰ ਕਿੱਦਾਂ ਦਾ ਹੋਊਗਾ, ਕਿੱਥੇ ਬੈਠਾ ਹੋਏਗਾ ਤੂੰ। ਸਾਰੇ ਕਹਿੰਦੇ ਆ ਰੱਬ ਹੈਗਾ, ਰੱਬ ਹੈਗਾ, ਪਰ ਜੇ ਤੂੰ ਹੈਗਾ ਆ ਤੇ ਫਿਰ ਤੇਰਾ ਮੇਰਾ ਤਾਂ ਮੈਂ ਤਾਂ ਘਰ ਦੇ 8 ਮੈਂਬਰਾਂ ਨੂੰ ਹੈਂਡਲ ਕਰਦਾ ਆ, ਤੇ ਮੇਰੇ ਕੋਲ ਇੰਨਾ ਵੱਡਾ ਘਰ ਆ, ਮੇਰੇ 8 ਮੈਂਬਰ ਨੇ ਤੇ 8 ਹੀ ਕਮਰੇ ਆ, ਇੰਨਾ ਵੱਡਾ ਮੇਰਾ ਘਰ ਹੈਗਾ, ਤੇ ਮੈਂ ਕਿੰਨੀ ਬਾਹਰੋਂ ਕਮਾਈ ਕਰਕੇ ਲੈ ਕੇ ਆਉਣਾ, ਮੇਰਾ ਬਿਜ਼ਨਸ ਕਿੱਡਾ ਵੱਡਾ ਆ, ਮੈਂ ਕਿੰਨੇ ਵਰਕਰ ਨੂੰ ਦੇਖਣਾ ਹੁੰਦਾ, ਮੈਂ ਕਿੰਨੇ ਰਿਸ਼ਤੇਦਾਰਾਂ ਨੂੰ ਦੇਖਦਾ, ਕਿੰਨਿਆਂ ਦੀਆਂ ਮੈਂ ਫੀਲਿੰਗਸ ਨੂੰ ਹਰਟ ਵੀ ਕਰ ਜਾਂਦਾ ਆ, ਕਈ ਮੇਰੇ ਕੋਲੋਂ ਖੁਸ਼ ਨੇ, ਕਈ ਨਾਰਾਜ਼ ਨੇ। ਤੇ ਰੱਬਾ ਤੂੰ ਤਾਂ ਸਾਰੀ ਕਾਇਨਾਤ ਨੂੰ ਵੇਖਦਾ। ਜੇ ਮੈਂ 8 ਮੈਂਬਰੀ ਪਰਿਵਾਰ ਵਾਲਾ ਬੰਦਾ ਇੰਨਾ ਉਲਝ ਗਿਆ ਆ, ਇੰਨਾ ਜ਼ਿਆਦਾ ਉਲਝ ਗਿਆ ਕਿ ਮੈਨੂੰ ਪਤਾ ਹੀ ਨਹੀਂ ਲੱਗ ਰਿਹਾ ਵੀ ਮੈਂ ਕਿਹਨੂੰ ਮਨਾਵਾਂ, ਕਿਹਨੂੰ ਨਾ ਮਨਾਵਾਂ, ਕਿਹਦੇ ਕੋਲ ਜਾਵਾਂ, ਕਿਹਦੇ ਵਾਸਤੇ ਟਾਈਮ ਕੱਢਾਂ ਨਾ ਕੱਢਾਂ। ਪਰ ਹੇ ਰੱਬ ਜੀ, ਹੇ ਸੱਚੇ ਪਾਤਸ਼ਾਹ, ਤੇਰਾ ਘਰ ਕਿੱਡਾ ਵੱਡਾ ਹੋਏਗਾ। ਕੋਟ ਬ੍ਰਹਮੰਡ ਕੋ ਠਾਕੁਰ ਸੁਆਮੀ, ਸਰਬ ਜੀਆਂ ਕਾ ਦਾਤਾ ਰੇ। ਪ੍ਰਤਪਾਲੈ ਨਿਤ ਸਾਰ ਸੰਭਾਲੈ, ਇੱਕ ਗੁਣ ਨਹੀਂ ਮੂਰਖ ਜਾਤਾ ਰੇ। ਮੇਰੇ ਵਰਗਾ ਮੂਰਖ ਤੇਰੇ ਦਿੱਤੀਆਂ ਹੋਈਆਂ ਬਖਸ਼ਿਸ਼ਾਂ ਨੂੰ ਕਦੀ ਵੀ ਯਾਦ ਹੀ ਨਹੀਂ ਕਰ ਪਾਇਆ। ਇੰਨਾ ਮੈਂ ਮੂਰਖ ਹਾਂ, ਇੰਨਾ ਮੈਂ ਖੁਦ ਗਰਜ਼ ਹਾਂ। ਤੇ ਸਤਿਗੁਰੂ ਕਹਿੰਦੇ ਬਦਬਖਤ ਹਮ ਚੂ ਬਖੀਲ ਗਾਫਿਲ, ਮੈਂ ਇੰਨਾ ਸੁੱਤਾ ਹੋਇਆ ਬਦਬਖਤ ਇਨਸਾਨ ਹਾਂ ਕਿ ਮੈਂ ਤੈਨੂੰ ਵੇਖ ਹੀ ਨਹੀਂ ਸਕਿਆ। ਤਾਂ ਇੱਕ ਆਸਾ ਰਾਗ ਦੀ ਦੇਖੋ ਕਿੰਨੀ ਡੀਪ ਥਿੰਕਿੰਗ ਸਿਚੁਏਸ਼ਨ ਆ, ਤੁਸੀਂ ਕਿੰਨਾ ਡੀਪ ਜਲ ਗਏ ਆ, ਸੋਚਦੇ 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 ਇੰਨਾ ਜ਼ਿਆਦਾ ਡੀਪ ਚਲੇ ਗਏ ਤੁਸੀਂ ਕਿ ਤੁਸੀਂ ਆਪਣੇ ਆਪ 'ਚ ਹੀ ਗਵਾਚ ਗਏ। ਰੱਬਾ ਤੇਰਾ ਘਰ ਕਿੱਡਾ ਹੋਏਗਾ। ਸੋ ਦਰ ਕਿਹਾ, ਕਿੱਥੇ ਆ ਤੇਰਾ ਘਰ। ਸੋ ਦਰ ਕਿਹਾ ਸੋ ਘਰ ਕਿਹਾ, ਜਿਤ ਬੈ ਸਰਬ ਸੰਭਾਲੇ, ਜਿੱਥੇ ਸਾਰਿਆਂ ਦੀ ਤੂੰ ਸੰਭਾਲ ਕਰਦਾ ਆ, ਉਹ ਕਿੱਡਾ ਵੱਡਾ ਘਰ ਹੋਏਗਾ। ਵਾਜੇ ਤੇਰੇ ਨਾਦ ਅਨੇਕ ਅਸੰਖਾਂ, ਮੇਰੇ ਘਰ ਵਿੱਚ ਨਿੱਕਾ ਜਿਹਾ ਮਿਊਜ਼ਿਕ ਹੋਮ ਥੀਏਟਰ ਆ, ਤੇ ਉਹਦੇ ਨਾਲ ਹੀ ਮੇਰਾ ਸਾਰਾ ਘਰ ਗੂੰਜਦਾ ਆ, ਪਰ ਤੂੰ ਸਾਰੇ ਬ੍ਰਹਿਮੰਡ ਦੇ ਵਿੱਚ ਗੂੰਜਦਾ ਆ, ਤੇਰੇ ਘਰ ਵਿੱਚ ਕਿੱਡਾ ਵੱਡਾ ਮਿਊਜ਼ਿਕ ਸਿਸਟਮ ਹੋਏਗਾ। ਵਾਜੇ ਤੇਰੇ ਨਾਦ ਅਨੇਕ ਅਸੰਖਾਂ, ਕੀਤੇ ਤੇਰੇ ਵਾਵਣ ਹਾਰੇ। ਤੇ ਜਿੱਡਾ ਵੱਡਾ ਘਰ ਹੋਵੇ ਓਨੇ ਹੀ ਉਹ 'ਚ ਜੀ ਹੁੰਦੇ ਆ, ਤੇ ਓਨੇ ਹੀ ਉਹਨੂੰ ਗਾਉਣ ਵਾਲੇ ਹੁੰਦੇ ਆ। ਫਿਰ ਸਤਿਗੁਰੂ ਨੇ ਅੱਗੇ ਲਿਖਤਾ, ਗਾਵਨ ਤੁਧਨੋਂ ਪੌਣ ਪਾਣੀ ਬੈ ਸੰਤ, ਤੈਨੂੰ ਹਵਾ ਵੀ ਗਾਉਂਦੀ ਹੈ, ਤੈਨੂੰ ਪਾਣੀ ਵੀ ਗਾਉਂਦਾ, ਤੈਨੂੰ ਦੇਵਤੇ ਵੀ ਗਾਉਂਦੇ, ਤੈਨੂੰ ਸੁਰ ਵੀ ਗਾਉਂਦੇ, ਤੈਨੂੰ ਅਸਰ ਵੀ ਗਾਉਂਦੇ। ਸਾਰੀ ਲੰਬੀ ਲਿਸਟ ਤੁਸੀਂ ਦੇਖਿਆ ਹੋਣਾ ਸੋਦਰ ਦੀ। ਸੋਦਰ ਦਾ ਪਾਠ ਇਸੇ ਕਰਕੇ ਸ਼ਾਮ ਨੂੰ ਸਤਿਗੁਰੂ ਨੇ ਸਾਨੂੰ ਦਿੱਤਾ, ਕਿਉਂਕਿ ਸ਼ਾਮ ਨੂੰ ਕੰਮ ਤੋਂ ਆਏ ਹੋਏ ਮਨੁੱਖ ਦੀ ਜਿਹੜੀ ਸਿਚੁਏਸ਼ਨ ਹੁੰਦੀ ਹੈ, ਉਹ ਹੁੰਦੀ ਆ ਥੱਕੇ ਦੀ, ਅੱਕੇ ਦੀ, ਅੱਕ ਚੁੱਕਿਆ, ਥੱਕ ਚੁੱਕਿਆ, ਅਤੇ ਇਸ ਸੋਚ ਵਿੱਚ ਪਿਆ ਕਿ ਇਹ ਕੰਮ ਮੈਨੂੰ ਕਿੰਨਾ ਕੁ ਚਿਰ ਕਰਨਾ ਪਊਗਾ, ਕਿੰਨਾ ਕੁ ਚਿਰ ਮੈਂ ਹੋਰ ਥੱਕ ਕੇ ਘਰ ਆਉਂਦਾ ਰਹੂੰਗਾ, ਮੈਨੂੰ ਰਿਲੈਕਸੇਸ਼ਨ ਕਿੱਦਣ ਮਿਲੂਗੀ। ਤਾਂ ਸਤਿਗੁਰੂ ਨੇ ਕਿਹਾ ਆਪਣਾ ਸਾਜ਼ ਚੱਕ ਤੇ ਜੁੜ ਜਾ ਸੋਦਰ ਦੇ ਪਾਠ ਨਾਲ। ਤਾਂ ਜਦੋਂ ਅੱਗੇ ਜਾਂਦਾ ਜਾਂਦਾ ਉੱਥੇ ਪਹੁੰਚਦਾ ਆ ਨਾ ਕਿ ਰਾਗ ਗੂਜਰੀ ਮਹੱਲਾ ਪੰਜਵਾਂ, ਕਾਹੇ ਰੇ ਮਨ ਚਿਤ ਵਹਿ ਉਦਮ, ਜਾਂ ਆਹਰ ਹਰ ਜੀਉ ਭਰਿਆ। ਇਹ ਬੰਦਿਆ ਕਿਹੜੀ ਗੱਲੋਂ, ਕੀ ਐਡੀ ਵੱਡੀ ਗੱਲ ਹੋ ਗਈ ਕਿ ਤੂੰ
ਇੰਨੀ ਸੋਚ 'ਚ ਪੈ ਗਿਆ। ਦੇਖੋ, ਇਹ ਸ਼ਾਮ ਨੂੰ ਕੰਮ ਤੋਂ ਥੱਕੇ ਆਏ ਬੰਦੇ ਵਾਸਤੇ ਪਾਠ ਆ ਰਹਿਰਾਸ ਸਾਹਿਬ ਦਾ, ਤੇ ਇਹ ਵੀ ਰਾਗ ਆਸਾ ਆ। ਉਸ ਤੋਂ ਬਾਅਦ ਆਸਾ ਰਾਗ ਦੇ ਵਿੱਚ ਸਤਿਗੁਰੂ ਨੇ ਆਪਣਾ ਇੱਕ ਦਰਦ ਬਿਆਨ ਕੀਤਾ। ਉਹ ਦਰਦ ਹੈਗਾ, ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੈ ਨਾਏ, ਆਖਾ ਜੀਵਾ ਵਿਸਰੈ ਮਰ ਜਾਉ, ਆਖਣੇ ਔਖਾ ਸਾਚਾ ਨਾਉ। ਜੇ ਮੈਂ ਪਰਮੇਸ਼ਰ ਦਾ ਨਾਮ ਸੱਚ ਕਹਿਣਾ ਆ ਤੇ ਤਾਂ ਵੀ ਮੈਂ ਬਹੁਤ ਔਖਾ ਆ ਕਹਿਣਾ, ਪਰ ਜੇ ਨਹੀਂ ਕਹਿੰਦਾ ਤੇ ਫਿਰ ਮੇਰੀ ਮੌਤ ਹੁੰਦੀ ਆ। ਆਖਣ ਔਖਾ ਸਾਚਾ ਨਾਮ, ਸਾਚੇ ਨਾਮ ਕੀ ਲਾਗੈ ਭੂਖ, ਉਤ ਭੁੱਖੈ ਖਾਏ ਚੱਲੀਐ ਦੁੱਖ। ਇੱਕ ਫੀਲਿੰਗ ਹੈ ਪਿਆਰ ਦੀ, ਉਹ ਵੀ ਰਾਗ ਆਸਾ 'ਚ ਹੈ। ਅੱਗੇ ਆਓ ਜੀ, ਵਾਰ ਆ ਗਈ ਆਸਾ ਕੀ। ਹੁਣ ਆਸਾ ਕੀ ਵਾਰ ਵੀਰ ਰਸ ਦੇ ਵਿੱਚ ਆ। ਵਾਰ ਦਾ ਮਤਲਬ ਹੀ ਹੁੰਦਾ ਕਿ ਜੰਗੀ ਯੁੱਧਾਂ ਵਾਲੀ ਸਿਚੁਏਸ਼ਨ ਜਿਹੜੀ ਹੈਗੀ ਆ ਤੁਹਾਡੇ ਬ੍ਰੇਨ ਦੇ ਵਿੱਚ, ਆਪਣੇ ਅੰਦਰ ਨੂੰ ਵੀ ਜਿੱਤਣਾ ਆ, ਬਾਹਰ ਦੀ ਜੰਗ ਵੀ ਜਿੱਤਣੀ ਹੈ ਤੇ ਅੰਦਰ ਦੀ ਜੰਗ ਵੀ ਜਿੱਤਣੀ ਹੈ। ਸਤਿਗੁਰੂ ਕਹਿੰਦੇ ਐਸੋ ਕੌਣ ਬਲੀ ਰੇ, ਆਸਾ ਰਾਗ ਜੀ ਹੈ ਇਹ ਵੀ ਪੰਕਤੀ ਕਿੰਨੀ ਵੀਰ ਰਸ ਵਾਲੀ, ਕਿੰਨੀ ਪਾਵਰਫੁਲ ਤੁਹਾਨੂੰ ਕਰਨ ਵਾਲੀ, ਤੁਹਾਡੇ ਇਨਰ ਦੀ ਜਿਹੜੀ ਸਿਚੁਏਸ਼ਨ ਹੈਗੀ ਆ ਉਹਨੂੰ ਕਿੰਨਾ ਸਟਰੋਂਗ। ਐਸੋ ਕੌਣ ਬਲੀ ਰੇ, ਮਹਾਰਾਜ ਆਵਾਜ਼ ਮਾਰਦੇ ਆ, ਕੋਈ ਹੈਗਾ ਏਦਾਂ ਦਾ ਸੂਰਮਾ, ਕੋਈ ਸੂਰਮਾ ਹੈ? ਐਸੋ ਕੌਣ ਬਲੀ ਰੇ ਜਿਨ ਮਿਲ ਮਾਰੇ ਪੰਚ ਸੂਰਬੀਰ। ਕੋਈ ਹੈ ਏਦਾਂ ਦਾ ਜਿਨਨੇ ਪੰਜ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ, ਇਹ ਪੰਜ ਸੂਰਬੀਰ ਨੇ ਜਿਹੜੇ ਤੇਰੇ ਅੰਦਰ, ਪੰਜ ਪਹਿਲਵਾਨ ਵੀ ਸਤਿਗੁਰੂ ਨੇ ਬਾਣੀ 'ਚ ਇਹਨਾਂ ਨੂੰ ਕਿਹਾ, ਜਿਹਨੂੰ ਕਹਿੰਦੇ ਪੰਜੇ ਬੱਧੇ ਮਹਾਬਲੀ ਕਰ ਸੱਚਾ ਢੋਆ। ਮੈਂ ਮਹਾਰਾਜ ਦੀ ਕਿਰਪਾ ਨਾਲ ਪੰਜੇ ਹੀ ਬੰਨ ਲਏ। ਐਸੋ ਕੌਣ ਬਲੀ ਰੇ ਜਿਨ ਮਿਲ ਮਾਰੇ ਪੰਚ ਸੂਰਬੀਰ। ਤੋ ਇਹ ਵੀ ਆਸਾ ਰਾਗ ਹੈ, ਇਹਦੀ ਸਿਚੁਏਸ਼ਨ ਕੁਝ ਹੋਰ ਹੈ, ਇਹਦੀ ਫੀਲਿੰਗ ਕੁਝ ਹੋਰ ਹੈ, ਪਰ ਇਹ ਰਾਗ ਆਸਾ ਵਿੱਚ ਹੈ। ਵਾਰ ਆਸਾ ਕੀ ਹੈ, ਉਹ ਵੀ ਉਹਦੀ ਸਿਚੁਏਸ਼ਨ ਕੁਝ ਹੋਰ ਹੈ। ਉਸ ਤੋਂ ਬਾਅਦ ਅੱਗੇ ਆਓ ਜੀ, ਸ਼ਬਦ ਹੈ ਖੁਰਾਸਾਨ ਖਸਮਾਨਾ ਕੀਆ, ਹਿੰਦੁਸਤਾਨ ਡਰਾਇਆ, ਆਪੇ ਦੋਸ਼ ਨ ਦੇਈ, ਕਰਤੇ ਜਮਕਲ ਮੁਗਲ ਚੜਾਇਆ, ਇਤੀ ਮਾਰ ਪਈ ਕੁਰਲਾਣੇ ਤੈ ਕੀ ਦਰਦ ਨਾ ਆਇਆ। ਇਹ ਵੀ ਰਾਗ ਆਸਾ ਹੈ। ਹੁਣ ਆਸਾ ਰਾਗ ਦੇ ਵਿੱਚ ਕਿੰਨੀਆਂ ਫੀਲਿੰਗਸ ਚੇਂਜ ਹੋ ਗਈਆਂ, ਮੈਂ 5 ਫੀਲਿੰਗਸ ਦਾ ਤੁਹਾਡੇ ਨਾਲ ਜ਼ਿਕਰ ਕਰ ਦਿੱਤਾ। ਹੁਣ ਇਸੇ ਤਰ੍ਹਾਂ ਜਿਵੇਂ ਜਿਵੇਂ ਤੁਸੀਂ ਚੱਲੀ ਜਾਓਗੇ ਰਾਗ ਆਸਾ ਦੇ ਵਿੱਚ, ਉਸੇ ਤਰ੍ਹਾਂ ਜਿਹੜੀਆਂ ਫੀਲਿੰਗਸ ਨੇ ਉਹ ਚੇਂਜ ਹੁੰਦੀਆਂ ਰਹਿਣਗੀਆਂ। 17 ਫੀਲਿੰਗਸ ਦੇ ਵਿੱਚ ਸਤਿਗੁਰੂ ਨੇ ਜਿਹੜੀ ਉਹ ਬਾਣੀ, ਉਹ ਹਰ ਸ਼ਬਦ ਦੀ ਇੱਕ ਆਪਣੀ ਆਪਣੀ ਫੀਲਿੰਗ ਹੈ। ਇਸੇ ਕਰਕੇ ਘਰ 17 ਤੱਕ ਜਿਹੜੇ ਨੇ ਉਹਨਾਂ ਦਾ ਜ਼ਿਕਰ ਆਉਂਦਾ ਆ। ਸੋ ਰਾਗ ਜਿਹੜਾ ਹੈਗਾ ਉਹ ਤੁਹਾਡੀ ਜ਼ਿੰਦਗੀ ਦਾ ਬੈਕਗਰਾਉਂਡ ਮਿਊਜ਼ਿਕ ਹੈ। ਮੈਂ ਜਿਹੜੀਆਂ ਸਿਚੁਏਸ਼ਨ ਤੁਹਾਨੂੰ ਦੱਸ ਚੁੱਕਿਆ, ਉਸੇ ਸਿਚੁਏਸ਼ਨ ਵਿੱਚ ਜੇ ਤੁਹਾਨੂੰ ਸ਼ਬਦ ਯਾਦ ਹੈ, ਅੱਜ ਮੈਂ ਵੀਰ ਜਸਜੀਤ ਸਿੰਘ ਜੀ ਜਿਹੜੇ ਬੇਸਿਕ ਆਫ ਸਿੱਖੀ ਤੋਂ ਨੇ, ਮੈਂ ਅੱਜ ਕਾਫੀ ਅੱਧਾ ਪੌਣਾ ਘੰਟਾ ਉਹਨਾਂ ਨਾਲ ਗੱਲ ਕਰਦਾ ਰਿਹਾ। ਤਾਂ ਉਹਨਾਂ ਨਾਲ ਗੱਲ ਕਰਦੇ ਕਰਦੇ ਉਹਨਾਂ ਨੇ ਇੱਕ ਚੀਜ਼ ਮੈਨੂੰ ਦੱਸੀ, ਜਿਹੜੀ ਉਹਨਾਂ ਮੇਰੇ ਨਾਲ ਸਾਂਝੀ ਕੀਤੀ। ਉਹ ਮੇਰੇ ਨਾਲ ਗੱਲ ਸਾਂਝੀ ਕਰ ਰਹੇ ਸੀ, ਮੇਰੇ ਅੰਦਰ ਬਾਣੀ ਚੱਲ ਰਹੀ ਸੀ। ਉਹਨਾਂ ਮੈਨੂੰ ਇੱਕ ਸਿਚੁਏਸ਼ਨ ਦੱਸੀ, ਕਹਿੰਦੇ ਜਿਹੜੀ ਹੈ ਨਾ ਹਿਊਮਨ ਤੇ ਬੀਇੰਗ, ਹਿਊਮਨ ਤੇ ਬੀਇੰਗ ਦੋਵੇਂ ਅਲੱਗ-ਅਲੱਗ ਚੀਜ਼ਾਂ ਨੇ। ਹਿਊਮਨ ਤਕਰੀਬਨ ਸਾਰੀ, ਕਿਸੇ ਦੀ ਕੋਈ ਸੋਚ ਆ, ਕੋਈ ਕਿਤੇ ਲੱਗਾ ਹੋਇਆ, ਕੋਈ ਕਿਤੇ ਜਾਂਦਾ ਆ, ਕਿਸੇ ਨੂੰ ਕੁਝ ਪਸੰਦ ਆ, ਕਿਸੇ ਨੂੰ ਕੁਝ ਕਹਿਣਾ ਸਹੀ ਲੱਗਦਾ, ਕਿਸੇ ਨੂੰ ਸੁਣਨਾ ਚੰਗਾ ਲੱਗਦਾ। ਪਰ ਜਿਹੜਾ ਬੀਇੰਗ ਹੈ, ਮਤਲਬ ਕਿ ਜਿਹੜੀ ਜੋਤ ਹੈ, ਸਭ ਮੈਂ ਜੋਤ, ਜੋਤ ਹੈ ਸੋਈ, ਉਹ ਸਾਰਿਆਂ 'ਚ ਇੱਕੋ ਹੀ ਹੈ। ਕਿਉਂਕਿ ਜੇ ਬਾਣੀ ਇਹ ਗੱਲ ਕਹਿੰਦੀ ਹੈ, ਸਭੈ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ, ਏਕਲ ਮਾਟੀ ਕੁੰਚਰ ਚੀਂਟੀ, ਭਾਜਨ ਹੈ ਬਹੁ ਨਾਨਾ ਰੇ, ਅਸਥਾਵਰ ਜੰਗਮ ਕੀਟ ਪਤੰਗਮ, ਘਟ ਘਟ ਰਾਮ ਸਮਾਨਾ ਰੇ। ਇਹਦਾ ਮਤਲਬ ਹੈ ਕੀੜੀ ਤੋਂ ਲੈ ਕੇ ਹਾਥੀ ਤੱਕ ਸਾਰੀ ਜੋਤ ਅਕਾਲ ਪੁਰਖ ਦੀ ਹੈ। ਤੋਂ ਜਦੋਂ ਗੱਲ ਕਰ ਰਹੇ ਸੀ, ਕਹਿੰਦੇ ਵੀ ਸਰੀਰਕ ਸਥਿਤੀ ਏਦਾਂ ਦੀ ਹੈਗੀ ਹੈ ਕਿ ਹਰ ਇੱਕ ਬੰਦਾ ਜਿਹੜਾ ਆ, ਤਾਂ ਉਹ ਮਤਲਬ ਇਹ ਚੀਜ਼ ਸੋਚਦਾ ਆ ਕਿ ਮੈਂ ਏਦਾਂ ਕਰਨਾ ਚਾਹੁੰਦਾ, ਪਰ ਜੋਤ ਸਾਰਿਆਂ ਦੀ ਇੱਕੋ ਹੀ ਆ। ਤਾਂ ਮੈਨੂੰ ਉਸ ਵੇਲੇ ਮੇਰੇ ਅੰਦਰ ਸੂਹੀ ਰਾਗ ਦੇ ਵਿੱਚ ਗੁਰੂ ਅੰਗਦ ਸਾਹਿਬ ਜੀ ਦਾ ਇੱਕ ਸ਼ਲੋਕ ਹੈਗਾ, ਉਹ ਮੇਰੇ ਦਿਮਾਗ ਵਿੱਚ ਘੁੰਮ ਰਿਹਾ ਸੀ। ਉਹ ਸ਼ਲੋਕ ਹੈਗਾ ਆ, ਤੁਰਦੇ ਕੋ ਤੁਰਦਾ ਮਿਲੇ, ਉੱਡਦੇ ਕੋ ਉੱਡਦਾ।
ਜੀਵਤ ਕੋ ਜੀਵਤ ਮਿਲੇ ਮੂਏ ਕੋ ਮੂਆ। ਮਾਰੇ ਕਹਿੰਦੇ ਇਹ ਤੇ ਆਪਣੀ ਆਪਣੀ ਸੋਚ ਹੈ। ਜੇ ਕੋਈ ਤੁਰਿਆ ਜਾਂਦਾ ਹੈ ਤੇ ਉਹਨੂੰ ਤੁਰੇ ਜਾਂਦੇ ਬਹੁਤ ਮਿਲ ਜਾਣਗੇ, ਪਰ ਜੇ ਕੋਈ ਕਹਿੰਦਾ ਮੈਂ ਉੱਡਣਾ ਚਾਹੁੰਦਾ ਤੇ ਉਹਨੂੰ ਉੱਡੇ ਜਾਂਦੇ ਬੜੇ ਮਿਲ ਜਾਣਗੇ। ਇੰਨੀ ਮਤਲਬ ਮੈਨੂੰ ਫਿਰ ਯਾਦ ਆ ਜਾਂਦੀ ਉਦਾਹਰਨ ਬੜੀ ਸੋਹਣੀ ਹੈ। ਹਿਮਾਲਿਆ ਪਰਬਤ ਤੇ ਚੜ੍ਹਨ ਵਾਲੇ ਨੇ ਇੱਕ ਨੌਜਵਾਨ ਆ ਗੋਰਾ ਅੰਗਰੇਜ਼, ਉਹਨੇ ਦੱਸਿਆ ਕਹਿੰਦਾ ਜਦੋਂ ਮੈਂ ਪਹਿਲੀ ਵਾਰੀ ਹਿਮਾਲਿਆ ਪਰਬਤ ਜਿਹੜਾ ਆ ਉਹਨੂੰ ਜਦੋਂ ਮਾਊਂਟ ਐਵਰੈਸਟ ਨੂੰ ਜਦੋਂ ਸਰ ਕਰਨ ਵਾਸਤੇ ਮੈਂ ਜਾ ਰਿਹਾ ਸੀ, ਕਹਿੰਦਾ ਰਸਤੇ ਦੇ ਵਿੱਚ ਮੇਰੇ ਵਰਗੇ ਪਤਾ ਨਹੀਂ ਕਿੰਨੇ ਮਿਲੇ। ਤੁਰਦੇ ਕੋ ਤੁਰਦਾ ਮਿਲੇ, ਉੜਦੇ ਕੋ ਉੜਤਾ, ਤੇ ਜੀਵਤ ਕੋ ਜੀਵਤ ਮਿਲੇ, ਜਿਹੜਾ ਅੰਦਰੋਂ ਜੀਂਦਾ ਆ, ਜਿਹੜਾ ਜਾਗਦਾ ਆ। ਹੁਣ ਤੁਸੀਂ ਮੈਨੂੰ ਪਤਾ ਨਹੀਂ ਕਿੰਨੇ ਲੋਕ ਸਾਡੇ ਨਾਲ ਜੁੜੇ ਹੋਏ ਆ, ਤਾਂ ਉਹ ਸਾਰੇ ਹੁਣ ਤੁਸੀਂ ਇਹ ਅੱਜ ਜੁੜੇ ਇਸੇ ਕਰਕੇ ਆ ਨਾ, ਜੀਵਤ ਕੋ ਜੀਵਤ ਮਿਲੇ ਮੂਏ ਕੋ ਮੂਆ। ਜਿੰਨੇ ਜਿਹੜਾ ਕੰਮ ਕਰਨਾ ਉਹਨੇ ਉੱਥੇ ਆ ਕੇ ਮਿਲ ਜਾਣਾ। ਇਸ ਕਰਕੇ ਅਸੀਂ ਸਾਹਿਬ ਦਾ, ਗਰੀਬ ਨਵਾਜ ਦਾ ਸਿਰਫ ਸ਼ੁਕਰਾਨਾ ਕਰ ਸਕਦੇ ਹਾਂ। ਅਸੀਂ ਇਹ ਨਹੀਂ ਕਹਿ ਸਕਦੇ ਕਿ ਮੈਂ ਕੀਤਾ। ਜੇ ਕੱਲ ਨੂੰ ਮੇਰੇ ਦਿਲ ਵਿੱਚ ਇਹ ਖਿਆਲ ਆਉਂਦਾ ਹੈ ਨਾ ਕਿ ਤੁਸੀਂ ਸੈਸ਼ਨ ਰੱਖਿਆ ਸੀ ਤੇ ਮੈਂ ਸੈਸ਼ਨ ਲਿਆ ਤੇ ਮੈਂ ਤੁਹਾਨੂੰ ਗੁਰੂ ਦੀ ਗੱਲ ਦੱਸੀ, ਤੇ ਦੁਨੀਆ ਦੀ ਸਭ ਤੋਂ ਵੱਡੀ ਮੂਰਖਤਾਈ, ਦੁਨੀਆ ਦਾ ਸਭ ਤੋਂ ਵੱਡਾ ਗੁਨਾਹ, ਦੁਨੀਆ ਦੀ ਸਭ ਤੋਂ ਵੱਡਾ ਮਜ਼ਾਕ ਜਿਹੜਾ ਹੈਗਾ, ਜੋਕ ਹੈਗਾ, ਉਹ ਇਹੀ ਹੋਏਗਾ ਕਿ ਨਵਜੋਤ ਸਿੰਘ ਨੇ ਸੰਗਤ ਨੂੰ ਆਪ ਸੈਸ਼ਨ ਲਿਆ ਤੇ ਗੱਲਾਂ ਸੁਣਾਈਆਂ। ਨਹੀਂ, ਕਿਉਂਕਿ ਮੈਂ ਪਹਿਲਾਂ ਹੀ ਕਹਿ ਚੁੱਕਾ, ਸਭ ਮੈਂ ਜੋਤ, ਜੋਤ ਹੈ ਸੋਈ। ਤੁਸੀਂ ਜਿੱਦਾਂ ਸੋਚਦੇ ਆ, ਗੁਰੂ ਤੁਹਾਨੂੰ ਉਸ ਪਾਸੇ ਨੂੰ ਹੌਲੀ ਹੌਲੀ ਲਿੰਕ ਕਰੀ ਜਾਂਦਾ, ਕਨੈਕਟ ਕਰੀ ਜਾਂਦਾ। ਤੁਹਾਡੇ ਵਰਗੇ ਬਹੁਤ ਮਿਲਦੇ ਜਾਂਦੇ ਇੱਕ ਪੂਰੀ ਲੜੀ ਬਣ ਜਾਂਦੀ ਆ। ਸੋ ਜਿਹੜਾ ਰਾਗ ਹੈਗਾ ਉਹ ਤੁਹਾਡੀ ਜ਼ਿੰਦਗੀ ਵਿੱਚ ਬੈਕਗਰਾਉਂਡ ਮਿਊਜ਼ਿਕ ਤੇ ਕੰਮ ਕਰਦਾ। ਤੁਸੀਂ ਸੋਚੀ ਪੈ ਗਏ ਕਿ ਮੇਰਾ ਕੀ ਬਣੇਗਾ ਹੁਣ, ਤਾਂ ਜੇ ਤੁਸੀਂ ਗੁਰੂ ਨਾਲ ਜੁੜੇ ਹੋਏ ਆ ਤਾਂ ਇੱਕਦਮ ਤੁਹਾਡੇ ਦਿਮਾਗ 'ਚ ਪਤਾ ਕਿਹੜੀ ਪੰਕਤੀ ਆਏਗੀ, ਕਾਹੇ ਮਨ ਤੂੰ ਡੋਲਤਾ ਹਰ ਮਨਸਾ ਪੂਰਨ ਹਾਰ। ਕਾਹੇ ਮਨ ਤੂੰ ਡੋਲਤਾ, ਕਾਹੇ ਮਨ ਤੂੰ ਡੋਲਤਾ, ਹਰ ਮਨਸਾ ਪੂਰਨ ਹਾਰ। ਹਰ ਮਨਸਾ ਪੂਰਨ ਹਾਰ, ਕਾਹੇ ਮਨ ਤੂੰ ਡੋਲਤਾ। ਆਉਣ ਲੱਗ ਗਈ। ਤੇ ਜਦੋਂ ਕਦੇ ਤੁਸੀਂ ਉਦਾਸੀ 'ਚ ਬੈਠੇ ਹੋਏ ਤਾਂ ਇੱਕਦਮ ਤੁਹਾਡੇ ਦਿਮਾਗ 'ਚ ਇਹ ਏਦਾਂ ਹੀ ਮਾਹੌਲ ਬਣ ਗਿਆ, ਤੇ ਦੇਖ ਲਿਆ ਜੇ 1 ਸੈਕਿੰਡ ਦੇ ਵਿੱਚ ਜਿਹੜਾ ਤੁਹਾਡਾ ਮਾਹੌਲ ਬਣਿਆ ਉਹ ਇੱਕਦਮ ਡਿਲੀਟ ਹੋ ਜਾਏਗਾ। ਇਹ ਹੈ ਮਿਊਜ਼ਿਕ, ਇਹ ਹੈ ਰਾਗ। ਸਤਿਗੁਰੂ ਨੇ ਜਿਹੜਾ ਡਾਇਲੌਗ ਕੀਤਾ ਆ, ਮੈਂ ਇਹਨੂੰ ਇੱਕ ਉਦਾਹਰਨ ਦੇ ਵਿੱਚ ਸਮਝਾ ਦਿੰਦਾ। ਜਿਸ ਤਰ੍ਹਾਂ ਮੂਵੀ ਹੈ, ਉਹਦੇ ਵਿੱਚ ਕੋਈ ਬੰਦਾ ਕਿਸੇ ਨੂੰ ਆਣ ਕੇ ਖਬਰ ਦਿੰਦਾ ਆ, ਉਹਦਾ ਮਿਊਜ਼ਿਕ ਅਲੱਗ ਆ। ਕੋਈ ਕਿਸੇ ਕੋਲ ਜਾਣ ਦੀ ਛੇਤੀ ਵਿੱਚ ਫਿਲਮ ਦੇ ਵਿੱਚ ਬੈਠਾ ਹੋਇਆ, ਉਹਦਾ ਮਿਊਜ਼ਿਕ ਅਲੱਗ ਆ। ਕੋਈ ਕਿਸੇ ਨੂੰ ਦੁੱਖ ਵਾਲੀ ਸਿਚੁਏਸ਼ਨ 'ਚ ਆ, ਉਹਦਾ ਮਿਊਜ਼ਿਕ ਅਲੱਗ ਆ। ਉਹ ਪੂਰੀ ਮੂਵੀ ਦੇ ਵਿੱਚ 2 ਘੰਟੇ ਦੀ ਮੂਵੀ ਦੇ ਵਿੱਚ ਹਜ਼ਾਰਾਂ ਵਾਰੀ ਉਹਨਾਂ ਨੂੰ ਬੈਕਗਰਾਉਂਡ ਮਿਊਜ਼ਿਕ ਚੇਂਜ ਕਰਨਾ ਪੈਂਦਾ ਸਿਚੁਏਸ਼ਨ ਦੇ ਆਧਾਰ ਤੇ। ਹੁਣ ਤੁਸੀਂ ਆ ਜਾਓ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੇ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਹਰ ਸ਼ਬਦ ਦਾ ਭਾਵ ਅਰਥ ਆਪਣਾ ਆਪਣਾ ਹੈ। ਤੋ ਉਹ ਭਾਵ ਅਰਥ ਦੇ ਹਿਸਾਬ ਨਾਲ ਸਤਿਗੁਰੂ ਨੇ ਉਹਦੇ ਤੇ ਸਿਰਲੇਖ ਲਿਖੇ ਹੋਇਆ। ਰਾਗ ਗੌੜੀ ਮਹੱਲਾ ਪਹਿਲਾ ਘਰ 12ਵਾਂ, ਰਾਗ ਗੌੜੀ ਮਹੱਲਾ 5ਵਾਂ, ਰਾਗ ਗੂਜਰੀ ਮਹੱਲਾ 3 ਘਰ 17ਵਾਂ, ਏਦਾਂ ਕਰਕੇ ਲਿਖੇ ਹੋਇਆ। ਮਤਲਬ ਕਿ ਮੈਂ ਉਦਾਹਰਨ ਵਜੋਂ ਦੱਸ ਰਿਹਾ, ਤੇ ਉਹਦੀ ਜਿਹੜੇ ਸਿਰਲੇਖ ਨੇ ਉਹ ਇਸੇ ਕਿਤੇ ਮਹਾਰਾਜ ਸਾਹਿਬ ਨੇ ਜਿਹੜਾ ਸਿਰਲੇਖ ਚੇਂਜ ਕੀਤਾ, ਉਹਦਾ ਇਸ਼ਾਰਾ ਹੀ ਇਹ ਹੈ ਕਿ ਹੁਣ ਇੱਥੇ ਬੈਕਗਰਾਉਂਡ ਮਿਊਜ਼ਿਕ ਚੇਂਜ ਹੋ ਗਿਆ। ਹੁਣ ਤੈਨੂੰ ਆਪਣੀ ਮਾਨਸਿਕ ਸਥਿਤੀ ਜਿਹੜੀ ਆ ਉਹਨੂੰ ਚੇਂਜ ਕਰਕੇ। ਸੋ ਇਹ ਹੈ ਸਾਡੀ ਸਿਚੁਏਸ਼ਨ। ਹੁਣ ਤੁਸੀਂ ਦੇਖਿਆ ਹੋਣਾ ਕਿ ਜਦੋਂ ਅਸੀਂ ਦਿੱਲੀ ਦੇ ਵਿੱਚ ਤਾਂ ਕਾਫੀ ਲਿਫਟ ਯੂਜ਼ ਕਰਦੇ ਹਾਂ, ਅਸੀਂ ਜਿਹੜੀ ਉੱਪਰ ਨੂੰ ਲਿਫਟ ਬਿਲਡਿੰਗ ਦੇ ਵਿੱਚ ਉੱਪਰ ਨੂੰ ਅਸੀਂ ਜਾਂਦੇ ਹਾਂ, ਲਿਫਟ ਦੇ ਵਿੱਚ ਉਹਦਾ ਯੂਜ਼ ਕਰਦੇ ਹਾਂ। ਤੁਸੀਂ ਦੇਖਿਆ ਅਸੀਂ ਬਟਨ ਦੱਬਦੇ ਹਾਂ ਤੇ ਦਰਵਾਜ਼ਾ ਬੰਦ ਹੋ ਜਾਂਦਾ, ਤੇ ਸਾਡੇ ਮਨ ਦੇ ਵਿੱਚ ਨਾ ਇੱਕ ਬਹੁਤ
ਬਰੀਕ ਜਿਹਾ ਡਰ ਜਿਹਾ ਬੈਠਦਾ ਕਿ ਹਾਏ ਜੇ ਲਾਈਟ ਚਲੀ ਗਈ, ਹਾਏ ਜੇ ਕਿਤੇ ਬੰਦ ਹੋ ਗਈ, ਹਾਏ ਜੇ ਥੱਲੇ ਡਿੱਗ ਗਈ। ਇਹ ਦੱਸਣ ਦੀ ਲੋੜ ਨਹੀਂ ਹੁੰਦੀ, ਨਾ ਇਹ ਬੋਲਣ ਦੀ ਲੋੜ ਹੁੰਦੀ, ਉਹ ਆਪਣੇ ਆਪ ਹੀ ਤੁਹਾਡੇ ਅੰਦਰ ਜਿਹੜਾ ਡਰ ਹੈਗਾ ਉਹ ਟਰੈਵਲ ਕਰਦਾ। ਜਿਹਨੂੰ ਮਹਾਰਾਜ ਸਾਹਿਬ ਨੇ ਬਾਣੀ 'ਚ ਲਿਖਿਆ, ਜਿਉ ਡਰਤ ਹੈ ਆਪਣਾ ਕੈਸਿਓ ਕਰੀ ਪੁਕਾਰ। ਕਿਹਦੇ ਕੋਲ ਜਾ ਕੇ ਕਵਾਂ ਮੈਂ, ਕਿਉਂਕਿ ਲਫ਼ਜ਼ ਹੀ ਨਹੀਂ ਹੈਗੇ ਦੱਸਣ ਵਾਸਤੇ ਕਿ ਮੈਂ ਕਿਉਂ ਡਰ ਰਿਹਾ। ਤਾਂ ਉਹ ਉਹਨਾਂ ਨੇ ਲਿਫਟ ਦੇ ਵਿੱਚ ਇੱਕ ਮਿਊਜ਼ਿਕ ਦੀ ਉਹਨਾਂ ਨੇ ਲਾਈ ਹੋਈ ਆ, ਵੀ ਉਹ ਇੱਕ ਹਲਕਾ ਜਿਹਾ ਮਿਊਜ਼ਿਕ ਚੱਲਦਾ ਆ ਤੇ ਤੁਹਾਡਾ ਧਿਆਨ ਇੱਕਦਮ ਮਿਊਜ਼ਿਕ ਨਾਲ ਜੁੜ ਜਾਂਦਾ, ਉਹਨੇ ਚਿਰ ਨੂੰ ਤੁਹਾਡੀ ਉਹ ਮੰਜ਼ਿਲ ਆ ਜਾਂਦੀ ਹੈ ਤੇ ਤੁਸੀਂ ਉਤਰ ਜਾਂਦੇ ਆ। ਕਿੱਡਾ ਵੱਡਾ ਸਹਾਰਾ। ਜਦੋਂ ਪਲੇਨ ਜਹਾਜ਼ ਚੜ੍ਹਦਾ ਆ ਤਾਂ ਜਹਾਜ਼ ਚੜ੍ਹਨ ਤੋਂ ਪਹਿਲਾਂ ਦੇਖਿਆ ਤੁਸੀਂ, ਹਲਕਾ ਜਿਹਾ ਪਲੇਨ ਦੇ ਵਿੱਚ ਹਲਕਾ ਜਿਹਾ ਮਿਊਜ਼ਿਕ ਚਲਾ ਦਿੰਦੇ ਆ ਕਿ ਬੰਦੇ ਜਿਹੜੇ ਆ ਉਹ ਉਹਨਾਂ ਦੀ ਮਾਈਂਡ ਜਿਹੜੇ ਉਹ ਰਿਲੈਕਸ ਹੋ ਜਾ। ਅੱਗੇ ਆਓ ਜੀ, ਜਦੋਂ ਅਸੀਂ ਕਿਤੇ ਡਿਨਰ ਕਰਨ ਵਾਸਤੇ ਜਾਂਦੇ ਹਾਂ ਤਾਂ ਬਹੁਤੇ ਲੋਕ ਜਿਹੜੇ ਸਾਡੇ ਪੜ੍ਹੇ ਲਿਖੇ ਲੋਕ ਨੇ, ਜਾਂ ਜਿਹੜੀ ਤੁਸੀਂ ਤੁਹਾਡੀ ਜਿਹੜੀ ਦਿੱਲੀ ਦੇ ਵਿੱਚ ਖਾਸ ਤੌਰ ਤੇ ਜਿਹੜੀਆਂ ਫੈਮਲੀਜ਼ ਨੇ, ਉਹ ਉਹਨਾਂ ਰੈਸਟੋਰੈਂਟ ਨੂੰ ਤਰਜੀਹ ਦਿੰਦੀਆਂ ਜਿੱਥੇ ਹਲਕਾ ਹਲਕਾ ਮਿਊਜ਼ਿਕ ਚੱਲ ਰਿਹਾ ਹੋਵੇ। ਤਾਂ ਉਹ ਕਿਉਂ ਚੱਲ ਰਿਹਾ? ਕਿਉਂਕਿ ਸਭ ਨੂੰ ਪਤਾ ਆ ਕਿ ਜਦੋਂ ਅਸੀਂ ਖਾਣਾ ਖਾਂਦੇ ਹਾਂ ਤੇ ਸਾਡੇ ਮੂੰਹ ਰਾਹੀਂ ਖਾਣਾ ਖਾਣ ਦੀ ਆਵਾਜ਼ ਆਉਂਦੀ ਹੈ। ਤੇ ਸੋਚੋ ਜਿੱਥੇ 200 ਬੰਦਾ ਬੈਠਾ ਹੋਇਆ ਤੇ 200 ਬੰਦਾ ਏਦਾਂ ਖਾਣਾ ਖਾ ਰਿਹਾ, ਤਾਂ ਉਹ ਜਦੋਂ ਖਾਣਾ ਖਾਂਦਾ ਆ ਤੇ ਉਹਦੀ ਕਿੰਨੀ ਆਵਾਜ਼ ਹੋਏਗੀ, ਜੋ ਉਹਨੂੰ ਪੰਜਾਬੀ 'ਚ ਕਹਿੰਦੇ ਪਚਾਕੇ ਮਾਰਨੇ। ਹਾਂਜੀ, ਉਹਦੀ ਇੰਨੀ ਆਵਾਜ਼ ਹੁੰਦੀ ਆ। ਤਾਂ ਉਹ ਕਿਸੇ ਨੇ ਸੋਲਿਊਸ਼ਨ ਕੱਢਿਆ ਕਿ ਜੇ ਮਿਊਜ਼ਿਕ ਚਲਾ ਦਿੱਤਾ ਜਾਵੇ, ਇੱਕ ਤਾਂ ਲੋਕ ਮਿਊਜ਼ਿਕ ਸੁਣਨਗੇ, ਪ੍ਰਸ਼ਾਦਾ ਛਕਣ ਲੱਗਿਆ ਲੋਕਾਂ ਦਾ ਧਿਆਨ ਰਿਲੈਕਸ ਰਹੇਗਾ। ਤਾਂ ਦੂਸਰੀ ਚੀਜ਼ ਹੈਗੀ ਆ ਕਿ ਉਹ ਆਵਾਜ਼ ਨਹੀਂ ਆਏਗੀ, ਉਹਨੂੰ ਕਵਰ ਕਰਨ ਵਾਸਤੇ ਮਿਊਜ਼ਿਕ ਤੋਂ ਕੰਮ ਲਿਆ। ਸੋ ਇਹ ਚੀਜ਼ਾਂ ਮੈਂ ਤਾਂ ਤੁਹਾਨੂੰ ਕਲੀਅਰ ਕੀਤੀਆਂ ਕਿ ਜਿਹੜਾ ਰਾਗ ਹੈਗਾ ਉਹਨੂੰ ਕਿੱਦਾਂ ਸਿਚੁਏਸ਼ਨ ਦੇ ਅਕੋਰਡਿੰਗਲੀ ਅਸੀਂ ਫੀਲਿੰਗ ਦੇ ਹਿਸਾਬ ਨਾਲ ਵਰਤਣਾ। ਹੁਣ ਆਓ ਜੀ, ਸਾਡਾ ਜਿਹੜਾ ਸਬਜੈਕਟ ਹੈਗਾ ਅਲਾਣੀਆਂ ਤੇ ਘੋੜੀਆਂ। ਅਲਾਣੀਆਂ ਜਿਹੜੀਆਂ ਨੇ ਉਹ ਹੈ ਜਦੋਂ ਵੀ ਜੀਵ ਇੱਥੋਂ ਚੜ੍ਹਾਈ ਕਰ ਜਾਂਦਾ ਹੈ। ਤਾਂ ਇੱਕ ਲੇਖਕ ਨੇ, ਮੈਨੂੰ ਯਾਦ ਆ ਰਿਹਾ, ਉਹਨਾਂ ਨੇ ਕਿਹਾ ਕਿ ਜਿਉਂਦਿਆਂ ਹੋਇਆਂ ਚਾਹੇ ਮਨੁੱਖ ਕਿੰਨਾ ਵੀ ਜ਼ਾਲਮ ਤੇ ਪਾਪੀ ਹੋਵੇ, ਪਰ ਦੁਨੀਆ ਦੀ ਆਦਤ ਹੈ ਲੋਕਾਂ ਦੀ ਹਮਦਰਦੀ ਮਰਨ ਵਾਲਿਆਂ ਨਾਲ ਹੁੰਦੀ ਆ। ਤੁਸੀਂ ਦੇਖੋ ਕਿੰਨਾ ਵੀ ਕੋਈ ਜ਼ਾਲਮ ਹੋਵੇ ਨਾ, ਉਹ ਮਰ ਜਾਏ ਤੇ ਇੱਕਦਮ ਆਖੀਦਾ ਚਲੋ ਖੈਰ ਛੱਡੋ, ਹੁਣ ਯਾਰ ਆਪਾਂ ਕੀ ਲੈਣਾ, ਉਹ ਤਾਂ ਮਰ ਗਿਆ। ਤੁਹਾਡੇ ਮਨ ਉਸ ਵੇਲੇ, ਹਾਲਾਂਕਿ ਤੁਸੀਂ ਉਹ ਜ਼ਾਲਮ ਆ, ਤੁਸੀਂ ਖੁਸ਼ੀ ਵੀ ਮਨਾਈ ਉਹਦੇ ਮਰਨ ਤੇ, ਪਰ ਫਿਰ ਵੀ ਆਖੀਦਾ ਛੱਡੋ ਖੜਾ, ਹੁਣ ਕੀ ਲੈਣਾ, ਹੁਣ ਤੇ ਉਹ ਮਰ ਗਿਆ, ਹੁਣ ਕੀ ਕਰਨਾ। ਤੋ ਇੱਕਦਮ ਉਹ ਪਲਾਈਟ ਹੋ ਜਾਂਦਾ ਮਨ ਤੁਹਾਡਾ। ਤੇ ਜਦੋਂ ਕੋਈ ਚੰਗਾ ਚੜ੍ਹਾਈ ਕਰਦਾ ਤਾਂ ਤੁਹਾਡਾ ਜੀ ਕਰਦਾ ਆ ਕਿ ਅਸੀਂ ਉਹਦੇ ਗੁਣ ਗਾਈਏ, ਅਸੀਂ ਉਹਨੂੰ ਯਾਰ ਉਹ ਏਦਾਂ ਦਾ ਬੰਦਾ ਮਰਨਾ ਨਹੀਂ ਸੀ ਚਾਹੀਦਾ, ਉਹ ਕਿਉਂ ਮਰ ਗਿਆ, ਉਹਦੇ 'ਚ ਆਹ ਗੁਣ ਸੀ, ਉਹ ਏਦਾਂ ਕਰਦਾ ਹੁੰਦਾ ਸੀ, ਉਹ ਇੱਥੇ ਜਾਂਦਾ ਸੀ। ਤਾਂ ਜਿਹੜੇ ਅਸੀਂ ਉਹ ਬੰਦੇ ਦੇ ਗੁਣ ਗਾਉਂਦੇ ਆ ਨਾ, ਤਾਂ ਸਤਿਗੁਰੂ ਨੇ ਬੜਾ ਨੇੜਿਓਂ ਹੋ ਕੇ ਦੇਖਿਆ। ਗਰੀਬ ਨਵਾਜ ਜਦੋਂ ਗੁਰੂ ਰਾਮਦਾਸ ਸਾਹਿਬ ਜੀ ਨੇ ਉਹਨੂੰ ਬੜਾ ਨੇੜਿਓਂ ਹੋ ਕੇ ਦੇਖਿਆ, ਤੇ ਉਹਨਾਂ ਦੇਖਿਆ ਕਿ ਲੋਕ ਬੰਦੇ ਦੀ ਸਿਫਤ ਕਰਦੇ ਆ, ਰੱਬ ਦੀ ਨਹੀਂ ਕਰਦੇ। ਤਾਂ ਸਤਿਗੁਰੂ ਨੇ ਰੱਬ ਦੀ ਸਿਫਤ ਉਸ ਸਿਚੁਏਸ਼ਨ ਦੇ ਵਿੱਚੋਂ ਕੱਢ ਕੇ ਰਾਗ ਵਡਹੰਸ ਦੇ ਵਿੱਚ ਸਤਿਗੁਰੂ ਨੇ ਜਦੋਂ ਸਿਫਤ ਦਰਜ ਕੀਤੀ, ਤਾਂ ਉਹਨਾਂ ਦਰਜ ਕੀਤੀ ਧੰਨ ਸਰੰਦਾ ਸੱਜਾ ਪਾਤਸ਼ਾਹ। ਠੀਕ ਹੈ ਜੀ। ਉਹ ਕਹਿੰਦੇ ਆਵੋ ਮਿਲੋ ਸਹੇਲਿਓ ਸਚੜਾ ਨਾਮ ਲਏ ਹਾਂ, ਰੋਵੈ ਬਿਰਹਾ ਤਨ ਕਾ ਆਪਣਾ ਸਾਹਿਬ ਸੰਭਾਲੇ ਹਾਂ। ਮੇਰੇ ਤਨ ਦਾ ਬਿਰਹਾ ਰੋਂਦਾ ਆ, ਕਿਉਂ? ਕਿਉਂਕਿ ਮੈਂ ਆਪਣੇ ਸਾਹਿਬ ਦੀ ਸੰਭਾਲ ਕਰਨਾ, ਆਪਣੇ ਸਾਹਿਬ ਦੀ ਸੇਵਾ ਕਰਨਾ ਚਾਹੁੰਦਾ, ਆਪਣੇ ਸਾਹਿਬ ਨੂੰ ਯਾਦ ਕਰਨਾ ਚਾਹੁੰਦਾ। ਆਵੋ ਆਵੋ ਮਿਲ ਹੋ ਸਹੇਲੀ ਹੋ। ਇਹਨੂੰ ਇਸ ਤਰ੍ਹਾਂ ਗਾਉਣਾ, ਆਵੋ ਮਿਲ ਹੋ ਸਹੇਲੀ ਹੋ, ਸਚੜਾ ਨਾਮ ਲਏ ਹਾਂ ਜੀ, ਸਚੜਾ ਨਾਮ ਲਏ ਹਾਂ। ਆਵੋ ਮਿਲ ਹੋ ਸਹੇਲੀ
ਬੀਬੀਆਂ ਜਿਸ ਤਰ੍ਹਾਂ ਜਾ ਕੇ ਵੈਣ ਪਾਉਂਦੀਆਂ ਸੀ, ਰੋਂਦੀਆਂ ਸੀ, ਤਾਂ ਸਤਿਗੁਰੂ ਨੇ ਉਹ ਕੰਪੋਜੀਸ਼ਨ ਚੱਕ ਕੇ ਉਹ ਦੁਨੀਆ ਵਾਸਤੇ ਰੋਂਦੀਆਂ ਸਨ, ਦੁਨੀਆ ਦੇ ਬੰਦਿਆਂ ਵਾਸਤੇ ਰੋਂਦੀਆਂ ਸਨ। ਸਤਿਗੁਰੂ ਕਹਿੰਦੇ ਨਹੀਂ, ਰੋਵੇ ਬਿਰਹਾ ਤਨ ਕਾ, ਰੋਵੇ ਬਿਰਹਾ ਤਨ ਕਾ, ਆਪਣਾ ਸਾਹਿਬ ਸੰਭਾਲੇ ਹਾਂ ਆਵੋ, ਆਵੋ ਮਿਲ ਹੋ ਸਹੇਲੀ ਹੋ, ਸਚੜਾ ਨਾਮ ਲਏ ਹਾਂ, ਆਵੋ ਮਿਲ ਹੋ ਸਹੇਲੀ ਹੋ। ਇਹ ਹੈ ਅਲਾਣੀਆਂ। ਤੁਸੀਂ ਜਿਹੜਾ ਚਲੇ ਗਿਆ ਜੀਵ ਉਹਨੂੰ ਨਾ ਰੋ, ਤੁਸੀਂ ਉਸ ਸਾਹਿਬ ਦੀ ਸਿਫਤ ਕਰੋ ਜਿਨੇ ਸਾਰੀ ਸੰਸਾਰ ਬਣਾਇਆ। ਤਾਂ ਮੈਨੂੰ ਇੱਕ ਵਿਦਵਾਨ ਦੇ ਬੋਲ ਯਾਦ ਆ ਗਏ। ਉਹ ਕਹਿੰਦਾ ਮੌਤ ਬਹੁਤ ਜ਼ਰੂਰੀ ਆ, ਮੌਤ ਬਹੁਤ ਜ਼ਰੂਰੀ ਆ। ਤੇ ਕਿਸੇ ਨੇ ਸਵਾਲ ਕੀਤਾ ਕਿਉਂ, ਇੰਨੀ ਕਿਉਂ ਜ਼ਰੂਰੀ ਆ ਮੌਤ? ਮੌਤ ਤਾਂ ਕਿਸੇ ਨੂੰ ਵੀ ਚੰਗੀ ਨਹੀਂ ਲੱਗਦੀ, ਤੁਸੀਂ ਕਹਿੰਦੇ ਮੌਤ ਬਹੁਤ ਜ਼ਰੂਰੀ ਹੈ, ਮੌਤ ਬਹੁਤ ਖਾਸ ਆ। ਉਹ ਕਹਿੰਦਾ ਸੋਚ ਕੇ ਦੇਖ ਕਿ ਤੇਰੇ ਪਿਓ ਤੋਂ ਪਹਿਲਾਂ ਜਿਹੜੀਆਂ ਪੀੜ੍ਹੀਆਂ ਹੋਈਆਂ ਉਹ ਕਦੇ ਮਰੇ ਹੀ ਨਾ, ਉਹ ਮਰਦੇ ਹੀ ਨਾ ਕਦੇ। ਤਾਂ ਤੇਰੇ ਦਾਦੇ ਨੇ ਨਹੀਂ ਸੀ ਪੈਦਾ ਹੋਣਾ, ਤੇਰੇ ਦਾਦੇ ਨੇ ਤੇ ਹੋਣਾ ਹੀ ਨਹੀਂ ਸੀ, ਕਿਉਂਕਿ ਜਦੋਂ ਪਹਿਲਿਆਂ ਨੇ ਮਰਨਾ ਹੀ ਨਹੀਂ ਤੇ ਦਾਦੇ ਨੇ ਕਿੱਥੋਂ ਹੋਣਾ? ਤੇ ਜੇ ਦਾਦਾ ਨਹੀਂ ਸੀ ਤੇ ਤੇਰੇ ਡੈਡੀ ਨੇ ਕਿੱਥੋਂ ਹੋਣਾ? ਤੇ ਜੇ ਤੇਰਾ ਪਿਓ ਹੀ ਨਹੀਂ ਸੀ ਤੇ ਤੂੰ ਕਿੱਥੋਂ ਹੋਣਾ ਸੀ? ਅੱਜ ਤੂੰ ਬੈਠਾ ਸੋਚ ਰਿਹਾ ਕਿ ਮੌਤ ਜ਼ਰੂਰੀ ਨਹੀਂ, ਪਰ ਤੂੰ ਸੋਚ ਤੇਰਾ ਸਰੀਰ ਹੀ ਨਹੀਂ ਸੀ ਹੋਣਾ, ਤੂੰ ਹੋਣਾ ਹੀ ਨਹੀਂ ਸੀ, ਕਿਉਂਕਿ ਮੌਤ ਹੀ ਨਹੀਂ ਸੀ ਹੋਣੀ। ਉਹ ਕਹਿੰਦਾ ਨਹੀਂ, ਜੇ ਮੌਤ ਨਾ ਹੁੰਦੀ ਤੇ ਅਸੀਂ ਸਾਰਿਆਂ ਨੇ ਜੰਮ ਪੈਣਾ ਸੀ। ਉਹ ਕਹਿੰਦਾ ਜੇ ਸਾਰੇ ਜੰਮ ਪੈਂਦੇ ਤੇ ਮਰਦਾ ਕੋਈ ਨਾ, ਤੇ ਮੈਨੂੰ ਦੱਸ ਧਰਤੀ ਦੇ ਉੱਤੇ ਜਗ੍ਹਾ ਰਹਿੰਦੀ ਤੇਰੇ ਬੈਠਣ ਵਾਸਤੇ? ਤਾਂ ਬਾਬਾ ਫਰੀਦ ਸਾਹਿਬ ਨੇ ਬਹੁਤ ਪਿਆਰਾ ਵਚਨ ਲਿਖਿਆ ਬਾਣੀ ਵਿੱਚ ਇਸੇ ਸਿਚੁਏਸ਼ਨ ਦੇ ਸੇਮ ਥਾਟ ਦੇ ਉੱਤੇ। ਬਾਬਾ ਫਰੀਦ ਸਾਹਿਬ ਕਹਿੰਦੇ ਜਿਤ ਆਸਣ ਹਮ ਬੈਠੇ ਕੀਤੇ ਬੈਸ ਗਿਆ। ਬਾਬਾ ਫਰੀਦ ਸਾਹਿਬ ਨੇ ਕਿਹਾ, ਕਹਿੰਦੇ ਉਹ ਬੈਠੇ ਸੋਚ ਰਹੇ ਹੋਣਗੇ ਕਿਸੇ ਦਿਨ, ਉਹਨਾਂ ਬਾਣੀ ਲਿਖੀ, ਉਹ ਕਹਿੰਦੇ ਫਰੀਦਾ ਜਿਤ ਆਸਣ ਹਮ ਬੈਠੇ, ਜਿਹੜੇ ਆਸਣ ਤੇ ਹੁਣ ਮੈਂ ਬੈਠਾ ਆ ਨਾ, ਕਿਤੇ ਬੈਸ ਗਿਆ, ਪਤਾ ਨਹੀਂ ਕਿੰਨੇ ਕੁ ਬੈਠੇ ਆ, ਪਤਾ ਨਹੀਂ ਕਿੰਨੇ ਕਿਸ ਜ਼ਮੀਨ ਵਿੱਚ ਖਾਕ ਹੋ ਗਏ। ਜੇ ਉਹ ਖਾਕ ਹੋਏ ਤੇ ਮੇਰੀ ਵਾਰੀ ਆਈ ਤੇ ਮੈਂ ਜਾਵਾਂਗਾ ਤੇ ਅਗਲੇ ਦੀ ਵਾਰੀ ਆਉਣੀ। ਜੇ ਤੇਰੇ ਅੰਦਰ ਦਇਆ ਦੀ ਭਾਵਨਾ ਹੈ, ਆਪਣਾ ਆਸਣ ਛੱਡਣ ਦੀ ਭਾਵਨਾ ਹੈਗੀ ਆ। ਮੈਨੂੰ ਇੱਕ ਸਾਖੀ ਨਹੀਂ ਆ, ਮਤਲਬ ਇਹ ਓਰੀਜਨਲ ਘਟਨਾ ਹੈਗੀ ਆ। ਕਿਸੇ ਦਾ ਸਾਡੇ ਨੇੜੇ ਇੱਥੇ ਪਿੰਡ ਹੈਗਾ, ਉੱਥੇ ਕਿਸੇ ਦਾ ਨੌਜਵਾਨ, ਬਹੁਤ ਗੁਰਸਿੱਖ ਨੌਜਵਾਨ ਤੇ ਬੜਾ ਹੀ ਸੋਹਣਾ ਤੇ ਬੜਾ ਹੀ ਸੁਨੱਖਾ ਵੀਰ ਚੜ੍ਹਾਈ ਕਰ ਗਿਆ, ਤੇ ਉਹਦੇ ਫੁੱਲ ਪਾਉਣ ਵਾਸਤੇ, ਉਹਦੇ ਜਿਹੜਾ ਅੰਗੀਠਾ ਸੀ, ਜਿਹੜੇ ਉਹਦੀ ਰਾਖ ਸੀ ਜਿਹੜੀ, ਉਹ ਪਾਉਣ ਵਾਸਤੇ ਜਦੋਂ ਕੀਰਤਪੁਰ ਸਾਹਿਬ ਗਏ ਤਾਂ ਉਹ ਪਰਿਵਾਰ ਬਹੁਤ ਜ਼ਿਆਦਾ ਰੋਵੇ, ਬਹੁਤ ਜ਼ਿਆਦਾ ਵਿਰਾਗ ਕਰੇ ਉਹਦੇ ਜਾਣ ਤੇ, ਕਿਉਂਕਿ ਉਹ ਬਹੁਤ ਕੀਮਤੀ ਹੀਰਾ ਹੋਏਗਾ, ਨਹੀਂ ਸੀ ਕਿਸੇ ਕੋਲੋਂ ਜਰਿਆ ਜਾ ਰਿਹਾ। ਉਹ ਕਿੰਨੇ ਦਿਨ ਹੋ ਗਏ ਸਨ ਉਹਨੂੰ ਰੋਂਦਿਆਂ। ਤਾਂ ਮੈਂ ਤੁਹਾਨੂੰ ਦੱਸ ਰਿਹਾ ਕਿ ਗੁਰੂ ਤੁਹਾਡੀ ਜ਼ਿੰਦਗੀ ਵਿੱਚ ਕਿੱਥੇ ਕੰਮ ਆਉਂਦਾ। ਹੁਣ ਉਹ ਰੋਂਦੇ ਰੋਂਦੇ ਜਦੋਂ ਫੁੱਲ ਵੀ ਪਾਤੇ, ਫੁੱਲ ਪਾ ਕੇ ਵੀ ਰੋਈ ਜਾਣ, ਪਾਣੀ ਵਿੱਚ ਜਦੋਂ ਪਾਣੀ ਜਲ ਪ੍ਰਵਾਹ ਕਰਤੇ ਤਾਂ ਵੀ ਰੋਈ ਜਾਣ, ਤਾਂ ਨੇੜੇ ਇੱਕ ਬਜ਼ੁਰਗ ਬੈਠਾ ਸੀ, ਬਹੁਤ ਪੁਰਾਣਾ, ਬਹੁਤ ਬਜ਼ੁਰਗ ਸੀ ਉਹ ਬੈਠਾ, ਤੇ ਉਹਨੇ ਜਿਹੜਾ ਮੁੰਡੇ ਦਾ ਪਿਓ ਸੀ ਉਹਨੂੰ ਆਵਾਜ਼ ਮਾਰ ਕੇ ਕਿਹਾ ਕਿ ਕੀ ਗੱਲ ਹੋਈ ਆ, ਵੀ ਇੰਨਾ ਕਿਉਂ ਵਿਰਾਗ ਕਰੀ ਜਾਂਦੇ, ਕੌਣ ਸੀ ਇਹ ਮੁੰਡਾ? ਉਹ ਕਹਿੰਦਾ ਮੇਰਾ ਪੁੱਤ ਸੀ, ਪਰ ਬਹੁਤ ਹੀ ਲਾਇਕ ਸੀ ਤੇ ਬੜਾ, ਮਤਲਬ ਸਾਨੂੰ ਅਜੇ ਵੀ ਯਕੀਨ ਨਹੀਂ ਹੋ ਰਿਹਾ ਕਿ ਉਹ ਸਾਡੇ ਕੋਲੋਂ ਚਲਾ ਗਿਆ। ਉਹਨੇ ਸਾਰਾ, ਜਿੰਨੇ ਪਰਿਵਾਰ ਦੇ ਮੈਂਬਰ ਆਏ ਸੀ ਉਹਨੇ ਸਾਰੇ ਬਿਠਾ ਲਏ। ਉਹ ਕਹਿੰਦਾ ਮੇਰੇ ਕੋਲ ਬੈਠੋ, ਮੈਂ ਸਿਰਫ 2 ਮਿੰਟ ਲੈਣੇ ਤੁਹਾਡੇ। ਉਹ ਕਹਿੰਦਾ, ਉਹਨੇ ਸਭ ਤੋਂ ਪਹਿਲਾ ਸਵਾਲ ਕੀਤਾ, ਉਹ ਕਹਿੰਦਾ ਵੀ ਤੁਹਾਡਾ ਪੁੱਤ ਗੁਰੂ ਨਾਨਕ ਸਾਹਿਬ ਤੋਂ ਵੀ ਕੀਮਤੀ ਸੀ?
ਉਹਨੇ ਫਿਰ ਸਵਾਲ ਰਿਪੀਟ ਕੀਤਾ, ਕਹਿੰਦਾ ਤੁਹਾਡਾ ਪੁੱਤ ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਵੀ ਕੀਮਤੀ ਸੀ? ਤੁਹਾਡਾ ਪੁੱਤ ਸਾਹਿਬਜ਼ਾਦਾ ਅਜੀਤ ਸਿੰਘ ਤੋਂ ਵੀ ਕੀਮਤੀ ਸੀ? ਤੁਹਾਡਾ ਪੁੱਤ ਬਾਬਾ ਬੰਦਾ ਸਿੰਘ ਬਹਾਦਰ ਤੋਂ ਵੀ ਜ਼ਿਆਦਾ ਕੀਮਤੀ ਸੀ? ਉਹ ਕਹਿੰਦੇ ਨਹੀਂ। ਉਹ ਕਹਿੰਦੇ ਫਿਰ ਜੇ ਉਹ ਚਲੇ ਗਏ ਤੇ ਇਹਨੇ ਵੀ ਤੇ ਜਾਣਾ ਹੀ ਸੀ। ਇੰਨੀ ਗੱਲ ਉਸ ਪਰਿਵਾਰ ਨੇ ਸੁਣੀ ਆ। ਸਾਰੇ ਬੰਦੇ ਜਿੰਨੇ ਵੀ ਵਿਰਾਗ ਕਰਦੇ ਸੀ ਉਹ ਸਾਰਿਆਂ ਦੇ ਸ਼ੁਕਰ ਵਿੱਚ ਹੱਥ ਜੋੜ ਗਏ। ਹੁਣ ਮੈਂ ਇਸ ਸਾਖੀ ਦੇ ਰਾਹੀਂ, ਇਹ ਜਿਹੜੀ ਕਹਾਣੀ ਆ, ਇਹ ਜਿਹੜੀ ਸੱਚੀ ਘਟਨਾ ਆ, ਇਹਦੇ ਰਾਹੀਂ ਮੈਂ ਤੁਹਾਨੂੰ ਦੱਸਣਾ ਸੀ ਕਿ ਘਰ ਚੌਥਾ, ਘਰ ਤੀਜਾ, ਘਰ ਪੰਜਵਾਂ, ਘਰ ਸੱਤਵਾਂ, ਘਰ 17ਵਾਂ ਉਹ ਕੀ ਹੁੰਦਾ। ਜਦੋਂ ਆਏ ਸੀ ਨਾ, ਉਹਨਾਂ ਦੇ ਮਾਈਂਡ ਦੇ ਜਿਹੜਾ ਘਰ ਸੀ ਉਹਦੀ ਸਿਚੁਏਸ਼ਨ ਹੋਰ ਸੀ, ਪਰ ਬਾਪੂ ਜੀ ਨੇ ਜਦੋਂ ਥਾਟ ਚੇਂਜ ਕੀਤਾ, ਉਹਨਾਂ ਦੇ ਅੰਦਰ ਥਾਟ ਇੱਕ ਪ੍ਰੋਸੈਸ ਹੋਰ ਉਹਨਾਂ ਦੇ ਅੰਦਰ ਚੱਲਿਆ ਤੇ ਉਹਨਾਂ ਦਾ ਇੱਕਦਮ ਮਾਈਂਡ ਦਾ ਘਰ ਚੇਂਜ ਹੋ ਗਿਆ, ਨਾਲ ਹੀ ਉਹਨਾਂ ਦੀ ਫੀਲਿੰਗ ਸੋਚਣ ਦੀ ਚੇਂਜ ਹੋ ਗਈ। ਗੁਰੂ ਨੇ ਰਾਗ ਦੇ ਵਿੱਚ ਜਦੋਂ ਗੁਰਬਾਣੀ ਲਿਖੀ ਤੇ ਘਰ ਲਿਖਿਆ, ਉਹਨੂੰ ਸਿਚੁਏਸ਼ਨ ਨੂੰ ਬਦਲਣ ਵਾਸਤੇ, ਅਗਲੀ ਸਿਚੁਏਸ਼ਨ 'ਚ ਜਾਣ ਵਾਸਤੇ ਸਤਿਗੁਰੂ ਨੇ ਘਰ ਲਿਖਿਆ। ਘਰ ਪਹਿਲਾ, ਘਰ ਦੂਜਾ, ਘਰ ਤੀਜਾ। ਤੁਸੀਂ ਪਹਿਲੇ ਘਰ 'ਚ ਗਾ ਰਹੇ ਸੀ, ਗਾਉਂਦਿਆਂ ਤੁਹਾਡੀ ਉਹ ਸਿਚੁਏਸ਼ਨ ਬਣ ਗਈ। ਇੱਕਦਮ ਜਦੋਂ ਤੁਸੀਂ ਘਰ ਦੂਜਾ ਚੇਂਜ ਕੀਤਾ, ਘਰ ਤੀਜੇ 'ਚ ਆਏ, ਤਾਂ ਤੁਹਾਡੀ ਉਹ ਰਾਗ ਦਾ ਅਰਥ ਵੀ, ਭਾਵ ਅਰਥ, ਫੀਲਿੰਗ ਸਭ ਕੁਝ ਚੇਂਜ ਹੋ ਗਏ। ਸੋ ਸਤਿਗੁਰੂ ਨੇ ਅਲਾਣੀਆਂ ਦੇ ਵਿੱਚ ਇਹੀ ਜ਼ਿਕਰ ਕੀਤਾ। ਮਹਾਰਾਜ ਸਾਹਿਬ ਕਹਿੰਦੇ, ਰੋਵੈ ਬਿਰਹਾ ਤਨ ਕਾ ਆਪਣਾ ਸਾਹਿਬ ਸੰਭਾਲੇ। ਤੇਰਾ ਤਨ ਦਾ ਬਿਰਹਾ ਰੋਣਾ ਚਾਹੀਦਾ ਕਿ ਰੱਬਾ ਮੈਂ ਆਪਣੇ ਰੱਬ ਨੂੰ ਯਾਦ ਨਹੀਂ ਕਰ ਸਕਿਆ, ਰੱਬਾ ਤੈਨੂੰ ਯਾਦ ਨਹੀਂ ਕਰ ਸਕਿਆ, ਤੇ ਮੇਰਾ ਸਾਰੀ ਕਿੰਨੀ ਮੇਰੀ ਉਮਰ ਹੋ ਗਈ, ਮੈਂ ਅੱਜ ਤੱਕ ਤੇਰੀ ਯਾਦ 'ਚ ਰੋਇਆ ਨਹੀਂ, ਕਿੰਨੀ ਉਮਰ ਹੋ ਗਈ ਮੇਰੀ। ਤਾਂ ਸਤਿਗੁਰੂ ਕਹਿੰਦੇ ਫਿਰ ਐਸੇ ਸਰੀਰ ਨੂੰ ਕੀ ਕਰਨਾ ਇਹੋ ਜਿਹੇ ਸਰੀਰ ਨੂੰ। ਮੈਂ ਇੱਕ ਸਿਚੁਏਸ਼ਨ ਤੁਹਾਨੂੰ, ਇਹ ਵੀ ਬੜਾ ਹੰਸਰਾਗ ਦੀ ਹੈ ਜਿਹੜੀ ਮੈਂ ਤੁਹਾਨੂੰ ਦੱਸਣ ਲੱਗਾ। ਤੁਸੀਂ ਸ਼ਬਦ ਸੁਣਿਆ, ਮੋਰੀ ਰੁਣ ਝੁਣ ਲਾਇਆ ਭੈਣੇ ਸਾਵਣ ਆਇਆ? ਸਾਰਿਆਂ ਨੇ ਸੁਣਿਆ ਹੋਣਾ ਤੁਸੀਂ। ਉਹ ਸ਼ਬਦ ਮਲ੍ਹਾਰ ਰਾਗ ਦਾ ਨਹੀਂ ਆ। ਸਾਡੇ ਕੀਰਤਨੀਏ ਭੁਲੇਖੇ ਨਾਲ ਉਸ ਸ਼ਬਦ ਨੂੰ ਜਦੋਂ ਸਾਉਣ ਦਾ ਮਹੀਨਾ ਆਉਂਦਾ ਤੇ ਮਲ੍ਹਾਰ ਰਾਗ ਪੜ੍ਹਦੇ ਆ ਨਾ, ਤੇ ਅਸੀਂ ਸਾਡੇ ਤਕਰੀਬਨ 99 ਕੀ 100% ਕੀਰਤਨੀਏ ਜਿਹੜੇ ਆ ਉਹਨੂੰ ਸਾਉਣ ਦੇ ਮਹੀਨੇ ਦੇ ਵਿੱਚ ਤਾਂ ਪੜ੍ਹਦੇ ਆ ਕਿਉਂਕਿ ਉਹਦੇ 'ਚ ਮੋਰ ਦਾ ਜ਼ਿਕਰ ਆਇਆ, ਪਰ ਉਹਦਾ ਰਾਗ ਨਹੀਂ ਅਸੀਂ ਅਜੇ ਤੱਕ ਪੜ੍ਹਿਆ। ਉਹਦਾ ਰਾਗ ਮਲ੍ਹਾਰ ਨਹੀਂ ਆ, ਉਹ ਹੈ ਰਾਗ ਵਡਹੰਸ ਮਹੱਲਾ ਪਹਿਲਾ। ਮੋਰੀ ਰੁਣ ਝੁਣ ਲਾਇਆ ਭੈਣੇ ਸਾਵਣ ਆਇਆ, ਤੇਰੇ ਮੁੰਦ ਕਟਾਰੇ ਜੇਵੜਾਂ ਤਿਨ ਲੋਭੀ ਲੋਭ ਲੁਭਾਇਆ। ਅਲਾਣੀਆਂ ਤੇ ਇਸ ਸ਼ਬਦ ਦਾ ਆਪਸ ਦੇ ਵਿੱਚ ਇੰਨਾ ਜ਼ਿਆਦਾ ਗੂੜਾ ਸੰਬੰਧ ਆ। ਜੇ ਤੁਸੀਂ ਇਸ ਸ਼ਬਦ ਨੂੰ ਸਮਝ ਗਏ ਤੇ ਸਮਝ ਲਓ ਤੁਸੀਂ ਅਲਾਣੀਆਂ ਨੂੰ ਸਮਝ ਗਏ। ਇਹਦੇ ਵਿੱਚ ਅੱਗੇ ਜਾ ਕੇ ਪਤਾ ਕਿੱਡੀ ਖਤਰਨਾਕ ਸਿਚੁਏਸ਼ਨ ਆਉਂਦੀ ਹੈ, ਕਿਉਂਕਿ ਮੈਂ ਸੱਚੀ ਗੱਲ ਆ, ਮੈਂ ਤਾਂ ਫਰੈਂਕਲੀ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਕਿ ਮੈਂ ਤਾਂ ਸਿੱਧਾ ਸਾਦਾ ਬੰਦਾ ਆ, ਤੇ ਮੇਰੇ ਨਾਲ ਜੋ ਘਟਨਾਵਾਂ ਹੁੰਦੀਆਂ ਮੈਂ ਸਿੱਧੀਆਂ ਹੀ ਤੁਹਾਨੂੰ ਦੱਸ ਦਿੰਦਾ। ਇਹਦੇ ਵਿੱਚ ਕੋਈ ਸੰਗ ਵਾਲੀ ਗੱਲ ਨਹੀਂ, ਨਾ ਹੀ, ਕਿਉਂਕਿ ਜ਼ਿੰਦਗੀ ਹੈ, ਜ਼ਿੰਦਗੀ ਦੀ ਜੋ ਸੱਚਾਈ ਹੈਗੀ ਉਹ ਸੱਚ ਹੀ ਹੈ। ਮੇਰੇ ਵਾਈਫ ਜੇ ਕਰਮਜੀਤ ਕੌਰ, ਉਹ ਅਸੀਂ ਬੈਠੇ ਇੱਕ ਦਿਨ ਸਹਿਜ ਪਾਠ ਕਰਕੇ ਤੇ ਅਸੀਂ ਦੋਵੇਂ ਜਣੇ, ਮੈਨੂੰ ਇਹ ਗੱਲ ਸਮਝਾਉਣ ਲੱਗ ਗਿਆ। ਮੈਂ ਕਿਹਾ ਸਤਿਗੁਰੂ ਨੇ ਪਤੀ ਪਤਨੀ ਵਾਸਤੇ ਕਿੰਨਾ ਕੁਝ ਲਿਖਿਆ ਬਾਣੀ 'ਚ, ਤਾਂ ਇਸ ਸ਼ਬਦ ਦਾ ਮੈਂ ਜ਼ਿਕਰ ਕੀਤਾ ਸੀ। ਉਹ ਰੱਬੀਆਂ ਹੁਣ ਵੀ ਯਾਦ ਆ ਗਿਆ ਤੇ ਮੈਨੂੰ ਗੱਲ ਯਾਦ ਆ ਗਈ, ਤੇ ਮੈਂ ਉਹਨਾਂ ਨੂੰ ਦੱਸਣ ਲੱਗ ਗਿਆ। ਮੈਂ ਕਿਹਾ ਕਿ ਤੂੰ ਚੂੜਾ ਪਾਇਆ ਹੋਇਆ ਹਨਾ, ਕਿ ਉਹ ਜਿਹੜਾ ਸੁਹਾਗਣ ਦੀ ਨਿਸ਼ਾਨੀ ਹੈਗੀ ਆ ਵੀ ਉਹ ਪਾਉਂਦੀ ਹੈ, ਤੇ ਉਹਨੇ ਪਾਇਆ ਹੋਇਆ। ਮੈਂ ਕਿਹਾ ਵੀ ਇਹ ਜਿਹੜਾ ਚੂੜਾ ਪਾਇਆ ਤੂੰ, ਇਹ ਕਿਹਦੇ ਵਾਸਤੇ ਪਾਇਆ? ਤਾਂ ਉਹ ਬੜੇ ਆਰਾਮ ਨਾਲ ਕਹਿੰਦੇ ਕਿ ਮੈਂ ਤੁਹਾਡੇ ਵਾਸਤੇ ਪਾਇਆ। ਤੇ ਮੈਂ ਉਹਨੂੰ ਆਖਿਆ, ਮੈਂ ਕਿਹਾ ਵੀ ਮਤਲਬ ਫੀਲ ਨਾ ਕਰੀ, ਮਤਲਬ ਆਪਾਂ ਇੱਕ ਪ੍ਰੋਸੈਸ, ਇੱਕ ਥਾਟ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਇਹ ਗੱਲ ਸਿਰਫ ਉਦਾਹਰਨ ਆ, ਇਹ ਸਿਰਫ ਡੈਫੀਨੇਸ਼ਨ ਆ, ਇਹਨੂੰ ਫੀਲ ਨਹੀਂ ਕਰਨਾ। ਕਹਿੰਦੇ ਨਹੀਂ ਕਰਦੇ। ਮੈਂ ਕਿਹਾ ਬਾਈ ਚਾਂਸ ਮੈਂ ਨਾ ਆਵਾਂ, ਬਾਈ ਚਾਂਸ ਅੱਜ ਤੋਂ ਬਾਅਦ ਆਪਾਂ ਨਾ ਮਿਲੀਏ, ਤੇ ਫਿਰ ਇਹ ਚੂੜਾ ਕਿਸੇ ਕੰਮ ਹੈਗਾ? ਉਹਨੇ ਉਸੇ ਵੇਲੇ ਕਹਿਤਾ ਕਿ ਨਾ ਜੀ, ਕਦੀ ਵੀ ਨਹੀਂ, ਮੈਂ ਕੀ ਕਰਨਾ ਚੂੜਾ, ਮੈਂ ਤਾਂ ਤੁਹਾਡੇ ਵਾਸਤੇ ਪਾਇਆ।
ਮੈਂ ਤਾਂ ਤਿਆਰ ਵੀ ਤੁਹਾਡੇ ਵਾਸਤੇ ਹੁੰਦੀ। ਤੇ ਮੈਂ ਕਿਹਾ ਸਤਿਗੁਰੂ ਨੇ ਬਾਣੀ 'ਚ ਪਤਾ ਕੀ ਲਿਖਿਆ, ਕਿੱਡਾ ਮੇਰਾ ਦਾਤਾ ਸਤਿਗੁਰੂ ਕਿੰਨਾ ਕੁ ਦਿਆਲ ਹੋਏਗਾ ਕਿ ਉਹਨੇ ਸਿਚੁਏਸ਼ਨ ਹੀ ਨਹੀਂ ਛੱਡੀ ਕੋਈ। ਮੈਂ ਹੈਰਾਨ ਹੋਣਾ। ਸਤਿਗੁਰੂ ਨੇ ਬਾਣੀ 'ਚ ਪਤਾ ਕੀ ਲਿਖਿਆ, ਕਹਿੰਦੇ ਚੂੜਾ ਭੰਨ ਪਲੰਗ ਸਿਉ ਮੁੰਦੇ। ਆਪਣਾ ਚੂੜਾ ਆਪਣੇ ਪਲੰਗ ਨਾਲ, ਜਿਸ ਪਲੰਗ ਤੇ ਅਸੀਂ ਸੌਂਦੇ ਨਾ, ਮੰਜਾ ਬੈੱਡ ਕਹਿੰਦੇ ਅਸੀਂ ਉਹਨੂੰ, ਇੰਗਲਿਸ਼ ਦੇ ਵਿੱਚ ਬੈੱਡ ਕਹਿਣ ਲੱਗ ਗਏ। ਮਹਾਰਾਜ ਕਹਿੰਦੇ ਪਲੰਗ, ਮਹਾਰਾਜ ਕਹਿੰਦੇ ਆਪਣਾ ਚੂੜਾ ਭੰਨ ਦੇ ਮਾਰ ਕੇ ਪਲੰਗ ਦੇ ਉੱਤੇ। ਕਿਉਂ? ਸਤਿਗੁਰੂ ਕਹਿੰਦੇ ਚੂੜਾ ਭੰਨ ਪਲੰਗ ਸਿਉ ਮੁੰਦੇ, ਸਣ ਬਾਹੀ ਸਣ ਬਾਹਾ। ਆਪਣੀਆਂ ਬਾਹਾਂ ਸੁੰਨੀਆਂ ਕਰ ਲੈ, ਆਪਣਾ ਚੂੜਾ ਭੰਨ ਦੇ ਮਾਰ ਕੇ। ਕਿਉਂ ਮਹਾਰਾਜ ਸੱਚੇ ਪਾਤਸ਼ਾਹ ਕਿਉਂ ਭੰਨਦੇ ਆ? ਕਹਿੰਦੇ ਇਤੇ ਵੇਸ ਕਰੇਂਦੀਏ ਮੁੰਦੇ, ਹੇ ਔਰਤ, ਹੇ ਇਸਤਰੀ, ਤੂੰ ਇੰਨੇ ਸ਼ਿੰਗਾਰ ਕੀਤੇ, ਇੰਨੇ ਵੇਸ ਕੀਤੇ ਵੀ ਤੇਰਾ ਪਤੀ ਨਹੀਂ ਆਉਣਾ। ਸਤਿਗੁਰੂ ਕਹਿੰਦੇ ਸੋਚ, ਉਹਨੇ ਆਉਣਾ ਹੀ ਨਹੀਂ ਕਦੀ, ਉਹ ਆਇਆ ਹੀ ਨਹੀਂ ਕਦੀ ਤੇਰੀ ਜ਼ਿੰਦਗੀ 'ਚ। ਇਤੇ ਵੇਸ ਕਰੇਂਦੀਏ ਮੁੰਦੇ, ਸ਼ੌਹਰਾ ਤੂੰ ਅਵਰਾਹਾ। ਉਹ ਨਹੀਂ ਆਉਣਾ ਉਹਨੇ ਇਸ ਰਾਤ ਤੇਰੇ ਕੋਲ। ਤਾਂ ਸੱਚੀ ਗੱਲ ਆ, ਮਤਲਬ ਮੇਰੇ ਵਾਈਫ ਕਰਮਜੀਤ ਕੌਰ, ਉਹਨਾਂ ਦੀ ਅੱਖਾਂ 'ਚੋਂ ਮਤਲਬ ਹੰਝੂ ਨਿਕਲ ਆਏ, ਗਲੇਡੂ ਨਿਕਲ ਆਏ। ਮੈਂ ਕਿਹਾ ਸੋਚ ਕੇ ਵੇਖ, ਮੈਂ ਕਿਹਾ ਤੂੰ ਮੇਰੇ ਵਾਸਤੇ ਰੋਈ ਹੈ, ਤੂੰ ਰੱਬ ਵਾਸਤੇ ਕਦੀ ਰੋਈ ਏਦਾਂ? ਅਸੀਂ ਰੱਬ ਵਾਸਤੇ ਕਦੀ ਰੋਏ ਏਦਾਂ ਵੀ ਸੱਚੇ ਪਾਤਸ਼ਾਹ ਬੱਲੇ ਬੱਲੇ 30 ਸਾਲ 40 ਸਾਲ 50 ਸਾਲ 70 ਸਾਲ ਹੋ ਗਏ ਸੱਚੇ ਪਾਤਸ਼ਾਹ, ਪਰ ਮੈਂ ਕਦੀ ਪਤੀ ਪਤਨੀ ਦੇ ਮਿਲਾਪ ਵਾਂਗੂ ਤੇਰੇ ਲਈ ਤੜਪ ਪੈਦਾ ਕਰਕੇ ਸੱਚੇ ਪਾਤਸ਼ਾਹ ਤੈਨੂੰ ਕਦੀ ਉਡੀਕਿਆ ਨਹੀਂ। ਰੋਏ ਅਸੀਂ ਕਦੀ? ਨਹੀਂ ਰੋਏ ਨਾ, ਤੇ ਫੇਰ ਨਹੀਂ ਸਮਝ ਆਉਣੀ ਵਡਹੰਸ ਕੀ ਹੈ। ਜਿੱਦਣ ਤੁਸੀਂ ਤੜਪ ਨਾਲ ਰੋਵੋਗੇ, ਉਦਣ ਕਿਸੇ ਨੇ ਤੁਹਾਡੇ ਲਾ ਕੇ ਆ ਕੇ ਵਡਹੰਸ ਗਾ ਦਿੱਤਾ, ਤੇ ਤੁਹਾਨੂੰ ਪਤਾ ਲੱਗ ਜਾਣਾ ਕਿ ਇਹ ਰਾਗ ਮੇਰੇ ਵਾਸਤੇ ਕਿਉਂ ਬਣਿਆ ਸੀ, ਕਿਉਂ ਗਾਇਆ ਸਤਿਗੁਰੂ ਨੇ ਵਡਹੰਸ। ਮੋਰੀ ਰੁਣ ਚੁਣ ਲਾਇਆ, ਭੈਣੇ ਸਾਵਣ ਆਇਆ। ਮੋਰੀ ਰੁਣ ਚੁਣ ਲਾਇਆ, ਭੈਣੇ ਸਾਵਣ ਆਇਆ। ਤੋ ਇਹ ਹੈ ਜੀ ਸਾਡੀ ਜਿਹੜੀ ਇਹਨੂੰ ਕਹਿੰਦੇ ਰਾਗ ਵਡਹੰਸ। ਇਹ ਹੈ ਰਾਗ ਵਡਹੰਸ। ਜਦੋਂ ਸਾਨੂੰ ਕਿਉਂਕਿ ਅਸੀਂ ਜੁੜਨਾ ਆ ਗੁਰਬਾਣੀ ਨਾਲ, ਤੇ ਗੁਰਬਾਣੀ ਖੜੀ ਆ ਰਾਗ ਦੇ। ਜਦੋਂ ਅਸੀਂ ਗੁਰਬਾਣੀ ਨਾਲ ਜੁੜਾਂਗੇ ਤੇ ਗੁਰਬਾਣੀ ਕੀ ਥਾਟ ਦੇ ਰਹੀ ਆ, ਤੇ ਫੇਰ ਹੀ ਤੁਹਾਡੇ ਮਨ ਨੇ ਬਦਲਣਾ ਹੈ ਨਾ। ਰਾਗ ਨੇ, ਸਾਜ਼ ਨੇ, ਟਿਊਨ ਨੇ, ਕੰਪੋਜੀਸ਼ਨ ਨੇ ਤੁਹਾਡੇ ਰਾਗ ਨੂੰ ਨਹੀਂ ਬਦਲਣਾ। ਇਹ ਗੱਲ ਤੁਸੀਂ ਆਪਣੇ ਦਿਲ ਤੇ ਲਿਖ ਲਓ। ਹਜ਼ਾਰਾਂ ਸਾਜ਼ ਵੱਜੀ ਜਾਣ, ਹਜ਼ਾਰਾਂ ਕੰਪੋਜੀਸ਼ਨ ਗਾਈ ਜਾਵੇ, ਕੋਈ ਹਜ਼ਾਰਾਂ ਤਰੀਕਿਆਂ ਨਾਲ ਗਾਵੇ, ਕੋਈ ਗਾਵੇ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ, ਨਹੀਂ ਹਰ ਹਰ ਭੀਜੈ ਰਾਮ ਰਾਜੇ, ਨਹੀਂ ਭੇਜਣਾ ਰੱਬ ਨੇ। ਫਿਰ ਮੈਂ ਬੋਲ ਦਿੰਦਾ, ਕੋਈ ਗਾਵੇ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ, ਨਹੀਂ ਹਰ ਹਰ ਭੀਜੈ ਰਾਮ ਰਾਜੇ। ਜਿੰਨਾ ਅੰਤਰ ਕਪਟ ਵਿਕਾਰ ਹੈ, ਤਿੰਨਾ ਰੋਏ ਕਿਆ ਕੀਜੈ। ਸਤਿਗੁਰੂ ਕਹਿੰਦੇ ਜਿਹੜੇ ਸਿਰਫ ਸਟੇਜ ਦੇ ਉੱਤੇ ਹੀ ਇਹ ਰੋਣਾ ਜਾਣਦੇ ਆ, ਕਿ ਮਤਲਬ ਪਤਾ ਆ ਕਿ ਅੱਗੇ ਪਬਲਿਕ ਬੈਠੀ ਹੈ ਤੇ ਪਬਲਿਕ ਨੂੰ ਸਿਰਫ ਸੁਣਾਉਣ ਵਾਸਤੇ ਰੋਂਦੇ ਆ। ਸਤਿਗੁਰੂ ਕਹਿੰਦੇ ਨਾ ਨਾ, ਰੱਬ ਨੂੰ ਇਹ ਪ੍ਰਵਾਹ ਨਹੀਂ। ਇਹ ਹੈ ਰਾਗ ਵਡਹੰਸ। ਵਡਹੰਸ ਰਾਗ ਦੀ ਸਮਝ ਕਦੋਂ ਆਉਣੀ ਹੈ? ਜਦੋਂ ਅਸੀਂ ਵਡਹੰਸ ਰਾਗ ਦੇ ਵਿੱਚ ਲਿਖੀ ਹੋਈ ਬਾਣੀ ਨੂੰ ਫੀਲ ਕਰਕੇ ਆਪਣੇ ਤੇ ਲਾਇਆ ਕਿ ਮੈਂ ਕਿੱਥੇ ਖੜਾ, ਬਾਣੀ ਮੈਨੂੰ ਕੀ ਕਹਿ ਰਹੀ ਹੈ। ਮੇਰੀ ਜਿਹੜੀ ਮਾਨਸਿਕ ਦਸ਼ਾ ਆ ਉਹ ਕਿੱਥੇ ਖੜੀ ਆ। ਸਤਿਗੁਰੂ ਮੈਨੂੰ ਲਾਡ ਲਡਾ ਰਹੇ, ਮੈਂ ਅੱਗੋਂ ਉਹਨੂੰ ਹੀ ਮਿਹਣੇ ਦੇਈ ਜਾਣਾ, ਤੂੰ ਮੈਨੂੰ ਅੱਜ ਤੱਕ ਕੀ ਦਿੱਤਾ, ਮੈਨੂੰ ਉਹਦਾ ਸ਼ੁਕਰ ਨਹੀਂ ਕਰਨਾ ਮਾਲਕ ਦਾ।
ਇੱਕ ਫਕੀਰ ਹੋਇਆ ਸੂਫੀ ਫਕੀਰ। ਉਹ ਆਪਣੇ ਸ਼ਾਗਿਰਦ ਨੂੰ, ਆਪਣੇ ਜਿਹੜਾ ਉਹਦਾ ਨਾਲ ਰਹਿੰਦਾ ਸੀ ਮੁੰਡਾ, ਉਹਨੂੰ ਪੁੱਛਦਾ, ਕਹਿੰਦਾ ਤੈਨੂੰ ਪਤਾ ਆ ਚੰਦਰਮਾ ਰਾਤ ਨੂੰ ਕਿਉਂ ਚੜ੍ਹਦਾ, ਸੂਰਜ ਸਵੇਰੇ ਕਿਉਂ ਚੜ੍ਹਦਾ? ਕਹਿੰਦਾ ਨਹੀਂ। ਕਹਿੰਦਾ ਤੈਨੂੰ ਪਤਾ ਆ ਕਿ ਪਾਣੀ ਕਿਉਂ ਵਗਦਾ ਹੈ, ਪਾਣੀ ਖੜਿਆ ਕਿਉਂ ਨਹੀਂ, ਵਗਦਾ ਕਿਉਂ ਆ ਪਾਣੀ? ਕਹਿੰਦਾ ਨਹੀਂ ਪਤਾ। ਤੈਨੂੰ ਪਤਾ ਦਰਖਤ ਕਿਉਂ ਆ ਇਸ ਧਰਤੀ ਤੇ? ਕਹਿੰਦਾ ਨਹੀਂ। ਤੈਨੂੰ ਪਤਾ ਪਸ਼ੂ ਪੰਛੀ ਜਿਹੜੇ ਇੱਥੇ ਚਹਿਚਹਾ ਰਹੇ ਨੇ ਕਿਉਂ ਨੇ? ਕਹਿੰਦਾ ਨਹੀਂ। ਤੈਨੂੰ ਪਤਾ ਬਾਰਿਸ਼ ਕਿਉਂ ਹੁੰਦੀ? ਸਾਰੇ ਹੀ ਜਿੰਨੀ ਉਹਨੇ ਕਾਇਨਾਤ ਸੀ ਸਭ ਕੁਝ। ਉਹ ਕਹਿੰਦਾ ਨਹੀਂ। ਉਹ ਕਹਿੰਦਾ ਬੰਦੇ ਵਾਸਤੇ ਆ। ਇੱਕ ਇਨਸਾਨ ਹੀ ਹੈ ਜਿਹਦੇ ਅੰਦਰ ਸਤਿਗੁਰੂ ਨੇ ਇੰਨੀਆਂ, ਅੱਲਾ ਨੇ ਇੰਨੀਆਂ ਫੀਲਿੰਗ ਦਿੱਤੀਆਂ ਨੇ ਕਿ ਉਹ ਇਹ ਸਾਰੀਆਂ ਚੀਜ਼ਾਂ ਦਾ ਆਨੰਦ ਲੈ ਸਕਦਾ। ਸਿਰਫ ਬੰਦੇ 'ਚ ਇੱਕੋ ਹੀ ਘਾਟ ਆ, ਇਹ ਸ਼ੁਕਰ ਨਹੀਂ ਕਰਦਾ। ਇਹ ਇੰਨਾ ਕੁਝ ਹੋਣ ਦੇ ਬਾਵਜੂਦ ਕਦੇ ਸ਼ੁਕਰ ਨਹੀਂ ਕਰਦਾ। ਅਸੀਂ ਸਾਰੇ ਗਰਮੀਆਂ ਦੀਆਂ ਛੁੱਟੀਆਂ ਦੇ ਵਿੱਚ ਪਹਾੜਾਂ ਦੇ ਵਿੱਚ ਘੁੰਮਣ ਜਾਂਦੇ ਹਾਂ। ਕਦੀ ਕਿਸੇ ਪਹਾੜ ਦੀ ਚੋਟੀ ਤੇ ਬਹਿ ਕੇ ਅਸੀਂ ਕੋਸ਼ਿਸ਼ ਕੀਤੀ ਜਿੰਨੇ ਪਹਾੜ ਬਣਾਇਆ 5 ਮਿੰਟ ਉਹਦੇ ਨਾਲ ਗੱਲ ਕਰੀਏ? ਨਹੀਂ ਕਰਦੇ ਅਸੀਂ। ਸੋ ਬੜਾ ਐਲਾਨੀਆਂ ਦੇ ਵਿੱਚ ਸਤਿਗੁਰੂ ਨੇ ਇਹੀ ਕਿਹਾ, ਚਾਹੇ ਮਨੁੱਖ ਚੜ੍ਹਾਈ ਕਰ ਗਿਆ ਤੇ ਘੋੜੀਆਂ, ਹੁਣ ਐਲਾਨੀਆਂ ਹੈਗੀਆਂ, ਆਵੋ ਆਵੋ ਮਿਲ ਹੋ ਸਹੇਲੀ ਹੋ, ਸਚੜਾ ਨਾਮ ਲਏ ਹਾਂ ਜੀ, ਸਚੜਾ ਨਾਮ ਲਏ ਹਾਂ, ਆਵੋ ਮਿਲ ਹੋ ਸਹੇਲੀ ਹੋ। ਇਹ ਐਲਾਨੀਆਂ ਡੁੱਬ ਜਾਣ ਦੀ ਫੀਲਿੰਗ ਹੈ। ਕਰਨੀ ਸਿਫਤੀ ਹੈ ਪਰ ਕਰਨੀ ਡੁੱਬ ਕੇ ਹੈ। ਇੱਕ ਅੱਗੇ ਆ ਗਈਆਂ ਘੋੜੀਆਂ ਜੀ, ਦੇ ਤੇਜਣ ਜੀ ਰਾਮ ਪਾਇਆ ਰਾਮ, ਹਾਂਜੀ ਦੇ ਤੇਜਣ ਜੀ ਰਾਮ ਪਾਇਆ ਰਾਮ, ਧਨ ਮਾਨਸ ਜਨਮ, ਧਨ ਮਾਨਸ ਜਨਮ ਪੁੰਨ ਪਾਇਆ ਰਾਮ, ਦੇ ਤੇਜਣ ਜੀ ਰਾਮ ਉਪਾਇਆ ਰਾਮ, ਆਵੋ ਆਵੋ ਮਿਲ ਹੋ ਸਹੇਲੀ ਹੋ, ਸਚੜਾ ਨਾਮ ਲਏ ਹਾਂ। ਇਹ ਐਲਾਨੀਆਂ ਤੇ ਘੋੜੀਆਂ, ਦੇ ਤੇਜਣ ਜੀ ਰਾਮ ਉਪਾਇਆ ਰਾਮ। ਹੈ ਨਾ ਫਰਕ ਜੀ? ਰਾਗ ਦੋਵੇਂ ਹੀ ਇੱਕੋ ਨੇ, ਪਰ ਜਦੋਂ ਘੋੜੀਆਂ ਆਈਆਂ ਤੇ ਆਪਣੇ ਮਨ 'ਚ ਖੁਸ਼ੀ ਆ ਗਈ ਤਾਂ ਉਸ ਹਿਸਾਬ ਨਾਲ ਕੰਪੋਜੀਸ਼ਨ ਬਣ ਗਈ। ਤੇ ਜਦੋਂ ਡੀਪ ਜਾਣਾ ਆ ਵਡਹੰਸ ਰਾਗ ਦੇ ਵਿੱਚ ਐਲਾਨੀਆਂ ਗਾਉਣੀਆਂ ਤਾਂ ਉਹਨੂੰ ਉਸ ਸਿਚੁਏਸ਼ਨ, ਜੋ ਅੱਖਰ ਲਿਖਿਆ ਹੋਇਆ ਉਸ ਅੱਖਰ ਦੇ ਹਿਸਾਬ ਨਾਲ ਤੁਸੀਂ ਉਹਨੂੰ ਚੇਂਜ ਕਰਨਾ। ਮੈਂ ਫੇਰ ਰਿਪੀਟ ਕਰ ਦੇਣਾ ਕਿਉਂਕਿ ਉਸ ਦਿਨ ਮੈਂ ਉਦਾਹਰਨ ਦਿੱਤੀ ਸੀ ਇਸੇ ਕਰਕੇ ਕਿ ਤੁਹਾਨੂੰ ਸਮਝ ਆ ਜੇ, ਪਰ ਜੋ ਅੱਜ ਮੈਂ ਦੂਸਰੀ ਵਾਰੀ ਰਿਪੀਟ ਕਰਾਂਗਾ ਤੁਹਾਨੂੰ ਬਹੁਤ ਸਮਝ ਆਏਗੀ ਜ਼ਿਆਦਾ। ਕਿ ਆਪਣੇ ਬੱਚੇ ਕੋਲੋਂ ਘਰ ਦੇ ਵਿੱਚ ਪਾਣੀ ਮੰਗਣ ਦੇ ਬਹੁਤ ਤਰੀਕੇ ਆ। ਜਦੋਂ ਤੁਸੀਂ ਆਪਣੇ ਬੱਚੇ ਨੂੰ ਬਹੁਤ ਜ਼ਿਆਦਾ ਲਾਡ ਕਰਦੇ ਆ, ਪਿਆਰ ਕਰਦੇ ਆ, ਤੇ ਅਸੀਂ ਉਹਦਾ ਜੋ ਵੀ ਨਾਮ ਰੱਖਿਆ ਹੁੰਦਾ ਘਰ ਦੇ ਵਿੱਚ ਕਿ ਬੱਚੇ, ਮੇਰਾ ਬੀਬਾ ਬੱਚਾ, ਮੇਰਾ ਸੋਹਣਾ ਪੁੱਤ, ਜਾ ਪੁੱਤ ਇੱਕ ਗਲਾਸ ਪਾਣੀ ਲੈ ਕੇ ਆ। ਹਾਂਜੀ, ਇਹ ਵੀ ਹੈ। ਜਦੋਂ ਅਸੀਂ ਪਿਆਰ ਤੇ ਕਰਦੇ ਆ ਪਰ ਸਾਡੀ ਅੰਦਰ ਦੀ ਭਾਵਨਾ ਹੁੰਦੀ ਆ ਕਿ ਸਾਡਾ ਧਿਆਨ ਕਿਸੇ ਹੋਰ ਬੰਨੇ ਆ, ਤੇ ਅਸੀਂ ਕਹਿੰਦੇ ਆ ਕਿ ਸਾਜਨ ਸਿੰਘ ਬੇਟਾ ਇੱਕ ਗਲਾਸ ਪਾਣੀ ਦਿਓ।
ਇਹਦੇ ਵਿੱਚ ਪਿਆਰ ਵੀ ਆ, ਹੁਕਮ ਵੀ ਆ। ਠੀਕ ਆ, ਹੁਣ ਮੰਗਿਆ ਸੇਮ ਹੀ ਜਾ ਰਿਹਾ ਪਰ ਸਿਚੁਏਸ਼ਨ ਚੇਂਜ ਹੋ ਰਹੀ। ਤੇ ਜਦੋਂ ਅਸੀਂ ਗੁੱਸੇ ਨਾਲ ਕਹਿਣਾ ਓਏ ਸਾਜਨ ਤੈਨੂੰ ਸੁਣਦਾ ਨਹੀਂ, ਮੈਂ ਕਿਹਾ ਪਾਣੀ ਲੈ ਗਿਆ, ਇੰਨਾ ਹੀ ਕੰਮ ਹੈ ਜੀ। ਹੁਣ ਸਿਚੁਏਸ਼ਨ ਸੇਮ ਹੈ, ਅੱਖਰ ਵੀ ਸੇਮ ਹੈ, ਮੰਗਿਆ ਵੀ ਪਾਣੀ ਜਾ ਰਿਹਾ, ਅਰਥ ਵੀ ਸੇਮ ਹੈ, ਪਰ ਤਿੰਨਾਂ ਦੇ ਵਿੱਚ ਫਰਕ ਕਿੱਦਾਂ ਆ ਗਿਆ? ਇੱਥੋਂ ਫਰਕ ਹੈ, ਤੁਹਾਡੀ ਫੀਲਿੰਗ ਨੇ ਫਰਕ ਦਿੱਤਾ। ਤਾਂ ਹੀ ਤੇ ਸਤਿਗੁਰੂ ਕਹਿੰਦੇ ਆ, ਕਹਿੰਦੇ ਨਿੰਦਾ ਭਲੀ ਕਿਸੇ ਕੀ ਨਾਹੀਂ। ਅੱਜ ਸਮਝ ਆਏ ਤੁਹਾਨੂੰ ਪੰਕਤੀ ਦੇ ਅਰਥ ਕਿ ਸਤਿਗੁਰੂ ਨੇ ਕਿਉਂ ਕਿਹਾ ਸੀ ਵੀ ਕਿਸੇ ਦੀ ਵੀ ਨਿੰਦਿਆ ਨਹੀਂ ਕਰਨੀ ਯਾਰ, ਕਰਨੀ ਨਹੀਂ, ਕਿਉਂਕਿ ਨਿੰਦਾ ਭਲੀ ਕਿਸੇ ਕੀ ਨਾਹੀਂ ਮਨ ਮੁਗਧ ਕਰਨ। ਜਿਨ੍ਹਾਂ ਦੀ ਬ੍ਰੇਨ ਦੀ ਸਿਚੁਏਸ਼ਨ ਨਿੰਦਕਾਂ ਵਾਲੀ ਆ, ਸਤਿਗੁਰੂ ਕਹਿੰਦੇ ਉਹ ਨਿੰਦਿਆ ਕਰਦੇ ਹੁੰਦੇ ਆ। ਜਿਹੜਾ ਸਿਆਣਾ ਬੀਬਾ ਬੱਚਾ ਆਪਣੇ ਗੁਰੂ ਦਾ ਬੱਚਾ ਆ, ਆਪਣੇ ਗੁਰੂ ਦਾ ਪੁੱਤ ਆ, ਉਹ ਨਹੀਂ ਨਿੰਦਿਆ ਕਰਦਾ, ਕਿਉਂਕਿ ਉਹਨੂੰ ਪਤਾ ਆ ਇਹਦੀ ਆਦਤ ਆ ਏਦਾਂ ਦੀ, ਮੈਂ ਕੀ ਲੈਣਾ ਇਹਦੇ ਕੋਲ। ਤੋ ਇਸ ਕਰਕੇ ਸਤਿਗੁਰੂ ਕਹਿੰਦੇ ਨਾ ਕਿ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ, ਪ੍ਰਣਵਤ ਨਾਨਕ ਤਾਰੇ ਸੋਏ। ਕਿੰਨਾ ਸੋਹਣਾ ਸ਼ਬਦ ਗਾਇਆ, ਐਸਾ ਗਿਆਨ ਜਪੋ ਮਨ ਮੇਰੇ। ਕਿੱਡਾ ਸੋਹਣਾ ਸ਼ਬਦ ਆ। ਸਤਿਗੁਰੂ ਕਹਿੰਦੇ ਗਿਆਨ ਜਪਣਾ ਆ। ਗਿਆਨ ਜਪਿਆ ਨਹੀਂ ਜਾਂਦਾ ਕਦੇ ਵੀ। ਇਹ ਦੁਨੀਆ ਦੀ ਹਿਸਟਰੀ ਦੇ ਵਿੱਚ ਪਹਿਲੀ ਵਾਰ ਹੋਏਗਾ ਕਿ ਕਿਸੇ ਵੀ ਮਹਾਪੁਰਸ਼ ਨੇ, ਸਤਿਗੁਰੂ ਜੀ ਨੇ, ਗਰੀਬ ਨਵਾਜ ਜੀ ਨੇ ਪਹਿਲੀ ਵਾਰੀ ਕਿਸੇ ਨੂੰ ਕਿਹਾ ਕਿ ਗਿਆਨ ਵੀ ਜਪਣਾ ਆ। ਨਾਮ ਜਪਣਾ ਸੁਣਿਆ, ਠੀਕ ਹੈ ਜੀ, ਬੰਦਗੀ ਕਰਨੀ ਸੁਣੀ ਹੈ, ਪਰ ਗਿਆਨ ਤਾਂ ਹਾਸਲ ਕਰੀਦਾ, ਗਿਆਨ ਜਪੀਦਾ ਥੋੜੋ। ਪਰ ਸਤਿਗੁਰੂ ਕਹਿੰਦੇ ਐਸਾ ਗਿਆਨ ਜਪੋ ਮਨ ਮੇਰੇ ਹੋਵੋ ਚਾਕਰ ਸਾਚੇ ਕੇਰੇ, ਸੱਚੇ ਦੇ ਚਾਕਰ ਬਣਨਾ। ਤੋ ਇਸ ਕਰਕੇ ਜਿਹੜਾ ਵਡਹੰਸ ਹੈ ਇਹਦੇ ਵਿੱਚ ਵੀ ਇਸੇ ਤਰ੍ਹਾਂ ਇਸ ਵਡਹੰਸ ਕੀ ਵਾਰ ਵੀ ਹੈਗੀ ਆ। ਵਡਹੰਸ ਦੇ ਵਿੱਚ ਵਾਰ ਵੀ ਹੈ, ਵਡਹੰਸ ਕੀ ਵਾਰ ਲੱਲਾ ਬਹਿਲੀਮਾ ਕੀ ਧੁਨੀ ਗਾਵਣੀ। ਲੱਲਾ ਬਹਿਲੀਮਾ ਦੀ ਧੁਨੀ ਹੈ, ਜਿਸ ਤਰ੍ਹਾਂ ਆਸਾ ਕੀ ਵਾਰ ਟੁੰਡੇ ਅਸਰਾਜੇ ਕੀ ਧੁਨੀ ਹੈ ਨਾ, ਇਸੇ ਤਰ੍ਹਾਂ ਹੀ ਵਡਹੰਸ ਕੀ ਵਾਰ ਹੈ, ਲੱਲਾ ਬਹਿਲੀਮਾ ਕੀ ਧੁਨੀ ਗਾਵਣੀ। ਉਹਦੇ ਵਿੱਚ ਵੀਰ ਰਸ ਦੇ ਵਿੱਚ ਸਤਿਗੁਰੂ ਨੇ ਸਾਰੀ ਬਾਣੀ ਲਿਖੀ ਹੈ। ਲੋਕ ਜਾਣਿਆ ਵਡਹੰਸ ਹੈ ਤਾਂ ਮੈਂ ਕੀਆ ਸੰਗ, ਉਹ ਇਸੇ ਤਰ੍ਹਾਂ ਜਿਹੜੀ ਬਾਣੀ ਚੱਲਦੀ ਹੈ। ਤੋ ਇਸ ਤਰ੍ਹਾਂ ਜਿਹੜਾ ਵਡਹੰਸ ਰਾਗ ਹੈ ਇਹਨੇ ਤੁਹਾਡੀ ਮਾਨਸਿਕਤਾ ਦੇ ਉੱਤੇ ਕੰਮ ਕਰਨਾ। ਘਰ ਦਾ ਅੱਜ ਤੁਸੀਂ ਸਮਝ ਲਿਆ ਹੋਣਾ ਕਿ ਘਰ ਕੀ ਚੀਜ਼ ਆ। ਘਰ ਉਹੀ ਹੈ ਕਿ ਮੈਂ ਇੱਕ ਹੋਰ ਉਦਾਹਰਨ ਦੇ ਦਿੰਦਾ, ਮੈਨੂੰ ਯਾਦ ਆ ਰਹੀ ਹੈ। ਤੁਸੀਂ ਸਾਰੇ ਜਾਣੇ ਬੈਠੇ ਆਪਣਾ ਡਿਨਰ ਕਰ ਰਹੇ ਹੋ, ਘਰ ਦੇ ਵਿੱਚ ਤੁਸੀਂ ਹੈਗੇ ਹੋ 6 ਜਾਣੇ, ਘਰ ਦੇ ਵਿੱਚ 6 ਜਾਣੇ ਬੈਠੇ ਤੁਸੀਂ ਡਿਨਰ ਕਰ ਰਹੇ ਹੋ, ਟੇਬਲ ਤੇ ਖਾਣਾ ਲੱਗਾ ਹੋਇਆ, ਤੁਸੀਂ ਸਾਰੇ ਆਪਣੀ ਰੋਟੀ ਖਾ ਰਹੇ ਹੋ। ਤਾਂ ਸਾਨੂੰ ਪਤਾ ਹੈ ਕਿ ਘਰ ਦੇ ਅੰਦਰ ਬਿਨਾਂ ਦੱਸਿਆਂ, ਬਿਨਾਂ ਕਾਲ ਕੀਤਿਆਂ, ਬਿਨਾਂ ਹੀ ਕੋਈ ਪਹਿਲਾਂ ਜਾਣਕਾਰੀ ਦਿੱਤਿਆਂ ਘਰ ਦੇ ਵਿੱਚ ਕੌਣ ਆ ਸਕਦਾ, ਜਿਹੜਾ ਸਾਡੇ ਘਰ ਦਾ ਬਹੁਤ ਕਰੀਬੀ ਮੈਂਬਰ ਹੋਏਗਾ, ਸਾਡਾ ਗੁਆਂਢੀ ਹੋਏਗਾ ਜਾਂ ਸਾਡਾ ਰਿਸ਼ਤੇਦਾਰ ਹੋਏਗਾ। ਅਜਨਬੀ ਤੁਹਾਨੂੰ ਫੋਨ ਕਰੇਗਾ ਜਾਂ ਡੋਰ ਬੈਲ ਵਜਾਏਗਾ। ਤੁਸੀਂ ਖਾਣਾ ਖਾ ਰਹੇ ਸੀ ਤੁਹਾਡੀ ਤੇ ਆਪਸ 'ਚ ਗੱਲਬਾਤ ਕਰ ਰਹੇ ਸੀ ਪਰਿਵਾਰਕ, ਇੱਕਦਮ ਦਰਵਾਜ਼ਾ ਖੁੱਲਦਾ ਆ ਤੇ ਭੈਣ ਦਾ ਭਰਾ, ਮੁੰਡੇ ਦਾ ਮਾਮਾ, ਘਰ ਵਾਲੇ ਦਾ ਸਾਲਾ, ਇਹ ਇੱਕਦਮ ਐਂਟਰ ਹੁੰਦਾ ਆ। ਬੰਦਾ ਇੱਕ ਹੀ ਹੈ, ਪਰ ਹੁਣ ਦੇਖੋ ਭੈਣ ਨੇ ਆਪਣੇ ਭਰਾ ਨੂੰ ਕਿਸ ਫੀਲਿੰਗ ਨਾਲ ਮਿਲਣਾ ਕਿ ਮੇਰਾ ਭਰਾ ਆਇਆ। ਉਹਨਾਂ ਦੇ ਪਤੀ ਨੇ ਕਿੱਦਾਂ ਮਿਲਣਾ ਕਿ ਇਹ ਮੇਰਾ ਮਤਲਬ ਸਾਲਾ ਲੱਗਦਾ ਹੈ, ਮੇਰੀ ਵਾਈਫ ਦਾ ਭਰਾ ਆ, ਉਹਨੇ ਉਹਦੇ ਨਾਲ ਉਸ ਹਿਸਾਬ ਨਾਲ ਮਿਲਣਾ। ਮੁੰਡੇ ਬੱਚੇ ਨੇ ਮਿਲਣਾ ਕਿ ਮੇਰਾ ਮਾਮਾ ਆਇਆ। ਬੰਦਾ ਇੱਕ ਆ, ਸਿਚੁਏਸ਼ਨ ਤਿੰਨ ਨੇ, ਤਿੰਨਾਂ ਦੇ ਬ੍ਰੇਨ ਦੀ ਫੀਲਿੰਗ ਚੇਂਜ ਹੋ ਗਈ। ਤੇ ਜਦੋਂ ਟੇਬਲ ਤੇ ਜਿਹੜੀ ਗੱਲਬਾਤ ਚੱਲ ਰਹੀ ਸੀ ਉਹ ਵਿੱਚ ਹੀ ਰਹਿ ਗਈ, ਉਸ ਨੇ ਆਣ ਕੇ ਇੱਕਦਮ ਸਾਰਾ ਮਾਹੌਲ ਚੇਂਜ ਕਰਤਾ। ਸਾਰੇ ਖੁਸ਼ ਹੋ ਗਏ, ਕੋਈ ਆਖੇ ਮਾਮਾ ਜੀ ਆਏ, ਉਹ ਬੀਬੀ ਕਹਿੰਦੀ ਮੇਰਾ ਭਰਾ ਆਇਆ ਤੇ ਮੈਨੂੰ ਦੱਸਿਆ ਕਿ ਉਹਨੇ ਤੂੰ ਕਾਲ ਕਿਉਂ ਨਹੀਂ ਕੀਤੀ, ਉਹ ਕਹਿੰਦਾ ਮੈਂ ਸਰਪ੍ਰਾਈਜ਼ ਦੇਣਾ ਆ। ਕਿੰਨੇ ਖੁਸ਼ ਹੋਏ, ਉਹ ਸਾਲਾ ਆਇਆ, ਉਹਨੇ ਜੱਫੀ ਪਾਈ, ਘਰ 'ਚ ਬਿਠਾਇਆ। ਇਹ ਹੈ ਘਰ।
ਜੇ ਇਹਨੂੰ ਸੌਖੇ ਸਿੱਧੀ ਸਾਦੀ ਭਾਸ਼ਾ ਦੇ ਵਿੱਚ ਸਮਝਣਾ ਤੇ ਇਹਨੂੰ ਕਹਿੰਦੇ ਨੇ ਘਰ। ਜਦੋਂ ਰਾਗ ਚੱਲ ਰਿਹਾ, ਰਾਗ ਚੱਲਦੇ ਦੇ ਵਿੱਚ ਸਤਿਗੁਰੂ ਕਹਿੰਦੇ ਆਸਾ ਮਹੱਲਾ ਪਹਿਲਾ, ਤੇ ਇੱਕਦਮ ਜਦੋਂ ਕਹਿ ਦਿੰਦੇ ਘਰ ਦੂਜਾ, ਤੇ ਜਿਹੜਾ ਵੀ ਘਰ ਦੂਜਾ ਹੈ ਉਹ ਕੌਣ ਆ ਘਰ ਦੂਜਾ? ਇਹ ਸਾਨੂੰ ਸਟੱਡੀ ਤੋਂ ਪਤਾ ਲੱਗਦਾ ਜਦੋਂ ਅਸੀਂ ਅਭਿਆਸ ਕਰਦੇ ਹਾਂ ਰਾਗ ਦਾ, ਕਿ ਘਰ ਦੂਜਾ ਕੌਣ ਹੈ, ਤੀਜੇ ਘਰ ਦੀ ਫੀਲਿੰਗ ਕੀ ਹੈ, ਚੌਥੇ ਦੀ ਕੀ ਹੈ, 17ਵੇਂ ਦੀ ਕੀ ਹੈ, 13ਵੇਂ ਘਰ ਦੀ ਫੀਲਿੰਗ ਕੀ ਹੈ। ਤਾਂ ਉਸ ਵੇਲੇ ਸਾਨੂੰ ਸਮਝ ਆਉਂਦੀ ਕਿ ਹਾਂ ਇਸ ਰਾਗ ਨੂੰ ਇੰਨਾ ਡੁੱਬ ਕੇ ਇਸ ਫੀਲ ਦੇ ਵਿੱਚ ਗਾਉਣਾ। ਉਸ ਦਿਨ ਮੈਂ ਆਪ ਜੀ ਨਾਲ ਜ਼ਿਕਰ ਕੀਤਾ ਸੀ ਨਾ ਕਿ ਬਾਬਾ ਨਾਮਦੇਵ ਜੀ ਦੀ ਆਪਸ ਵਿੱਚ ਗੱਲਬਾਤ ਹੋਈ ਆ ਰੱਬ ਨਾਲ, ਤਾਂ ਉਹ ਗੱਲਬਾਤ ਦੀ ਫੀਲਿੰਗ ਕੀ ਹੋਏਗੀ? ਤੂੰ ਕੌਣ ਰੇ? ਮੈਂ ਜੀ ਨਾਮਾ ਹੋ ਜੀ, ਆਲਾ ਤੇ ਨਿਵਾਰਣਾ ਜਮ ਕਾਰਨ। ਤਾਂ ਇੱਕ ਗੁਰੂ ਅਰਜਨ ਸਾਹਿਬ ਜੀ ਦੀ ਬੰਦਸ਼ ਹੈਗੀ ਆ, ਉਹ ਮੈਂ ਆਪ ਜੀ ਨੂੰ ਸੁਣਾ ਦੇਣਾ। ਰਾਗ ਧਨਾਸਰੀ ਦੇ ਵਿੱਚ ਆ, ਗੁਰੂ ਅਰਜਨ ਸਾਹਿਬ ਜੀ ਨੇ ਉਹ ਬੰਦਸ਼ ਨੂੰ ਕ੍ਰੀਏਟ ਕੀਤਾ ਆ। ਤਾਂ ਸੀਨਾ ਬਸੀਨਾ ਇਸੇ ਤਰ੍ਹਾਂ ਹੀ ਸਾਡੇ ਵਿੱਚੋਂ ਚੱਲਦੀ ਆ ਰਹੀ। ਰਾਗ ਧਨਾਸਰੀ। ਤੇਰਾ ਨਾਮ ਰੂੜੋ ਰੂਪ ਰੂੜੋ, ਅਤ ਰੰਗ ਰੂੜੋ ਮੇਰੋ ਰਾਮਈਆ। ਤੇਰਾ ਨਾਮ ਰੂੜੋ ਰੂਪ ਰੂੜੋ, ਅਤ ਰੰਗ ਰੂੜੋ ਮੇਰੋ ਰਾਮਈਆ। ਤੇਰਾ ਨਾਮ ਮੈਂ ਜਪਦਾ ਆ, ਤੇਰਾ ਨਾਮ ਹੀ ਸਭ ਕੁਝ ਹੈ ਮੇਰੇ ਵਾਸਤੇ। ਤਾਂ ਅੱਗੇ ਉਦਾਹਰਨਾਂ ਦਿੱਤੀਆਂ ਹੋਈਆਂ, ਕਹਿੰਦੇ ਮਾਰਵਾੜ ਜੈਸੇ ਨੀਲ ਬਾਲਹਾ, बेल बालहा कर हला, कोकिल को जैसे अंब बालहा, त्यों मेरे मन रामैया। मारवाड़ जैसे नीर बालहा, बेल बालहा कर हला, कोकिल को जैसे अंब बालहा, त्यों मेरे मन रामैया। त्यों मेरे मन रामैया। तेरा नाम रूड़ो रूप रूड़ो, अत रंग रूड़ो मेरो रामैया। तेरा नाम। ਇਹ ਗੁਰੂ ਅਰਜਨ ਸਾਹਿਬ ਜੀ ਦੀ ਬੰਦਸ਼ ਆ। ਸੋ ਜਦੋਂ ਵੀ ਬਾਣੀ ਪੜ੍ਹੋ, ਜਦੋਂ ਵੀ ਸਹਿਜ ਪਾਠ ਕਰੋ, ਮੈਂ ਆਪਣੀ ਵਾਈਫ ਨੂੰ ਵੀ ਟ੍ਰੇਨਿੰਗ ਦੇ ਰਿਹਾ। ਮੈਂ ਹੁਣ ਕੀ ਕਰਦਾ ਕਿ ਇੱਕ ਲਾਈਨ ਅੱਗੇ ਬੋਲਦਾ ਆ ਤੇ ਇੱਕ ਪੰਕਤੀ ਉਹ ਮੇਰੇ ਪਿੱਛੇ ਬੋਲਦੀ ਆ। ਤਾਂ ਮੈਂ ਉਹਨੂੰ ਕਿਹਾ ਕਿ ਆਪਾਂ ਚਾਹੇ 10 ਪੰਨੇ ਹੀ ਇੱਕ ਦਿਨ ਦੇ ਕਰੀਏ, ਪਰ ਆਪਾਂ ਏਦਾਂ ਸਹਿਜ ਪਾਠ ਕਰਨਾ ਕਿ ਸਾਰੀ ਜ਼ਿੰਦਗੀ ਭੁੱਲੇ ਨਾ। ਉਹਦਾ ਤਰੀਕਾ ਕੀ ਹੈ? ਤੁਸੀਂ 2 ਜਣਿਆਂ ਨੇ ਹਮੇਸ਼ਾ ਬੈਠ ਕੇ ਪਾਠ ਕਰਨਾ, ਹਸਬੈਂਡ ਵਾਈਫ ਹੋਵੇ, ਮਤਲਬ ਉਹਨਾਂ ਦਾ ਬੇਟਾ ਹੋਵੇ ਨਾਲ, ਕੋਈ ਵੀ 2 ਜੋੜੇ ਬਣਾ ਕੇ ਤੇ ਤੁਸੀਂ ਪਾਠ ਕਿੱਦਾਂ ਕਰਨਾ ਆ ਕਿ ਮੈਂ ਕੋਸ਼ਿਸ਼ ਕਰ ਰਿਹਾ ਕਿ ਸਹਿਜ ਪਾਠ ਜਿਹੜਾ ਉਹ ਰਿਕਾਰਡ ਕਰਨ ਲੱਗੇ ਹਾਂ ਅਸੀਂ, ਦਸੰਬਰ ਤੋਂ ਉਹਦੀ ਜਿਹੜੀ ਰਿਕਾਰਡਿੰਗ ਹੈ ਉਹ ਸ਼ੁਰੂ ਹੋ ਜਾਣੀ ਹੈ। ਉਹ ਸਹਿਜ ਪਾਠ ਰਿਕਾਰਡਿੰਗ ਦੀ ਸਿਚੁਏਸ਼ਨ ਕੀ ਹੈ ਕਿ ਜਿਸ ਰਾਗ ਵਿੱਚ ਬਾਣੀ ਲਿਖੀ ਆ ਉਸੇ ਰਾਗ 'ਚ ਹੀ ਪਾਠ ਕਰਨਾ। ਜਿਸ ਤਰ੍ਹਾਂ ਮੰਨ ਲਓ ਹੁਣ ਸ੍ਰੀ ਰਾਗ ਸਾ ਰੇ ਗਾ ਰੇ ਸਾ ਰੇ ਮਾ ਪਾ ਧਾ ਪਾ ਮਾ ਗਾ ਰੇ ਸਾ। ਇਹ ਰਾਗ ਦਾ ਸਰੂਪ ਹੈ, ਸ੍ਰੀ ਰਾਗ ਦਾ। ਤਾਂ ਇਹਨੂੰ ਜਦੋਂ ਪਾਠ ਕਰਨਾ ਹੈ ਉਦੋਂ ਕਿੱਦਾਂ ਕਰਨਾ? ਸ੍ਰੀ ਰਾਗ ਮਹਲਾ ਪਹਿਲਾ, ਘਰ ਪਹਿਲਾ, ਇੱਕ ਓੰਕਾਰ ਸਤਿਗੁਰ ਪ੍ਰਸਾਦ,
मोती ता मंदर उसरै रत्नी ता हो हिजड़ाओ कस्तूर कुंगू अगर चंदन लीप आवे चाओ मत देख भूला विसरै तेरा चित ना आवे नाओ हर बिन जियो जल बल जाओ मैं अपना गुरपूछ देखिया अवर नाही थाओ रहाओ धरती ता हीरे लाल जड़ती पलंग लाल जड़ाओ मोहनी मुखमणि सो है करे रंग पसाओ मत देख भूला विसरै तेरा चित ना आवे ना ਏਦਾਂ ਪਾਠ ਕਰੋ ਤਾਂ ਮੈਂ ਅੱਗੇ ਬੋਲਦਾ ਤਾਂ ਉਹ ਪਿੱਛੇ ਬੋਲਦੇ ਨੇ ਜਿਸ ਤਰ੍ਹਾਂ ਮੰਨ ਲਓ ਮੈਂ ਕਹਿ ਰਿਹਾ ਮੋਤੀ ਤਾਂ ਮੰਦਰ ਉਸਰੈ ਰਤਨੀ ਤਾਂ ਹੋਏ ਜੜਾਓ ਉਹ ਇਸੇ ਸੁਰ ਚ ਪਿੱਛੇ ਬੋਲਣਾ ਕਸਤੂਰ ਕੁੰਗੂ ਅਗਰ ਚੰਦਨ ਲੀ ਪਿਆਵੇ ਚਾਓ ਅੱਗੇ ਮਤ ਦੇਖ ਭੂਲਾ ਵਿਸਰੈ ਤੇਰਾ ਚਿਤ ਨਾ ਆਵੇ ਨਾ ਇਦਾਂ ਜਿਹੜਾ ਸਹਿਜ ਪਾਠ ਆ ਉਹਨੂੰ ਸਾਰਾ ਫਿਰ ਅੱਗੇ ਜਾ ਕੇ ਆਉਣਾ ਰਾਗ ਮਾਝ ਸਾ ਰੇ ਮਾ ਪਾ ਧਾ ਗਾ ਮਾ ਰੇ ਪਾ ਗਾ ਰੇ ਸਾ ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ ਬਿਲਪ ਕਰੇ ਚਾਤ੍ਰਿਕ ਕੀ ਨਿਆਇ ਤ੍ਰਿਖਾ ਨ ਉਤਰੇ ਸਾਤ ਨ ਆਵੇ ਬਿਨ ਦਰਸ਼ਨ ਸੰਤ ਪਿਆਰੇ ਜੀਓ ਹਉ ਕੋਲੀ ਜੀਓ ਕੋਲ ਕੁਮਾਈ ਗੁਰ ਦਰਸ਼ਨ ਸੰਤ ਪਿਆਰੇ ਜੀਓ ਏਦਾਂ ਹੀ ਮਾਝ ਰਾਗ ਚ ਪਾਠ ਕਰਨਾ ਤਾਂ ਇਸੇ ਤਰ੍ਹਾਂ ਹੀ ਇਹ ਉਹਦਾ ਹੁਣ ਤੁਹਾਨੂੰ ਲੱਗਿਆ ਹੋਵੇਗਾ ਵੀ ਜਿਹੜਾ ਬੰਦਾ ਜਾਣਦਾ ਉਹੀ ਕਰ ਸਕਦਾ ਦੂਜਾ ਕਿੱਦਾਂ ਕਰ ਸਕਦਾ ਤੇ ਉਹਦਾ ਇੱਕ ਸਭ ਤੋਂ ਸੌਖਾ ਈਜ਼ੀ ਤਰੀਕਾ ਮੈਂ ਤੁਹਾਨੂੰ ਦੱਸਣ ਲੱਗਾ ਤੇ ਕਿਉਂਕਿ ਜ਼ਿੰਦਗੀ ਦਾ ਕੋਈ ਪਤਾ ਨਹੀਂ ਜ਼ਿੰਦਗੀ ਰਵੇ ਨਾ ਰਵੇ ਤੋ ਇਸ ਕਰਕੇ ਜੋ ਹੈ ਉਹ ਦੱਸ ਦੇਣਾ ਚਾਹੀਦਾ ਕਈ ਤਾਂ ਲੁਕੋ ਲੈਂਦੇ ਆ ਸਾਡੀ ਆਦਤ ਹੈ ਦੱਸ ਦੇਣਾ ਚਾਹੀਦਾ ਤੋ ਜਿਹੜਾ ਪਾਠ ਨੂੰ ਰਾਗ ਚ ਕਰਨ ਦਾ ਤਰੀਕਾ ਉਹ ਇਹ ਆ ਕਿ ਹਰ ਇੱਕ ਰਾਗ ਦਾ ਇੱਕ ਸ਼ਬਦ ਸੁਣੋ ਇੱਕ ਵਾਰੀ 2 ਵਾਰੀ 10 ਵਾਰੀ 20 ਵਾਰੀ 50 ਵਾਰੀ ਉਹਨੂੰ ਸੁਣੀ ਜਾਓ ਉਹਦੀ ਜਿਹੜੀ ਟੋਨ ਹੈਗੀ ਆ ਉਹ ਟੋਨ 100 ਵਾਰੀ ਸੁਣਨ ਤੋਂ ਬਾਅਦ ਉਹ ਟੋਨ ਪੱਕੀ ਤੁਹਾਡੇ ਬ੍ਰੇਨ 'ਚ ਫਿਕਸ ਹੋ ਜਾਏਗੀ ਤੁਸੀਂ ਮੈਂ ਤੁਹਾਨੂੰ ਯਾਦ ਕਰਾ ਦਿੰਦਾ ਤੁਸੀਂ ਸ਼ਬਦ ਸੁਣਿਆ ਹੋਏਗਾ ਨਾ ਬਿਨ ਪਾਗਾਂ ਸਤ ਸੰਗ ਨਾ ਲੱਭੈ ਬਿਨ ਸੰਗਤ ਮੈਲ ਪਰਿਜੈ ਜੀਓ ਉਹ ਤੁਸੀਂ ਹਜ਼ਾਰਾਂ ਵਾਰੀ ਸੁਣਿਆ ਤਾਂ ਮੈਂ ਹੁਣ ਬੋਲਿਆ ਤੇ ਸ਼ਾਇਦ ਤੁਹਾਡੇ ਚੋਂ ਅੱਧੇ ਨਾਲ ਗਾ ਵੀ ਰਹੇ ਹੋਣਗੇ ਤੋ ਬਸ ਇਸੇ ਜੀ ਪਾਠ ਕਰਨਾ ਬਿਨ ਪਾਗਾਂ ਸਤ ਸੰਗ ਨ ਲੱਭੈ ਬਿਨ ਸੰਗਤ ਮੈਲ ਪਰਿਜੈ ਜੀਓ ਇਸ ਤਰ੍ਹਾਂ ਉਹਦੀ ਟੋਨ ਯਾਦ ਹੋ ਜਾਏਗੀ ਤਾਂ ਟੋਨ ਯਾਦ ਹੁੰਦੀ ਉਹ ਸਾਰਾ ਰਾਗ ਜਦੋਂ ਤੁਸੀਂ ਪਾਠ ਕਰੋਗੇ ਤਾਂ ਉਹਦੀ ਟੋਨ ਜਿਹੜੀ ਆ ਉਹ ਸੇਮ ਰਹੇ ਇਸੇ ਤਰ੍ਹਾਂ ਰਾਗ ਗੌੜੀ ਬੈਰਾਗਣ ਆ ਰਾਗ ਗੌੜੀ ਪੂਰਬੀ ਦੀਪਕੀ ਹੈ ਗੌੜੀ ਮਾਲਾ ਹੈ ਗੌੜੀ ਮਾਲਵਾ ਹੈ ਠੀਕ ਹੈ ਜੀ ਗੌੜੀ ਗੁਆਰੇਰੀ ਹੈ ਇਹ ਜਦੋਂ ਤੁਸੀਂ ਰਾਗ ਸੁਣਨੇ ਸ਼ੁਰੂ ਕਰੋਗੇ ਤਾਂ ਇੱਕ ਰਾਗ ਨੂੰ ਮਾਝ ਰਾਗ ਨੂੰ 100 ਵਾਰੀ ਸੁਣੋ ਜਦੋਂ ਤੁਸੀਂ 100 ਵਾਰੀ ਸੁਣਿਆ ਉਹਦੀ ਟੋਨ ਤੁਹਾਡੇ ਦਿਮਾਗ 'ਚ ਬੈਠ ਗਈ ਤੁਹਾਨੂੰ ਪਾਠ ਕਰਨਾ ਆ ਜਾਣਾ ਬੇਸਿਕਲੀ ਵੈਸੇ ਮੈਂ ਤਾਂ ਸੌਖਾ ਲੱਗਾ ਕਰਨ ਕੰਮ ਕਿ ਜਿਹੜੇ ਨਹੀਂ ਕਰ ਸਕਦੇ ਜਿਨ੍ਹਾਂ ਨੂੰ ਬਹੁਤ ਟਾਈਮ ਲੱਗਣਾ ਤਾਂ ਉਹ ਵੀ ਇਸ ਚੀਜ਼ ਦਾ ਆਨੰਦ ਲੈ ਸਕਣ ਅਸੀਂ 2 ਮਹੀਨਿਆਂ ਦੇ ਵਿੱਚ ਜਿਹੜਾ ਸਹਿਜ ਪਾਠ ਹੈਗਾ 2 ਜਾਂ 3 ਮਹੀਨੇ ਲੱਗ ਜਾਣ ਉਹਨੂੰ ਸਟੂਡੀਓ ਦੇ ਵਿੱਚ ਬੈਠ ਕੇ ਪ੍ਰੋਪਰ ਉਹਨੂੰ ਇੱਕ ਪ੍ਰੋਪਰ ਵੌਇਸ ਪ੍ਰੋਪਰ ਬੈਕਗਰਾਉਂਡ ਮਿਊਜ਼ਿਕ ਐਂਡ ਜਿੱਥੇ ਜਿੱਥੇ ਜਿਹੜੀ ਚੀਜ਼ ਦਾ ਨਾਮ ਆਇਆ ਉਹਦਾ ਸਾਊਂਡ ਪਾ ਕੇ ਸਾਰਾ ਇੱਕ ਬਹੁਤ ਵਧੀਆ ਪ੍ਰੋਜੈਕਟ ਜਿਹੜਾ ਹੈਗਾ ਉਹ ਅਸੀਂ ਤਕਰੀਬਨ ਵੈਸੇ ਸਾਡੇ
90 ਤੋਂ 95 ਅੰਗ ਦਾ ਜਿਹੜਾ ਪਾਠ ਆ ਉਹ ਅਸੀਂ ਰਿਕਾਰਡ ਕਰਾ ਚੁੱਕੇ ਹਾਂ। ਤਾਂ ਬਾਕੀ ਆ ਦਿਨ ਜਿਹੜੇ ਸੀ ਉਹ ਬਿਜ਼ੀ ਹੋਣ ਕਰਕੇ ਮੈਂ ਟਾਈਮ ਜਿਹੜਾ ਸੀ ਉਹ ਨਹੀਂ ਲੱਗ ਪਾਇਆ। ਤੋ ਇਸ ਤਰ੍ਹਾਂ ਜਿਹੜਾ ਹੈਗਾ ਉਹ ਪਾਠ ਕਰਨਾ, ਫਿਰ ਉਹਨੂੰ ਸਮਝਣਾ, ਫਿਰ ਉਹਦੀਆਂ ਜਿਹੜੀਆਂ ਫੀਲਿੰਗਸ ਨੇ ਉਹ ਤੁਹਾਡੇ ਅੰਦਰ ਜਾਣੀਆਂ ਸ਼ੁਰੂ ਹੋਣਗੀਆਂ। ਫਿਰ ਤੁਹਾਨੂੰ ਕੀਰਤਨ ਸੁਣਨਾ, ਕੀਰਤਨ ਦੇ ਰਾਹੀਂ ਗੁਰੂ ਦਾ ਉਪਦੇਸ਼ ਸੁਣਨਾ, ਉਹਦੀ ਸਮਝ ਆਉਣੀ ਸ਼ੁਰੂ ਹੋ ਜਾਏਗੀ। ਫਿਰ ਜਦੋਂ ਵੀ ਕਿਸੇ ਸਿਚੁਏਸ਼ਨ 'ਚ ਹੋਵੋਗੇ ਤੁਹਾਨੂੰ ਉਸ ਸਿਚੁਏਸ਼ਨ ਦਾ ਜਿਹੜਾ ਸ਼ਬਦ ਹੈ ਉਹ ਯਾਦ ਆ ਜਾਏਗਾ। ਸੋ ਆਓ ਆਪਾਂ ਅਖੀਰ ਤੇ ਸਮਾਪਤੀ ਹੈ ਤੇ ਆਪਾਂ ਵੀਰ ਜੀ ਉਹਨਾਂ ਨੇ ਬੇਨਤੀ ਕੀਤੀ ਸੀ ਕਿ ਔਦ ਘਟੈ ਦਿਨ ਸਰੈਨ ਆਰੇ ਮਨ ਗੁਰ ਮਿਲ ਕਾਜ ਸਵਾਰੇ। ਸਭ ਤੋਂ ਪਹਿਲਾਂ ਇਹਦੇ ਥਾਟ ਨਾਲ ਜੁੜੋ। ਸਭ ਤੋਂ ਪਹਿਲਾਂ ਵੇਖੋ ਗੁਰੂ ਕਹਿੰਦਾ ਕੀ ਹੈ। ਕਹਿੰਦੇ ਔਦ, ਕਿਸੇ ਕੋਲੋਂ ਅਰਥ ਪੁੱਛਣ ਦੀ ਲੋੜ ਨਹੀਂ ਹੁੰਦੀ। ਔਦ ਕੀ ਹੁੰਦਾ? ਉਮਰ। ਘਟੈ ਕੀ ਹੁੰਦਾ? ਘਟਣਾ। ਦਿਨਸ ਕੀ ਹੁੰਦਾ? ਦਿਨ। ਰੈਣਾਰੇ ਕੀ ਹੁੰਦਾ? ਰਾਤ। ਉਹਦੇ ਅਰਥ ਕਰਨ ਦੀ ਲੋੜ ਹੀ ਨਹੀਂ। ਤੇਰੀ ਉਮਰ ਦਿਨ ਤੇ ਰਾਤ ਘਟਦੀ ਜਾ ਰਹੀ ਹੈ। ਮਨ, ਮਨ ਕੀ ਹੁੰਦਾ? ਜਿਹੜਾ ਮੇਰੇ ਕੋਲ ਮਨ ਹੈਗਾ। ਗੁਰ, ਜਿਹੜਾ ਤੇਰਾ ਗੁਰੂ ਹੈ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ। ਮਨ, ਗੁਰ, ਮਿਲ। ਮਿਲ ਦਾ ਮਤਲਬ ਮੀਟਿੰਗ ਕਰਨੀ, ਮਿਲ ਦਾ ਮਤਲਬ ਉਹਨੂੰ ਜਾ ਕੇ ਮਿਲਣਾ। ਕਾਜ ਦਾ ਮਤਲਬ ਹੁੰਦਾ ਕੰਮ, ਸਵਾਰੇ ਸਿੱਧੇ ਕਰ ਲੈਣੇ, ਸਹੀ ਕਰ ਲੈਣੇ। ਤੂੰ ਗੁਰੂ ਨੂੰ ਮਿਲ ਕੇ ਆਪਣੇ ਕੰਮ ਸਵਾਰ ਲਾ, ਕਿਉਂਕਿ ਤੇਰੀ ਦਿਨੋਂ ਦਿਨ ਤੇ ਰਾਤ ਤੇਰੀ ਉਮਰ ਘਟਦੀ ਜਾ ਰਹੀ। ਹੁਣ ਜਦੋਂ ਤੁਸੀਂ ਇਹਨੂੰ ਗਾਓਗੇ ਤਾਂ ਹੁਣ ਤੁਹਾਡਾ ਕੰਪੋਜੀਸ਼ਨ ਵੱਲ ਧਿਆਨ ਨਹੀਂ ਜਾਣਾ। ਚਾਹੇ ਤੁਸੀਂ ਸੁਰ 'ਚ ਗਾ ਰਹੇ, ਚਾਹੇ ਤੁਸੀਂ ਬੇਸੁਰੇ ਗਾ ਰਹੇ, ਚਾਹੇ ਤੁਹਾਨੂੰ ਆਉਂਦਾ ਕੁਝ, ਚਾਹੇ ਨਹੀਂ ਆਉਂਦਾ, ਇਸ ਚੀਜ਼ ਨਾਲ ਕੋਈ ਮਤਲਬ ਨਹੀਂ ਰਹਿਣਾ ਜਦੋਂ ਤੁਹਾਡਾ ਧਿਆਨ ਉਸ ਸ਼ਬਦ ਦੇ ਅਰਥ ਵਿੱਚ ਚਲਾ ਗਿਆ। ਕੋਈ ਚੰਗਾ ਗਾ ਰਿਹਾ, ਕੋਈ ਮਾੜਾ। ਇਹ ਹੈ ਗੌੜੀ ਮਹੱਲਾ ਪੰਜਵਾਂ ਦਾ ਸ਼ਬਦ। ਜਿਹੜਾ ਗੌੜੀ ਪੂਰਬੀ ਮਹੱਲਾ ਪੰਜਵਾਂ ਵਾ ਉਹਦੀ ਕੰਪੋਜੀਸ਼ਨ ਏਦਾਂ ਨਹੀਂ ਬਣੇਗੀ, ਕਿਉਂਕਿ ਗੌੜੀ ਪੂਰਬੀ ਮਹੱਲਾ ਪੰਜਵਾਂ ਅਲੱਗ ਰਾਗ ਆ ਤੇ ਗੌੜੀ ਪੂਰਬੀ ਅਲੱਗ ਤੇ ਗੌੜੀ ਇਕੱਲਾ ਅਲੱਗ ਰਾਗ ਆ। ਇਹ ਜਿਹੜਾ ਰਾਗ, ਇਹ ਜਿਹੜਾ ਸ਼ਬਦ ਅਸੀਂ ਗਾਉਂਦੇ ਆ, ਜਿਹੜੀ ਕੰਪੋਜੀਸ਼ਨ, ਇਹ ਹੈ ਗੌੜੀ ਮਹੱਲਾ ਪੰਜਵਾਂ। ਇਹਦੇ ਵਿੱਚ ਸਤਿਗੁਰੂ ਨੇ 4 ਤਰ੍ਹਾਂ ਦੀਆਂ ਭਿੰਨਤਾਵਾਂ ਰੱਖੀਆਂ ਹੋਈਆਂ। ਜਿਸ ਤਰ੍ਹਾਂ ਸੋਦਰ ਦੇ 3 ਸ਼ਬਦ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ, ਠੀਕ ਹੈ ਜੀ। ਜਿਸ ਤਰ੍ਹਾਂ ਸੁਣ ਵੱਡਾ ਆਖੇ ਸਭ ਕੋਏ ਤੇ ਸੁਣ ਵੱਡਾ ਆਖੇ ਸਭ ਕੋਈ, ਇਸ ਤਰ੍ਹਾਂ ਅੰਤਰ ਨੇ। ਜਿਸ ਤਰ੍ਹਾਂ 2 ਸ਼ਲੋਕ ਨੇ, ਪੌਣ ਗੁਰੂ ਪਾਣੀ ਪਿਤਾ ਤੇ ਪਵਨ ਗੁਰੂ ਪਾਣੀ ਪਿਤਾ। ਇਸੇ ਤਰ੍ਹਾਂ ਹੀ ਇਹ 2 ਸ਼ਬਦ ਨੇ ਗੁਰੂ ਗ੍ਰੰਥ ਸਾਹਿਬ ਵਿੱਚ। ਔਦ ਘਟੈ ਦਿਨ ਸਰੈਨਾਰੇ ਮਨ ਗੁਰ ਮਿਲ ਕਾਜ ਸਵਾਰੇ ਰਹਾਓ। ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ। ਇਹ ਗੌੜੀ ਮਹੱਲਾ ਪੰਜਵਾਂ। ਪਰ ਜਿਹੜਾ ਗੌੜੀ ਪੂਰਬੀ ਮਹੱਲਾ ਪੰਜਵਾਂ ਉਹ ਸ਼ੁਰੂ ਹੁੰਦਾ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ। ਈਹਾ ਖਾੜ ਚਲੋ ਹਰ ਲਾਹਾ ਅੱਗੇ ਬਸਨ ਸੁਹੇਲਾ। ਔਦ ਘਟੈ ਦਿਨ ਸਰੈਨਾਰੇ ਮਨ ਗੁਰ ਮਿਲ ਕਾਜ ਸਵਾਰੇ ਰਹਾਓ। ਇਹ ਸੰਸਾਰ ਵਿਕਾਰ ਸੰਸੇ ਮੈਂ, ਜਿਹੜਾ ਸੰਸੇ ਆ, ਸੱਸੇ ਉੱਪਰ ਟਿੱਪੀ ਸੱਸੇ ਨੂੰ ਤੇ ਲਾਵਾਂ, ਸੰਸੇ ਮੈਂ। ਇਹ ਹੈ ਗੌੜੀ ਪੂਰਬੀ ਮਹੱਲਾ ਪੰਜਵਾਂ। ਜਿਹੜਾ ਹੈ ਗੌੜੀ ਮਹੱਲਾ ਪੰਜਵਾਂ ਉਹ 'ਚ ਹੈ ਇਹ ਸੰਸਾਰ ਵਿਕਾਰ ਸਹਸੇ ਮੈਂ, ਸੱਸਾ ਹਾਹਾ ਸੱਸੇ ਦੇ ਉੱਤੇ ਲਾਵਾਂ। ਤਰਿਓ ਬ੍ਰਹਮ ਗਿਆਨੀ ਜਿਸੈ ਜਗਾਏ ਪੀਆਵੇ ਇਹ ਰਸ। ਜਿਸੈ ਜਗਾਏ ਪੀਆਵੇ ਪਿਆਏ ਇਹ ਰਸ। ਇਹ ਹੈ ਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ, ਸੋਹਿਲਾ ਸਾਹਿਬ ਵਾਲਾ। ਇਹਦੇ 'ਚ ਕੀ ਆਉਂਦਾ? ਜਿਸੈ ਜਗਾਏ ਪਿਆਏ ਹਰ ਰਸ। ਚੇਂਜ ਆ ਗਿਆ ਨਾ ਜੀ। ਦੇਖੋ ਇੱਕ ਚੀਜ਼ ਹੋਰ ਸਮਝੋ ਕਿੰਨੀ ਪਿਆਰੀ ਹੈ। ਜਿੱਥੇ ਸ਼ਬਦ ਦੇ ਅੰਦਰ ਲਫ਼ਜ਼ ਵੀ ਚੇਂਜ ਹੋਇਆ ਤੇ ਸਤਿਗੁਰੂ ਨੇ ਸਿਰਲੇਖ ਚੇਂਜ ਕਰਦਾ। ਇੱਥੇ ਆਇਆ ਜਿਸੈ ਜਗਾਏ ਪਿਆਏ ਹਰ ਰਸ, ਇਹਦਾ ਸਿਰਲੇਖ ਹੈ ਗੌੜੀ ਮਹੱਲਾ ਪੰਜਵਾਂ। ਜਿੱਥੇ ਆਇਆ ਜਿਸੈ ਜਗਾਏ ਪਿਆਏ ਇਹ ਰਸ, ਉੱਥੇ ਆਇਆ ਗੌੜੀ ਪੂਰਬੀ ਮਹੱਲਾ ਪੰਜਵਾਂ। ਇੱਕ ਚੀਜ਼ ਹੋਰ ਸਮਝੋ, ਜਦੋਂ ਆਇਆ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ, ਉਹਦੇ ਉੱਪਰ ਸਿਰਲੇਖ ਕੀ ਆ? ਜਪਜੀ ਸਾਹਿਬ, ਜਪ। ਉਹਦਾ ਸਿਰਲੇਖ ਹੈਗਾ ਜਪ। ਜਦੋਂ ਆਇਆ ਗੌੜੀ ਰਾਗ ਦੇ ਵਿੱਚ ਗੌੜੀ ਸੁਖਮਨੀ ਮਹੱਲਾ ਪੰਜਵਾਂ, ਤੇ ਇਹਦਾ ਸਿਰਲੇਖ ਕੀ ਸੀ? ਗੌੜੀ ਸੁਖਮਨੀ ਮਹੱਲਾ ਪੰਜਵਾਂ।
ਤਾਂ ਸਤਿਗੁਰੂ ਨੇ ਭੱਬੇ ਨੂੰ ਬਿਹਾਰੀ ਦੀ ਜਗ੍ਹਾ ਭੱਬੇ ਨੂੰ ਸਿਹਾਰੀ ਕਰਨੀ ਪਈ। ਸਤਿਗੁਰੂ ਨੂੰ ਖੁਦ, ਜਦ ਕਿ ਗਰੀਬ ਨਵਾਜ ਆਪ ਬਾਣੀ ਲਿਖ ਰਹੇ ਆ, ਆਪ ਉਹਨਾਂ ਦੀ ਕ੍ਰੀਏਸ਼ਨ ਹੈਗੀ ਆ, ਸਭ ਕੁਝ ਆਪ ਕਰਨ ਯੋਗ ਨੇ, ਫਿਰ ਵੀ ਜਦੋਂ ਸਿਰਲੇਖ ਚੇਂਜ ਹੋਇਆ ਤਾਂ ਸਤਿਗੁਰੂ ਨੇ ਭੱਬੇ ਨੂੰ ਬਿਹਾਰੀ ਦੀ ਜਗ੍ਹਾ ਸਿਹਾਰੀ ਕੀਤੀ, ਕਿਉਂਕਿ ਸਿਰਲੇਖ ਹੈ ਰਾਗ ਗੌੜੀ ਸੁਖਮਨੀ ਮਹੱਲਾ ਪੰਜਵਾਂ। ਆ ਸ਼ਲੋਕ ਆਦ ਸੱਚ ਜੁਗਾਦ ਸੱਚ ਹੈ, ਭੇ ਸੱਚ ਨਾਨਕ ਹੋਸੀ ਭੇ ਸੱਚ। ਜਦੋਂ ਜਪਜੀ ਸਾਹਿਬ ਚ ਆਇਆ ਸ਼ਲੋਕ, ਉਦੋਂ ਆਇਆ ਸ਼ਲੋਕ ਪਵਨ, ਪੱਪਾ ਵਾਵਾ ਨਾਣੇ ਨੂੰ ਓਂਕਾਰ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ। ਜਦੋਂ ਇਹ ਰਾਗ ਮਾਝ ਵਿੱਚ ਆਇਆ, ਗੁਰੂ ਅੰਗਦ ਸਾਹਿਬ ਨੇ ਸਿਰਲੇਖ ਦਰਜ ਕੀਤਾ, ਤਾਂ ਉਹਦਾ ਸਿਰਲੇਖ ਸੀ ਰਾਗ ਮਾਝ ਕੀ ਵਾਰ ਮਲਕ ਮਰੀਤ ਤਥਾ ਚੰਦਰਹੜਾ ਸੋਹੀਆ ਕੀ ਧੁਨੀ। ਸ਼ਲੋਕ ਮਹੱਲਾ ਦੂਜਾ। ਪੌਣ ਗੁਰੂ ਪਾਣੀ ਪਿਤਾ। ਜਪਜੀ ਸਾਹਿਬ ਚ ਆਇਆ ਪਵਨ ਗੁਰੂ ਪਾਣੀ ਪਿਤਾ, ਇੱਥੇ ਆਇਆ ਪੌਣ ਗੁਰੂ ਪਾਣੀ ਪਿਤਾ। ਜਪਜੀ ਸਾਹਿਬ ਚ ਆਇਆ ਦਿਵਸ ਰਾਤ ਦੋਏ ਦਾਈ ਦਾ ਆ, ਮਾਝ ਰਾਗ ਚ ਆਇਆ ਦਿਨਸ ਰਾਤ ਦੋਏ ਦਾਈ ਦਾ। ਜਪਜੀ ਸਾਹਿਬ ਚ ਆਇਆ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ, ਰਾਗ ਮਾਝ ਚ ਆਇਆ ਨਾਨਕ ਤੇ ਮੁਖ ਉਜਲੇ ਹੋਰ ਕੀਤੀ ਛੁੱਟੀ ਨਾਲ। ਤੋਂ ਬੜਾ ਧਿਆਨ ਰੱਖਣਾ ਜੀ ਕਿ ਸਿਰਲੇਖ ਦੀ ਬਹੁਤ ਵੱਡੀ ਇੰਪੋਰਟੈਂਸ ਹੈ। ਰਾਗ ਕਿਉਂ ਸਤਿਗੁਰੂ ਨੇ ਸਿਰਲੇਖ ਵਾਰ-ਵਾਰ ਕਿਹਾ ਸਿੱਖਾ, ਵਾਰ-ਵਾਰ ਕਿਉਂ ਸਿਰਲੇਖ ਲਿਖੇ? ਇਸੇ ਕਰਕੇ ਕਿ ਤੂੰ ਧਿਆਨ ਰੱਖੀ ਕਿ ਥੱਲੇ ਕੁਝ ਚੇਂਜ ਆ ਰਿਹਾ। 3 ਵਾਰ ਸੋਦਰ ਦਾ ਸ਼ਬਦ ਆਇਆ। ਪਹਿਲਾਂ ਜਪਜੀ ਸਾਹਿਬ ਜੀ ਸੋਦਰ ਕਿਹਾ ਸੋ ਕਰ ਕਿਹਾ ਜਿਤ ਬੈ ਸਰਬ ਸਮਾਧੀ। ਫਿਰ ਆਇਆ ਰਹਿਰਾ ਸਾਹਿਬ ਦੇ ਵਿੱਚ ਸੋਦਰ ਤੇਰਾ ਕਿਹਾ ਸੋ ਕਰ ਕਿਹਾ ਜਿਤ ਬੈ ਸਰਬ ਸਮਾਧੀ। ਫਿਰ ਆਇਆ ਰਾਗ ਆਸਾ ਮਹੱਲਾ ਪਹਿਲਾ, ਘਰ ਪਹਿਲਾ ਸੋਦਰ ਤੇਰਾ ਕਿਹਾ ਸੋ ਕਰ ਗਿਆ। ਕਿਉਂ ਆਇਆ 3 ਵਾਰੀ? ਇੱਕ ਸ਼ਬਦ ਇੱਕ ਵਾਰੀ ਵੀ ਲਿਖਿਆ ਜਾ ਸਕਦਾ ਸੀ। ਸੋ ਇਹ ਰਮਜ਼ਾਂ ਨੇ ਜਿਹੜੀਆਂ ਸਾਨੂੰ ਸਮਝਣੀਆਂ ਪੈਣੀਆਂ। ਤੋ ਗੌੜੀ ਮਹੱਲਾ ਪੰਜਵਾਂ, ਇਹ ਗੌੜੀ ਮਹੱਲਾ ਪੰਜਵਾਂ ਦਾ ਸ਼ਬਦ ਹੈ। ਇਹਦਾ ਰਹਾਉ ਸਭ ਤੋਂ ਉੱਪਰ ਹੈ। ਔਦ ਕਟੈ ਦਿਨ ਸਰੈ ਨਾਰੇ, ਮਨ ਗੁਰ ਮਿਲ ਕਾ ਸੁਆਰੇ। ਸੋ ਆਓ ਉਹ ਆਪਾਂ ਗਾ ਕੇ ਉਸ ਤੋਂ ਬਾਅਦ ਸਮਾਪਤੀ ਕਰੀਏ। ਗੌੜੀ ਮਹਲਾ ਪੰਜਵਾ। ਔਦ ਕਟੈ ਦਿਨ ਸਰੈ ਨਾਰੇ, ਮਨ ਗੁਰ ਮਿਲ ਕਾਜ ਸਵਾਰੇ। ਔਦ ਕਟੈ ਦਿਨ ਸਰੈ ਨਾਰੇ, ਮਨ ਗੁਰ ਮਿਲ ਕਾਜ ਸਵਾਰੇ। ਮਨ ਗੁਰ ਮਿਲ ਕਾਜ ਸਵਾਰੇ, ਮਨ ਗੁਰ ਮਿਲ ਕਾਜ ਸਵਾਰੇ। ਇਹੋ ਸੰਸਾਰ ਬੇਕਾਰ ਸਹਸੇ ਮੈਂ, ਤਦਿਓ ਬ੍ਰਹਮ ਗਿਆਨੀ। ਜਿਸੈ ਜਗਾਏ ਪਿਆਏ ਹਰ ਰਸ, ਅਕਥ ਕਥਾ ਤਿਨ ਜਾਨੀ। ਅਕਥ ਕਥਾ ਤਿਨ ਜਾਨੀ। ਅਕਥ ਕਥਾ ਤਿਨ ਜਾਨੀ। ਔਦ ਕਟੈ ਦਿਨ ਸਰੈ ਨਾਰੇ, ਮਨ ਗੁਰ ਮਿਲ ਕਾਜ ਸਵਾਰੇ।
ਮਨ ਗੁਰ ਮਿਲ ਕਾਜ ਸਵਾਰੇ, ਮਨ ਗੁਰ ਮਿਲ ਕਾਜ ਸਵਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਵੀਰ ਜੀ, ਗੁਰਿੰਦਰ ਜੀ। ਹਾਂਜੀ ਹਾਂਜੀ, ਹਾਂਜੀ ਪਲੀਜ਼। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂ, ਬਹੁਤ ਬਹੁਤ ਧੰਨਵਾਦ ਵੀਰ ਨਵਜੋਤ ਸਿੰਘ ਜੀ ਹੁਣਾਂ ਦਾ। ਸ਼ਬਦ ਨਹੀਂ ਹਨ ਵੀ ਕਿੰਨੀ ਗੁਰੂ ਦੀ ਕਿਰਪਾ ਅਸੀਂ ਸਾਰੇ ਹੀ ਮਹਿਸੂਸ ਕਰ ਰਹੇ ਸੀਗੇ। ਮੈਂ ਖਿਆਲ ਕਰ ਰਿਹਾ ਸੀਗਾ ਵੀ ਇੱਥੇ ਆ ਕੇ ਸਾਡੀਆਂ ਸਾਰੀਆਂ ਗ੍ਰਾਮਰ ਇੱਕ ਪਾਸੇ ਰਹਿ ਜਾਂਦੀ ਹੈ, ਸਾਡੀ ਸਾਰੀ ਫਿਲਾਸਫੀ ਇੱਕ ਪਾਸੇ ਰਹਿ ਜਾਂਦੀਆਂ ਹਨ। ਰਾਗ ਦਾ ਅਰਥ ਹੈ, ਵੀਰ ਜੀ ਮੈਨੂੰ ਗਾਈਡ ਕਰਨਗੇ, ਪ੍ਰੇਮ। ਰਾਗ ਦਾ ਆਪਣਾ ਅਰਥ ਪ੍ਰੇਮ ਹੀ ਹੈ। ਤੇ ਜਦੋਂ ਉਸ ਅਨੁਰਾਗ ਵਿੱਚ, ਰਾਗ ਵਿੱਚ ਆ ਕੇ ਜਿੱਦਾਂ ਵੀਰ ਜੀ ਨਾਲ ਡੀਪ ਜਾ ਕੇ ਸਾਡੇ ਨਾਲ ਸਾਂਝ ਪਾ ਰਹੇ ਸੀਗੇ, ਤੇ ਸ਼ਬਦ ਉਹੀ ਸਨ। ਜਦੋਂ ਮੈਂ ਦੇਖ ਰਿਹਾ ਸੀਗਾ ਕਿ ਜਦੋਂ ਵੀਰ ਜੀ ਅਲਾਣੀਆਂ ਦੇ ਸ਼ਬਦ ਪੜ੍ਹ ਰਹੇ ਸੀ, ਸਾਰਿਆਂ ਦੇ ਹਾਵ ਭਾਵ ਹੋਰ ਸੀਗੇ। ਜਦੋਂ ਇੱਕਦਮ ਵੀਰ ਜੀ ਨੇ ਘੋੜੀਆਂ ਪੜ੍ਹਨੀਆਂ ਸ਼ੁਰੂ ਕੀਤੀਆਂ, ਸਾਰਿਆਂ ਦੇ ਇੰਸਪੀਰੇਸ਼ਨ ਫੇਸ ਦੇ ਬਦਲ ਗਏ, ਇੱਕਦਮ ਚੇਂਜ ਹੋ ਗਏ। ਸੋ ਮਤਲਬ ਰਾਗ ਉਹੀ ਸੀਗਾ, ਲੇਕਿਨ ਉਹਨੂੰ ਗਾਉਣ ਦੇ ਤਰੀਕੇ ਦੇ ਨਾਲ, ਜਿਸ ਤਰ੍ਹਾਂ ਵੀਰ ਜੀ ਹੁਣਾਂ ਨੇ ਪੜ੍ਹਿਆ, ਜਿੱਦਾਂ ਘਰ ਬਦਲ ਗਿਆ ਸਮਝ ਲਓ, ਤੇ ਇੱਕ ਮਾਹੌਲ ਬਦਲ ਗਿਆ। ਤੇ ਇਹ ਸੌਖੇ ਤਰੀਕੇ ਦੇ ਨਾਲ ਵੀਰ ਜੀ ਹੁਣਾਂ ਨੇ ਸਾਡੇ ਨਾਲ ਸਾਂਝ ਪਾਈ ਹੈ। ਤੇ ਬਹੁਤ ਬਹੁਤ ਧੰਨਵਾਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਨ੍ਹਾਂ ਦੀ ਕਿਰਪਾ ਦੇ ਨਾਲ, ਬਖਸ਼ਿਸ਼ ਕੀਤੇ ਸੰਜੋਗਾਂ ਨਾਲ ਤੁਹਾਡੇ ਨਾਲ ਸੰਗ ਬਣਿਆ ਵਾ। ਤੇ ਅਗਲੀਆਂ ਵੀ ਜਿਹੜੀਆਂ ਕਲਾਸਾਂ ਹਨ, ਮੈਂ ਵੀਰ ਜੀ ਨੂੰ ਹੀ ਕਿਹਾ ਸੀਗਾ ਵੀ ਤੁਸੀਂ ਹੀ ਸਾਨੂੰ ਗਾਈਡ ਕਰਨਾ ਵੀ ਜਿਹੜੀ ਆਹ ਜਾਣਕਾਰੀ ਹੈ, ਸਿਰਲੇਖ ਬਦਲਣਾ ਔਰ ਬਾਰ-ਬਾਰ ਸਿਰਲੇਖ ਦਾ ਸਰੂਪ ਬਦਲਣਾ, ਔਰ ਉਹਦੇ ਵਿੱਚ ਕੀ ਮਹਾਨਤਾ ਹੈ। ਜਿੱਦਾਂ ਤੁਸੀਂ ਕਿਹਾ ਵੀ ਇੱਕੋ ਸ਼ਬਦ ਨੂੰ ਉਹੀ ਜੋਤ ਗੁਰੂ ਨਾਨਕ ਦੀ ਹੋਰ ਸ਼ਬਦ ਵਰਤ ਕੇ ਲਿਖ ਰਹੀ ਹੈ, ਉਹੀ ਪੰਜਵੀਂ ਥਾਂ ਤੇ ਆ ਕੇ ਉਸੇ ਸਰੂਪ ਨੂੰ ਉਹਦੇ ਵਿੱਚ ਲਾਂ ਦੀ ਥਾਂ ਧਿਆਰੀ ਥਾਂ ਬਿਹਾਰੀ ਪਾ ਦਿੰਦੇ ਨੇ। ਮਤਲਬ ਗੁਰੂ ਸਾਹਿਬ ਦੇ ਵੀ ਕੁਛ ਇੱਕ, ਕਿਉਂਕਿ ਉਹ ਸਤਿਗੁਰ ਅਗਾਧ ਪੁਰਖ ਹੈਗੇ ਨੇ, ਉਹਨਾਂ ਦੀ ਇੱਕ ਇੱਕ ਸ਼ਬਦ ਵਿੱਚ ਸਾਡਾ ਜੀਵਨ ਵਸਿਆ ਹੋਇਆ ਵਾ। ਤੇ ਕਿੰਨੀ ਕਮਾਲ ਦੀ ਗੱਲ ਹੈ ਵੀ ਇੱਕ ਵਜ਼ਨ ਰਾਗ ਦਾ ਇੰਨਾ ਖਿਆਲ ਰੱਖ ਕੇ, ਇੰਨਾ ਮਹਾਨ ਹਰ ਇੱਕ ਚੀਜ਼ ਪੱਖੋਂ ਸੰਪੂਰਨਤਾ ਕਰਕੇ ਉਹ ਗੁਰਬਾਣੀ ਦਾ ਖਜ਼ਾਨਾ, ਜਿਸ ਹੋ ਸਕਦਾ ਹੈ ਅਸੀਂ ਇਸ ਪੱਖ ਤੋਂ ਹਜੇ ਨਾ, ਇਸ ਗੁਰਬਾਣੀ, ਇਸ ਐਂਗਲ ਤੋਂ ਨਹੀਂ ਅਸੀਂ ਗੁਰਬਾਣੀ ਨੂੰ ਅਸੀਂ ਵੇਖ ਪਾਏ ਹਾਂ, ਜਿਸ ਐਂਗਲ ਤੋਂ ਤੁਸੀਂ ਸਾਨੂੰ ਗੁਰੂ ਸਾਹਿਬ ਦੇ ਉਸ ਬਾਣੀ ਦੇ ਦੀਦਾਰ ਕਰਵਾ ਰਹੇ ਹੋ। ਤੇ ਬਸ ਆਪਾਂ ਬਹੁਤ ਧੰਨਵਾਦ ਹੀ ਕਰਦੇ ਹਾਂ ਗੁਰੂ ਸਾਹਿਬ ਦਾ ਕਿ ਤੁਹਾਡੇ ਵਰਗੇ ਵੀਰ ਸਾਡੇ ਨਾਲ ਜੁੜਿਆ। ਤੇ ਬਾਕੀ ਹੋਰ ਵੀ ਸੰਗਤ ਜੇ ਕੋਈ ਆਪਣਾ ਸਾਂਝ ਕਰਨਾ ਚਾਹੁੰਦੀ ਹੈ ਤੇ ਖਿਆਲ ਜ਼ਰੂਰ ਕਰੇ। ਅਗਲੀਆਂ ਕਲਾਸਾਂ ਸਾਡੀਆਂ ਹਜੇ। ਗੁਰਿੰਦਰ ਜੀ, ਮੈਂ ਇੱਕ ਥੋੜਾ ਜਿਹਾ ਐਡ ਕਰਨਾ ਚਾਹ ਰਿਹਾ ਸੀ ਕਿ ਮਤਲਬ ਅੱਜ ਇੰਨਾ ਇਮੋਸ਼ਨ ਔਰ ਮੈਂਟਲ, ਦੇਖੋ ਇਹ ਦੋਨੋਂ ਚੀਜ਼ਾਂ ਜਿਹੜੀਆਂ ਕਿ ਅਸੀਂ ਕਈ ਵਾਰੀ ਗੁਰਦੁਆਰੇ ਵਿੱਚ ਕਾਫੀ ਵਾਰੀ ਬੈਠਦੇ ਹਾਂ, ਫਿਜ਼ੀਕਲੀ ਅਸੀਂ ਬੈਠੇ ਹੁੰਦੇ ਹਾਂ, ਮੈਂਟਲੀ ਅਸੀਂ ਕਿਤੇ ਹੋਰ ਹੁੰਦੇ ਹਾਂ। ਤੇ ਇਹ ਰਾਗ ਜਿਹੜਾ ਹੈਗਾ, ਔਰ ਜੋ ਮੈਂ ਕਹਾਂਗਾ ਨਵਜੋਤ ਜੀ ਨੇ ਜੋ ਇਹ ਸ਼ਬਦ ਸੁਣਾਇਆ ਨਾ, ਅਖੀਰਲਾ ਜਿਹੜਾ ਸਾਡਾ ਸੋਹਿਲਾ ਸਾਹਿਬ ਵਾਲਾ, ਉਹ ਘਟੇ ਦਿਨਸ ਰਹਿਣਾ ਰੇ ਮਨ ਗੁਰ ਮਿਲ ਕਾਜ ਸਵਾਰੇ। ਮਤਲਬ ਪਹਿਲੇ ਸ਼ਬਦ ਨੂੰ ਸਮਝਣਾ ਤੇ ਫਿਰ ਉਹਦੇ ਵਿੱਚ ਆਟੋਮੈਟਿਕਲੀ ਤੁਹਾਡਾ ਇਮੋਸ਼ਨ ਆ ਜਾਂਦੇ ਹੈਗੇ। ਉਹ ਇਮੋਸ਼ਨ ਤੋਂ ਤੁਹਾਡਾ ਮੈਂਟਲ ਸਟੇਟਸ ਆਫ ਮਾਈਂਡ ਉਹਨੂੰ ਉਸੇ ਵਿਰਾਗ ਦੇ ਵਿੱਚ, ਉਸੇ ਇਮੋਸ਼ਨ ਦੇ ਵਿੱਚ ਫਿਰ ਗਾਉਂਦਾ ਹੈ। ਤੇ ਉਹ ਫਿਰ ਜਿਸ ਤਰ੍ਹਾਂ ਕਹਿੰਦੇ ਨੇ ਫਿਰ ਮੈਂ ਡੂ ਨਾਟ ਨੋ ਕਿ ਇਹ ਜਿਹੜਾ ਸ਼ਬਦ ਹੈਗਾ ਤੇ ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਦਪ, ਤੂੰ ਮੇਰਾ ਭਰਾਤਾ। ਹੁਣ ਇਹਨੂੰ ਮੈਂ ਤੁਹਾਡੇ ਨਾਲ ਵਿਚਾਰ ਕਰਾਂ ਨਵਜੋਤ ਜੀ, ਇਹ ਹੁਣ ਮੈਂ ਜਿਸ ਵੇਲੇ ਆਪਣੇ ਪਿਓ ਪ੍ਰੇਮੀ ਨਾਲ ਗੱਲ ਕਰਾਂ ਕਿ ਕਿਸ ਤਰ੍ਹਾਂ ਮਤਲਬ ਗਾਣ ਦਾ ਤਰੀਕਾ, ਜਿਸ ਦੇ ਵਿੱਚ ਮੇਰੇ ਅੰਦਰ ਦੇ ਇਮੋਸ਼ਨ ਆ ਜਾਣ ਔਰ ਮੇਰੇ ਅਥਰੂ ਨਿਕਲ ਜਾਣ, ਤੇ ਮੈਂ ਉਹਦੇ ਨਾਲ ਬੈਗ ਕਰਾਂ, ਮਤਲਬ ਮੰਗੋ
ਢੀਠ ਮੰਗੋ ਦਾਨ, ਢੀਠ ਹੋਏ ਮੰਗੋ। ਜੀ ਇਹ ਮਤਲਬ ਜਿਹੜੇ ਜਿਹੜੇ ਤੁਸੀਂ ਇਮੋਸ਼ਨ ਪਾਏ ਨਾ ਸਰ, ਉਹ ਫਿਰ ਆਦਮੀ ਵਿਰਾਗ ਮੇ ਜਿਸਲੇ ਬਾਣੀ ਨੂੰ ਗਾਉਂਦਾ ਹੈ। ਜੋ ਤੁਸੀਂ ਇਹ ਅਦਭੁਤ ਨਜ਼ਾਰਾ ਅੱਜ ਦਿਖਾਇਆ ਨਾ ਸਰ, ਰੋਂਗਟੇ ਖੜੇ ਹੋ ਜਾਂਦੇ ਹਨ। ਔਰ ਜੋ ਵਾਹਿਗੁਰੂ ਮਿਹਰ ਕਰੇ ਤੁਹਾਨੂੰ, ਵਾਹਿਗੁਰੂ ਬਹੁਤ ਆਸ਼ੀਰਵਾਦ ਦੇ ਕਿ ਇਹ ਜਿਹੜਾ ਤੁਸੀਂ 3 ਮਹੀਨੇ ਦੀ ਜਿਹੜੀ ਅੱਗੇ ਜਰਨੀ ਲੈ ਕੇ ਰਿਕਾਰਡ ਕਰ ਰਹੇ ਹੋ ਔਰ ਬਾਣੀ ਨੂੰ ਇਸ ਤਰੀਕੇ ਨਾਲ ਗਾ ਰਹੇ ਹੋ, ਆਈ ਥਿੰਕ ਉਹ ਇੱਕ ਅਦਭੁਤ ਨਜ਼ਾਰਾ ਹੋਏਗਾ ਔਰ ਇੱਕ ਅਦਭੁਤ ਅਧਿਐਨ ਹੋਏਗਾ ਬਾਣੀ ਪੜ੍ਹਨ ਦਾ। ਬਹੁਤ ਬਹੁਤ ਧੰਨਵਾਦ ਤੁਹਾਡਾ ਨਵਜੋਤ ਜੀ। ਮਤਲਬ ਅੱਜ ਮਤਲਬ ਸੱਚਖੰਡ ਵਸੈ ਨਿਰੰਕਾਰ, ਕਰ ਕਰ ਵੇਖੇ ਨਦਰ ਨਿਹਾਲ, ਤਿੱਥੈ ਖੰਡ ਮੰਡਲ ਬ੍ਰਹਮੰਡ। ਉਹ ਬ੍ਰਹਮੰਡ ਜਿਹੜੇ ਹੈਗੇ ਉਹ ਇੱਕ ਇੱਕ ਸ਼ਬਦ ਨੂੰ ਜਿਸਲੇ ਆਦਮੀ ਰਾਗ ਦੇ ਨਾਲ ਤੋਲੇ ਨਾ, ਤੇ ਫਿਰ ਉਹ ਮਤਲਬ ਕਿ ਤੂੰ ਸੁਲਤਾਨ ਕਹਾਂ ਓ ਮੀਆਂ ਤੇਰੀ ਕੌਣ ਵਡਾਈ, ਉਹ ਆਨੰਦ ਵਿੱਚ ਸੀ ਜੋ ਸਾਨੂੰ, ਮੈਂ ਕਹਿੰਦਾ ਅੱਜ ਦਾ ਖਜ਼ਾਨਾ ਵਾਕਈ ਇੱਕ ਅਦਭੁਤ ਖਜ਼ਾਨਾ ਸੀ, ਜਿਹੜਾ ਕਿ ਅਸੀਂ ਕਦੀ ਨਾ ਸਮਝਿਆ ਨਾ ਸੋਚਿਆ ਨਾ ਸਾਨੂੰ ਸੋਝੀ ਪਈ। ਹਾਂ, ਇੱਕ ਤੋਤੇ ਰਟਣ ਵਾਂਗਨ ਅਸੀਂ ਕਹਿੰਦੇ ਸੀ ਕਿ ਭਾਈ ਇੱਕ ਸ਼ਿਕਾਰੀ ਆਏਗਾ, ਜਾਲਾ ਪਾਏਗਾ ਔਰ ਤੈਨੂੰ ਕੇ ਲੈ ਜਾਏਗਾ। ਅਸੀਂ ਉਹਨੂੰ ਗਾਉਂਦੇ ਰਹੇ, ਸ਼ਿਕਾਰੀ ਆਇਆ, ਜਾਲਾ ਪਾਇਆ, ਸਾਨੂੰ ਫੜ ਕੇ ਲੈ ਗਿਆ ਔਰ ਸਾਨੂੰ ਪਤਾ ਨਹੀਂ ਲੱਗਾ। ਤੇ ਲੇਕਿਨ ਜੇ ਮੈਂ ਸਮਝਾਂਗਾ ਕਿ ਉਹ ਸ਼ਿਕਾਰੀ ਕਿੱਥੇ ਹੈ, ਉਹ ਜਾਲਾ ਕਿੱਥੇ ਹੈ, ਤੇ ਮੈਂ ਕਿਸ ਤਰ੍ਹਾਂ ਉਹ ਤੋਂ ਬਚਣਾ ਹੈ, ਤੇ ਫਿਰ ਤਾਂ ਹੀ ਮੇਰਾ ਇਹ ਜਿਹੜਾ ਤੁਸੀਂ ਕਿਹਾ ਨਾ ਸਭ ਤੋਂ ਪਹਿਲੀ ਸ਼ਬਦ ਜਿਹੜਾ ਗਾਇਆ ਕਿਹਾ ਕਿ ਇਹ ਜਿਹੜੇ 5 ਵਾਇਸਿਸ ਹੈਗੇ ਉਹਨਾਂ ਨੂੰ ਕਿਸ ਤਰ੍ਹਾਂ ਕੱਢਣਾ ਹੈ, ਵਾਕਈ ਮੈਂ ਕਹਿਣਾ ਇੱਕ ਨਜ਼ਾਰਾ ਬਣ ਦਿੱਤਾ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਮਿਹਰ ਕਰੇ ਤੁਸੀਂ ਸਾਡੇ ਨਾਲ ਇਹ ਖਜ਼ਾਨੇ ਵਿੱਚੋਂ ਕੁਝ ਡੁਬਕੀਆਂ ਸਾਡੇ ਨਾਲ ਜ਼ਰੂਰ ਸਾਂਝ ਕਰੋ। ਔਰ ਅਸੀਂ ਵਾਹਿਗੁਰੂ ਤੇ ਮੇਰੇ ਹਿਰਦੇ ਵਸੋ ਗੋਪਾਲ, ਮੇਰੀ ਪਟੀਆ ਲਿਖ ਦਿਓ ਸ਼੍ਰੀ ਗੋਪਾਲ। ਉਹ ਪਟੀਆ ਖੁੱਲ ਜਾਏ ਤੇ ਗੁਰੂ ਗੋਪਾਲ ਦੇ ਦਰਸ਼ਨ ਹੋ ਜਾਣ ਤੇ ਅਸੀਂ ਉਸ ਨੂੰ ਇਸ ਤਰ੍ਹਾਂ ਗਾ ਸਕੀਏ। ਵਾਕਈ ਬਹੁਤ ਹੀ ਆਨੰਦ ਆਇਆ। ਮੈਂ ਹੋਰ ਸੰਤਾਂ ਨੂੰ ਬੇਨਤੀ ਕਰਾਂਗਾ, ਪਲੀਜ਼ ਆਓ ਔਰ ਆਪਣੇ ਆਪਣੇ ਮਨ ਦੇ ਬੁਲਬੁਲੇ ਕੱਢੀਏ ਸਾਰੇ, ਪਲੀਜ਼ ਕਮ ਫਾਰਵਰਡ। ਆਪਾਂ ਇਹ ਸੇਧ ਲਈਏ ਵੀ ਜਦੋਂ ਵੀ ਆਪਾਂ ਸਹੀ ਪਾਠ ਕਰੀਏ, ਬਾਣੀ ਨੂੰ ਪੜ੍ਹੀਏ, ਤੇ ਸਾਡੇ ਅੰਦਰ ਇਹ ਫੀਲਿੰਗਸ ਜਿਹੜੀਆਂ ਨੇ ਉਹਨਾਂ ਦਾ ਅਸੀਂ ਖਿਆਲ ਰੱਖੀਏ, ਕਿਉਂਕਿ ਸਤਿਗੁਰੂ ਨੇ ਉਸੇ ਫੀਲਿੰਗ ਚ ਕਿਤੇ ਚੜ੍ਹਦੀ ਕਲਾ ਵਾਲੀ ਗੱਲ, ਕਿਤੇ ਚਾਹ ਦੀ ਗੱਲ, ਜਦੋਂ ਮੇਲ ਹੋ ਗਿਆ, ਜਦੋਂ ਹੁਣ ਜਿੱਦਾਂ ਵੀਰ ਜੀ ਨੇ ਸ਼ਬਦ ਪੜ੍ਹਿਆ ਸੀ ਕਿ ਜਦੋਂ ਅਸੀਂ ਵੀ ਪੜ੍ਹਦੇ ਹਾਂ, ਜਿਹੜਾ ਸ਼ਬਦ ਹਜ਼ਾਰੇ ਦੇ ਸਟਾਰਟਿੰਗ ਵਿੱਚ ਹੀ ਆਉਂਦਾ ਵਾ, ਮੇਰਾ ਮਨ ਲੋਚੈ ਗੁਰਦਰਸ਼ਨ ਤਾਈਂ, ਉੱਥੇ ਇੱਕ ਤਾਂਘ ਹੈਗੀ ਹੈ। ਜਦੋਂ ਦੀਦਾਰ ਹੋ ਜਾਂਦੇ ਨੇ ਫਿਰ ਉੱਥੇ ਬੰਦੇ ਕਿ ਭਾਗ ਹੋਆ ਗੁਰਸੰਤ ਮਿਲਾਇਆ, ਪ੍ਰਭ ਅਵਿਨਾਸ਼ੀ ਘਰ ਮੈਂ ਪਾਇਆ। ਸੋ ਇਹ ਇੱਕੋ ਸ਼ਬਦ ਵਿੱਚ ਹੈਗੇ ਨੇ, ਤੇ ਆਪਾਂ ਬਾਣੀ ਪੜ੍ਹਦੇ ਹਾਂ ਇੰਨੇ ਪਿਆਰ ਦਾ, ਫੀਲਿੰਗਸ ਦਾ ਖਿਆਲ ਰੱਖ ਕੇ ਸਮਝੀਏਗਾ ਵੀ ਇਹ ਬਾਣੀ ਨੂੰ, ਜੋ ਕਿ ਆਪਣੇ ਆਪ ਵਿੱਚ ਇੱਕ ਪ੍ਰੇਮ ਦਾ ਸਾਗਰ ਹੈ, ਉਹਦੇ ਵਿੱਚ ਡੁੱਬੀਏ। ਤੇ ਅਗਲੀਆਂ ਕਲਾਸਾਂ ਵੀਰ ਜੀ ਨਵਜੋਤ ਜੀ ਸਾਡੇ ਨਾਲ ਜੁੜੇ ਰਹਿਣਗੇ ਜੀ। ਇੱਕ ਮਿੰਟ ਸਰ, ਇੱਕ ਮਿੰਟ ਨਵਜੋਤ ਜੀ ਨਾਲ ਇਹ ਗੱਲ ਕਰਨੀ, ਜਦੋਂ ਸ਼ਬਦਜ਼ਾਰੀ ਦੀ ਗੱਲ ਜਿਹੜੀ ਕੀਤੀ ਹੈਗੀ ਹੈ ਉਹਦੇ ਥੋੜਾ ਜਿਹਾ ਮੈਂ ਸਮਝਣ ਦੀ ਕੋਸ਼ਿਸ਼ ਕਰਾਂਗਾ ਕਿ ਜਿਸ ਵੇਲੇ ਗੁਰੂ ਅਰਜਨ ਦੇਵ ਜੀ ਪਹਿਲਾਂ ਚਿੱਠੀ ਪਾਉਂਦੇ ਹਨ ਕਿ ਇੱਕ ਘੜੀ ਨਾ ਮਿਲਤੇ ਔਰ ਭਾਗ ਹੋਆ, ਇਹ ਦੋਨਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ, ਕਿਆ ਇੱਥੇ ਕੋਈ ਚੀਜ਼ ਬਦਲਦੀ ਹੈ ਜਾਂ ਇਮੋਸ਼ਨ ਕਿਸ ਤਰ੍ਹਾਂ ਆਉਂਦੇ ਹਨ? ਉਹ ਮਤਲਬ ਇੱਕ ਵਾਰੀ ਮੈਂ ਬੇਨਤੀ ਕਰ ਰਿਹਾ ਪਹਿਲੇ ਕਿ ਪ੍ਰਭੂ ਦੇ ਨਾਲ ਕਿ ਇੱਕ ਘੜੀ ਨਾ ਮਿਲਤੇ ਤਾਂ ਕਲ ਜੁਗ ਹੋਦਾ, ਤੇ ਫਿਰ ਜਿਸ ਵੇਲੇ ਗੁਰੂ ਮਿਲ ਜਾਂਦੇ ਹਨ ਤੇ ਫਿਰ ਉਹ ਕਹਿੰਦੇ ਭਾਗ ਹੋਆ ਗੁਰ ਸੰਤ ਮਿਲਾਇਆ। ਇਹਦੇ ਵਿੱਚ ਕਿਸ ਤਰ੍ਹਾਂ ਐਕਸਪ੍ਰੈਸ਼ਨ, ਮਤਲਬ ਥੋੜੇ ਗਿਆਨ ਪਾਓ ਵਿਜੀ। ਇਹਦਾ ਇੱਕ ਪ੍ਰੋਪਰ ਹੈਗਾ ਕਿ ਜਿਸ ਤਰ੍ਹਾਂ ਹੁਣ ਜਿਹੜਾ ਰਾਗ ਹੈ ਨਾ ਜੀ, ਉਹਦੇ ਵਿੱਚ ਹੁਣ ਜਿਹੜੀ ਤੁਸੀਂ ਗੱਲ ਕੀਤੀ ਹੈ, ਇਹਦੇ ਵਿੱਚ ਸਭ ਤੋਂ ਮੇਨ ਇੰਪੋਰਟੈਂਸ ਜਿਹੜੀ ਤਾਲ, ਬੀਟ, ਉਹਦਾ ਕੀ ਰੋਲ ਆ? ਠੀਕ ਹੈ ਜੀ। ਹੁਣ ਬੀਟ ਦਾ ਕੀ ਰੋਲ ਆ ਕਿ ਜਿਹੜੀ ਬੀਟ ਆ ਉਹਨੇ ਵੀ ਤੁਹਾਡੀ ਜੋ ਤੁਸੀਂ ਗਾ ਰਹੇ ਆ ਉਹਨੂੰ ਇੰਨਾ ਜ਼ਿਆਦਾ ਵਜਨ ਦੇਣਾ, ਇੰਨਾ ਵੇਟ ਦੇਣਾ ਆ ਕਿ ਤੁਸੀਂ ਇੱਕਦਮ ਤੁਹਾਨੂੰ ਪਤਾ ਲੱਗ ਜਾਣਾ ਕਿ ਸਿਚੁਏਸ਼ਨ ਚੇਂਜ ਹੋ ਗਈ ਹੈ। ਇਹ ਬੀਟ ਦਾ ਕਮਾਲ ਹੁੰਦਾ ਹੈ। ਮੈਂ ਉਦਾਹਰਨ ਵਜੋਂ ਦੱਸ ਦਿੰਦਾ ਕਿ ਮੰਨ ਲਓ ਗੁਰਵਿੰਦਰ ਸਿੰਘ ਜੀ ਹੋਣੀ ਆ, ਜਾਂ ਤੁਸੀਂ ਚਰਨਜੀਤ ਸਿੰਘ ਜੀ ਆਪ ਜੀ, ਤੁਸੀਂ ਕਿਸੇ ਨੂੰ ਬਹੁਤ ਦਿਲ ਤੋਂ ਪਿਆਰ ਕਰਦੇ ਆ ਤੇ ਤੁਹਾਨੂੰ ਥੋੜਾ ਹਲਕਾ ਜਿਹਾ ਮਹਿਸੂਸ ਹੁੰਦਾ ਕਿ ਮੈਨੂੰ ਇੰਨੀ ਕੁ ਤਰੀਕ ਨੂੰ ਉਹਨੇ ਮੇਰੇ ਕੋਲ ਆਉਣਾ ਹੈ,
ਤਾਂ ਜਦੋਂ ਤਰੀਕ ਨੇੜੇ ਆਉਣੀ ਹੈ ਨਾ, ਤਾਂ ਤੁਸੀਂ ਆਪਣੇ ਘਰ ਦੇ ਅੰਦਰ ਬੜੇ ਦੱਬੇ ਦੱਬੇ ਪੈਰੀਂ ਟਹਿਲਣਾ ਸ਼ੁਰੂ ਕਰ ਦੇਣਾ ਕਿ ਅੱਜ ਉਹ ਤਰੀਕ ਹੈ ਜਦੋਂ ਉਹਨੇ ਮੈਨੂੰ ਮਿਲਣ ਆਉਣਾ। ਤੁਸੀਂ ਸੋਚ ਕੇ ਦੇਖੋ ਕਿ ਤੁਹਾਡੇ ਘਰ ਦੀ ਬੈਲ ਵੱਜਦੀ ਹੈ ਤੇ ਤੁਹਾਨੂੰ ਬੰਦਾ ਆਵਾਜ਼ ਦਿੰਦਾ ਆ, ਤੇ ਤੁਹਾਡੀ ਹੈਰਾਨੀ ਦੀ ਹੱਦ ਨਹੀਂ ਰਹਿੰਦੀ ਜਦੋਂ ਜਿਸ ਬੰਦੇ ਨੂੰ ਤੁਸੀਂ ਮਿਲਣਾ ਚਾਹੁੰਦੇ ਹੋ ਉਹੀ ਬੰਦਾ ਗੇਟ ਤੇ ਖੜਾ, ਤੇ ਤੁਹਾਡੇ ਪੈਰਾਂ ਦੀ ਸਪੀਡ ਵਧੇਗੀ ਕਿ ਘਟੇਗੀ? ਵਧੇਗੀ। ਹਾਂਜੀ, ਬਿਲकुल ਤਾਂ ठीक, बिल्कुल बिल्कुल ਇਹ बढ़ेगी। ਸਿਚੁਏਸ਼ਨ ਭਾਈ ਗੁਰਦਾਸ ਜੀ ਨੇ ਜ਼ਾਹਰ ਕੀਤੀ ਹੈ। ਉਹ ਕਹਿੰਦੇ ਦੂਰੋਂ ਦੇਖ ਡੰਡੌਤ ਕਰ, ਛੱਡ ਸਿੰਘਾਸਨ ਹਰਜੀ ਆਏ। ਹਨਾ ਜੀ। ਤੋ ਇਸ ਕਰਕੇ ਇਹ ਹੁਣ ਜਿਹੜਾ ਤੁਸੀਂ ਸਵਾਲ ਕੀਤਾ, ਇਸੇ ਸਿਚੁਏਸ਼ਨ ਦੇ ਵਿੱਚ ਇਹਨੂੰ ਗਾਉਣਾ ਆ ਜਦੋਂ ਤੁਸੀਂ ਪਹਿਲੀਆਂ 3 ਪੌੜੀਆਂ ਗਾ ਰਹੇ ਆ, ਠੀਕ ਹੈ ਜੀ। ਤੋ ਉਸ ਵੇਲੇ ਤੁਸੀਂ ਇਹ ਫੀਲ ਕਰ ਰਹੇ ਕੋਈ ਆ ਰਿਹਾ, ਕੋਈ ਆ ਰਿਹਾ, ਠੀਕ ਹੈ ਜੀ, ਕੋਈ ਆ ਰਿਹਾ। ਤੋ ਇਹ ਕਿੱਦਾਂ ਆ ਜੀ? ਹਾਂ ਕੋਲੀ ਜੀਓ ਕੋਲ ਕੁਮਾਈ, ਹਾਂ ਕੋਲੀ ਜੀਓ ਕੋਲ ਕੁਮਾਈ, ਗੁਰਸਰ ਦਰਸ਼ਨ ਸੰਤ ਪਿਆਰੇ ਜੀਓ। ਠੀਕ ਹੈ ਜੀ। ਹੁਣ ਮੈਂ ਏਦਾਂ ਗਾ ਰਿਹਾ, ਤਾਂ ਆ ਰਿਹਾ ਇੱਕ ਕੜੀ ਨਾ ਮਿਲਤੇ ਤਾਂ ਕਲ ਜੁਗ ਹੋਤਾ, ਹੁਣ ਕਦ ਮਿਲੀਐ ਪ੍ਰੇਮ ਤੁਧ ਭਗਵੰਤਾ। ਠੀਕ ਹੈ ਜੀ। ਵਾਪਸ ਤੁਸੀਂ ਆਏ ਉਸੇ ਸਿਚੁਏਸ਼ਨ ਦੇ ਵਿੱਚ, ਹਾਂ ਕੋਲੀ ਜੀਓ। ਹੁਣ ਤੁਸੀਂ ਏਦਾਂ ਗਾ ਰਹੇ, ਹੁਣ ਇੱਕਦਮ ਕੀ ਹੋਇਆ? ਭਾਗ ਹੋਆ, ਭਾਗ ਹੋਆ ਗੁਰ ਸੰਤ ਮਿਲਾਇਆ, ਪ੍ਰਭ ਅਬਿਨਾਸੀ ਘਰ ਮੈਂ ਪਾਇਆ। ਭਾਗ ਹੋਆ ਗੁਰ ਸੰਤ ਮਿਲਾਇਆ, ਪ੍ਰਭ ਅਬਿਨਾਸੀ ਘਰ ਮੈਂ ਪਾਇਆ। ਠੀਕ ਹੈ ਜੀ। ਤਾਂ ਇਹ ਦੇਖੋ ਸਪੀਡ ਨੇ, ਜਿਹੜਾ ਸਪੀਡ ਇੱਕਦਮ ਖੁਸ਼ੀ ਉਹ ਜ਼ਾਹਰ ਕਰ ਦਿੱਤੀ। ਤਾਂ ਤੁਸੀਂ ਉਹ ਸਿਚੁਏਸ਼ਨ 'ਚ ਪਹੁੰਚ ਕੇ ਇੱਕਦਮ, ਪਹਿਲਾਂ ਤੁਸੀਂ ਫੀਲ ਨਾ ਗਾ ਰਹੇ ਕੋਈ ਸ਼ਾਇਦ ਆਏਗਾ, ਪਰ ਜਦੋਂ ਇੱਕਦਮ ਆ ਗਿਆ, ਇਹ ਹੈ ਤਾਲ ਦਾ ਕਮਾਲ। ਇੱਥੇ ਪਤਾ ਲੱਗਦਾ ਗੁਰੂ ਅੰਗਦ ਸਾਹਿਬ ਜੀ ਦੇ ਵੇਲੇ ਜਿਹੜੀ ਜੋੜੀ ਬਣੀ ਹੈ, ਉਹ ਜੋੜੀ ਜਦੋਂ ਸੋਚ ਕੇ ਦੇਖੋ, ਰਬਾਬੀ ਜਦੋਂ ਜੋੜੀ ਵਜਾਉਂਦੇ ਸੀ ਪੂਰਾ ਦਰਬਾਰ ਸਾਹਿਬ ਗੂੰਜਦਾ ਸੀ ਉਸ ਵੇਲੇ ਜੋੜੀ ਨਾਲ। ਤੇ ਉਹ ਇਹੀ ਹੈ, ਉਹ ਗੁੰਜਾਰਾ ਹੀ ਹੈ ਬਸ। ਤਾਂ ਜਦੋਂ ਜੋੜੀ ਵਾਲੇ ਨੇ ਧਾਮਾਂ ਦੇ ਉੱਤੇ ਜ਼ੋਰ ਨਾਲ ਹੱਥ ਮਾਰ ਕੇ ਸ਼ੁਰੂ ਕਰ ਦਿੱਤਾ ਕਿ ਭਾਗ ਹੋਆ ਗੁਰ ਸੰਤ ਮਿਲਾਇਆ, ਮੈਨੂੰ ਰੱਬ ਮਿਲ ਗਿਆ ਜੇ, ਤੇ ਜੋੜੀ ਨੇ ਨੱਚ ਉੱਠਣਾ ਆ। ਤੇ ਜਦੋਂ ਸਾਹਮਣੇ ਸੰਗਤ ਬੈਠੀ, ਸੋਚ ਕੇ ਵੇਖੋ ਉਹਦਾ ਹਾਲ ਕੀ ਹੋਣਾ। ਠੀਕ ਹੈ ਜੀ। ਕਿੱਥੇ ਤੁਸੀਂ ਗਾ ਰਹੇ, ਹਾਂ ਕੋਲੀ ਜੀਓ ਹਾਂ ਕੋਲੀ ਜੀਓ ਬਾਵਾ। ਭਾਗ ਹੋਆ ਗੁਰ ਸੰਤ ਮਿਲਾਇਆ, ਭਾਗ ਹੋਆ ਗੁਰ ਸੰਤ ਮਿਲਾਇਆ, ਪ੍ਰਭ ਅਬਿਨਾਸੀ ਘਰ ਮੈਂ ਪਾਇਆ, ਪ੍ਰਭ ਅਬਿਨਾਸੀ ਘਰ ਮੈਂ ਪਾਇਆ। ਸੇਵ ਕਰੀ ਪਲ ਚਸਾ ਨਾ ਵਿਛੜਾ, ਸੇਵ ਕਰੀ ਪਲ ਚਸਾ ਨਾ ਵਿਛੜਾ, ਜਨ ਨਾਨਕ ਦਾਸ ਤੁਮਾਰੇ ਜੀਓ। ਹਾਂ ਕੋਲੀ ਜੀਓ ਕੋਲ। ਠੀਕ ਹੈ ਜੀ। ਕਿਆ ਬਾਤ ਹੈ ਵੀਰ ਜੀ, ਕਿਆ ਬਾਤ ਹੈ। ਬਹੁਤ ਸੁੰਦਰ। ਗੁਰੂ ਨਾਨਕ। और कोई संगत प्लीज भट्टी साहब, बाकी सारे संगत प्लीज सांझ करो, जिन्होंने अपना कोई भी चीज क्लियर करो ओपनली होके, प्लीज कम फॉरवर्ड। बख्शी साहब, आचार्य जी, परमपाल जी।
परमपाल जी। हाँ जी जी वाहिगुरू खालसा हाँ जी वाहिगुरू प्लीज। हाँ जी खालसा वाहिगुरू जी वाहिगुरू जी का खालसा वाहिगुरू जी की फतेह जी। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। वाहिगुरू जी फतेह। बहुत बहुत ही प्यारे वीर जी ने और बहुत ही अपना जड़ा ना जी एक बड़ी मेहनत है और ये मेहनतां ਜਿਹੜੀਆਂ ਨੇ ਸਿੱਖੀ ਚ ਬਹੁਤ ਦਿਨਾਂ ਤੋਂ ਹੋ ਰਹੀਆਂ ਨੇ ਔਰ ਇਹਨਾਂ ਦਾ ਸਾਰਿਆਂ ਨੂੰ ਲਾਭ ਮਿਲ ਸਕੇ। ਜੀ ਕੋਈ ਸ਼ਹੀਦੀਆਂ ਵੀ ਹੋਈਆਂ ਉਹ ਕਿਸੇ ਕੰਮ ਵਾਸਤੇ ਹੋਈਆਂ ਲੇਕਿਨ ਜੀ। ਉਹਨਾਂ ਨੂੰ ਜਿਹੜਾ ਕਰਨਾ ਸੀ ਜਿਹੜਾ ਗੁਰੂ ਸਾਹਿਬ ਕਹਿੰਦੇ ਨੇ ਵੀ ਉਲਟੀ ਵਾੜ ਖੇਤ ਕੋ ਖਾਈ ਜਿਸ ਜਿਸ ਮਿਹਨਤ ਨੂੰ ਜਿੰਨੇ ਮਤਲਬ ਜਿੰਨੇ ਵਾੜ ਚਾਰ ਚਫੇਰੇ ਲਾਣੀ ਹੈ ਤੇ ਉਹ ਮਿਹਨਤਾਂ ਕਰਨ ਤੋਂ ਬਾਅਦ ਜਿਹੜਾ ਹੈ ਉਹ ਸਾਰਿਆਂ ਸਿੱਖਾਂ ਨੂੰ ਪੂਰੇ ਸੰਸਾਰ ਨੂੰ ਉਸ ਗੁਰੂ ਸਾਹਿਬ ਦਾ ਲਾਭ ਨਹੀਂ ਹੋ ਸਕਦਾ ਹੋ ਨਹੀਂ ਰਿਹਾ ਜੀ। ਤੋ ਇਹ ਜਿਹੜਾ ਡਿਜ਼ਾਈਨਿੰਗ ਆਪਾਂ ਕਰਨੀ ਹੈ ਕਿ ਕਿਵੇਂ ਇਹ ਚੀਜ਼ ਜਿਵੇਂ ਤੁਸੀਂ ਦੱਸਿਆ ਕਿ ਗਾਵੇਂ ਰਾਗ ਨਾਦ ਕੋਈ ਗਾਵੇ ਰਾਗੀ ਨਾਦੀ ਬੇਦੀ ਬਹੁਤ ਭਾਂਤ ਕਰਨੀ ਹਰ ਹਰ ਭੀਜੈ ਜੀ। ਇਹ ਇੱਥੇ ਗੁਰੂ ਸਾਹਿਬ ਕਹਿੰਦੇ ਨੇ ਵੀ ਜੋ ਮੈਂ ਕੂਪ ਸਿੰਚਨ ਕੋ ਬਸਦਾ ਬੈਲ ਗਏ ਚਰ ਬੇਲ। क्या बात। गावे राग नाद वो बोल रहे ये मनुआ खेल है खेल जो मैं कूप सिंचन को बसदा उठ बैल गए चर बेल। तुसी मेहनत की और असी सारे ने उसका लाभ लेना जी। और जेड़ा गुरु साहब कहते भी मेहनत की एक फल उग्या एक बैल उठया उठ के वो सारा फल वो जिन्नी मेहनत की सी जिन्ना पानी दिता सी वो सारा खा गया जी। वो बैल जिदे नाल जिस ਮਿਹਨਤ ਤੁਸੀਂ ਕੀਤੀ ਅਸੀਂ ਮਿਹਨਤ ਨਾਲ ਸੁਣਿਆ ਔਰ ਇੱਕ ਬੈਲ ਮਨ ਉੱਠ ਕੇ ਸਾਰੀ ਚੀਜ਼ ਨੂੰ ਜਿਹੜਾ ਸੀ ਨਾ ਜੀ ਉਹ ਪਹਿਲਾਂ ਤਾਂ ਸੁਣਦਾ ਰਿਹਾ ਫਿਰ ਉਹ ਸਾਰੇ ਨੂੰ ਆਪ ਹੀ ਖਾ ਗਿਆ ਹੰਗੋਮੇ ਚ ਆ ਗਿਆ ਇਸ ਰਾਗ ਚ ਮਤਲਬ ਦੂਸਰੇ ਪਾਸੇ ਵੜ ਗਿਆ ਕਿ ਉਹ ਚੀਜ਼ ਜਿਹੜੀ ਮਿਹਨਤ ਸੀ ਉਹਦਾ ਫਲ ਨਹੀਂ ਮਿਲਿਆ। ਤੋ ਆਪਾਂ ਜਿਹੜੀ ਡਿਜ਼ਾਈਨਿੰਗ ਕਰ ਰਹੇ ਹਾਂ ਜਿਵੇਂ ਹੁਣ ਵੀਰ ਚਰਨਜੀਤ ਸਿੰਘ ਜੀ ਸਾਡੇ ਸ਼ਾਹ ਜੀ ਨੇ ਇਹ ਡਿਜ਼ਾਈਨਰ ਨੇ ਬਹੁਤ ਵੱਡੇ ਇਹ ਸਾਨੂੰ ਪਤਾ ਹੈ ਕਿ ਕਿਸ ਲੈਵਲ ਦੇ ਡਿਜ਼ਾਈਨਰ ਨੇ ਇਹ ਛੁਪਿਆ ਨਹੀਂ ਪੂਰੇ ਸ਼ਾਇਦ ਦੁਨੀਆ ਹੀ ਜਾਣਦੀ ਹੈ ਤੇ ਆਪਾਂ ਇਹ ਬੇਨਤੀ ਕਰਾਂਗੇ ਵੀ ਇਹ ਡਿਜ਼ਾਈਨ ਐਸਾ ਕਰਨ ਕਿ ਜਿਹੜੇ ਤੁਹਾਡੇ ਜਿਵੇਂ ਮਿਹਨਤ ਕਰ ਰਹੇ ਨੇ ਅੱਜ ਔਰ ਜਿਨ੍ਹਾਂ ਨੇ ਪਹਿਲਾਂ ਮਿਹਨਤਾਂ ਕੀਤੀਆਂ ਉਹਨਾਂ ਦੀ ਮਿਹਨਤ ਨੂੰ ਕਿਸ ਤਰ੍ਹਾਂ ਫਲ ਲੱਗੇ ਹੁਣ ਜੋ ਤੁਸੀਂ ਮਿਹਨਤ ਕਰ ਰਹੇ ਹੋ ਵੀ ਐਟ ਲੀਸਟ ਹੁਣ ਮਿਹਨਤ ਕਰਨ ਵਾਲਿਆਂ ਦੀ ਮਿਹਨਤ ਤੇ ਨਾ ਐਟ ਲੀਸਟ ਬੇਕਾਰ ਜਾਏ ਉਸੇ ਉਹ ਤੇ ਨਾ ਉਹ ਵਾੜ ਨੂੰ ਤੇ ਨਾ ਖਾਣ ਉਸ ਤਰ੍ਹਾਂ ਦਾ ਡਿਜ਼ਾਈਨਿੰਗ ਕਰਨੀ ਜਿਹੜੀ ਹੁਣ ਸਾਡੇ ਉਹ ਇੱਕ ਜ਼ਿੰਮੇਵਾਰੀ ਬਣਦੀ ਤੁਸੀਂ ਮਿਹਨਤ ਕਰੋ ਔਰ ਇਹਦਾ ਸਾਰੇ ਕੌਮ ਨੂੰ ਫਾਇਦਾ ਹੋਵੇ ਇਕੱਲੇ ਇਕੱਲੇ ਜੀ ਨੂੰ ਫਾਇਦਾ ਹੋਵੇ ਇਹ ਡਿਜ਼ਾਈਨਿੰਗ ਕਰਨੀ ਹੈ ਸਾਡੇ ਚਰਨਜੀਤ ਸਿੰਘ ਜੀ ਸ਼ਾਹ ਨੇ ਤੇ ਉਹਦੇ ਬਾਰੇ ਆਪਾਂ ਨੂੰ ਬੇਨਤੀ ਕਰਨੀ ਵੀ ਆਪਾਂ ਡਿਜ਼ਾਈਨਿੰਗ ਕਿਵੇਂ ਕਰਨੀ ਹੈ। ਧੰਨਵਾਦ ਬਹੁਤ ਬਹੁਤ ਤੁਸੀਂ ਬੱਚੇ ਹੋ ਸਾਡੇ ਤੇ ਸਾਨੂੰ ਬਹੁਤ ਅੱਛਾ ਲੱਗਦਾ ਵੀ ਐਸੇ ਬੱਚੇ ਸਾਨੂੰ ਗੁਰੂ ਸਾਹਿਬ ਨੇ ਦਿੱਤੇ ਨੇ ਵੀ ਆਉਣ ਵਾਲੀ ਇਹਨਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹ ਸਾਰਿਆਂ ਨੂੰ ਇਹਦਾ ਫਾਇਦਾ ਹੋ ਸਕੇ ਜੋ ਗੁਰਬਾਣੀ ਦਾ ਸੂਖਸ਼ਮ ਭਾਵ ਹੈ ਉਹ ਸਮਝ ਕੇ ਉਹਨੂੰ ਸਥੂਲ ਵਿੱਚ ਕਿਵੇਂ ਫਾਇਦਾ ਠਾਣਾ ਹੈ ਇਸ ਚੀਜ਼ ਨੂੰ ਅਸੀਂ ਡਿਜ਼ਾਈਨ ਕਰਨਾ ਚਾਹੁੰਦੇ ਹਾਂ ਤੇ ਇਹ ਹੋਣਾ ਇਸ ਵੇਲੇ ਬਹੁਤ ਜ਼ਰੂਰੀ ਹੈ। ਬਹੁਤ ਧੰਨਵਾਦ ਤੁਹਾਡਾ ਵੀਰ ਜੀ ਬਹੁਤ ਬਹੁਤ ਸ਼ਾਹ ਜੀ ਦਾ ਔਰ ਤੁਹਾਡਾ ਔਰ ਸਾਰੀਆਂ ਸੰਗਤਾਂ ਦਾ ਜਿਹੜੇ ਇਸ ਮੰਨ ਪਿੱਛੇ ਲੱਗੇ ਹੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਮੈਨੂੰ ਬੜਾ ਚੰਗਾ ਲੱਗਿਆ ਜੀ। ਮੈਨੂੰ ਇਹਨਾਂ ਨੇ ਬੇਟਾ ਕਿਹਾ ਮੈਨੂੰ ਸਭ ਤੋਂ ਵੱਧ ਪਿਆਰ ਉਹਨਾਂ ਤੇ ਆਉਂਦਾ ਜਿਹੜਾ ਮੈਨੂੰ ਕਵੇ ਕਿ ਤੂੰ ਤਾਂ ਮੇਰੇ ਤੋਂ ਛੋਟਾ ਆ ਤੂੰ ਮੇਰਾ ਬੱਚਾ ਆ ਤੇ ਕਿਉਂਕਿ ਉਹਦੇ ਵਿੱਚ ਗੁਰੂ ਸਾਹਿਬ ਨੇ ਵੀ ਇਹੀ ਗੱਲ ਕਹੀ ਹੈ ਕਿ ਜਦੋਂ ਤੁਸੀਂ ਬੱਚੇ ਬਣ ਕੇ ਰਹੋਗੇ ਨਾ ਤੇ ਫਿਰ ਤੁਹਾਨੂੰ ਸਾਰੇ ਹੀ ਪਿਆਰ ਕਰਨਗੇ ਜਦੋਂ ਤੁਸੀਂ ਚੌਧਰੀ ਬਣਨ ਦੀ ਕੋਸ਼ਿਸ਼ ਕਰਦੇ ਹੋ ਜੀ 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 ਬਿਲਕੁਲ ਬਿਲਕੁਲ ਫਿਰ ਸਾਰੇ ਇਗਨੋਰ ਕਰਦੇ ਆ। ਇਹੀ ਖਤਰਨਾਕ ਹੀ ਚੀਜ਼ ਇੱਥੇ ਵੀ ਜਦੋਂ ਬੰਦੇ ਨੂੰ ਉਹ ਇਹ ਚੌਧਰ ਬਣਾ ਜਦੋਂ ਲਾਲਚ ਆ ਜਾਂਦਾ ਨਾ ਫਿਰ ਉਹੀ ਮਿਹਨਤ ਕੀਤੀ ਹੁੰਦੀ ਉਹ ਖਾ ਜਾਂਦਾ ਉਹੀ ਮਨ ਜਿਹਨੇ ਇੰਨੀ ਮਿਹਨਤ ਕੀਤੀ ਉਹੀ ਖਾ ਜਾਂਦਾ ਜੀ ਜੀ ਉਹੀ ਚੀਜ਼ ਹੈ ਉਹ ਖਤਰਨਾਕ ਚੀਜ਼ ਹੈ। ਬਹੁਤ ਬਹੁਤ ਵਧੀਆ ਬੇਟੇ ਕੋਈ ਨਹੀਂ ਤੁਹਾਨੂੰ ਮਨ ਨਹੀਂ ਖਾਏਗਾ ਮੈਨੂੰ ਲੱਗਦਾ ਜੋ ਗੁਰੂ ਸਾਹਿਬ ਦੀ ਬਖਸ਼ਿਸ਼ ਹੈ ਤੁਹਾਨੂੰ ਬੱਚਾ ਤੁਸੀਂ ਬੱਚੇ ਬਣ ਕੇ ਰਹੋ ਤੁਹਾਨੂੰ ਕੌਮ ਜਿਹੜੀ ਆਪਣਾ ਬੱਚਾ ਬਣਾ ਲੇ ਬਸ ਇਹੀ ਸਾਡੀ ਬੇਨਤੀ ਹੈ। ਮੈਂ ਨਾ ਇੱਥੇ ਤੁਹਾਨੂੰ ਇੱਕ ਚੀਜ਼ ਸਾਂਝੀ ਕਰ ਦਿੰਦਾ ਕਿਉਂਕਿ ਮਾਂ ਦਾ ਬਹੁਤ ਵੱਡਾ ਰੋਲ ਹੁੰਦਾ ਜੀ ਮਾਂ ਦਾ ਬਹੁਤ ਵੱਡਾ ਰੋਲ ਹੁੰਦਾ ਮਤਲਬ ਮੇਰੇ ਮਾਤਾ ਜੀ ਆ ਜਿਹੜੇ ਉਹ ਬੜੇ ਮਜ਼ਾਕੀਆ ਵਾ ਮਤਲਬ ਬੰਦਗੀ ਵਾਲੇ ਬੜੇ ਨਾ ਜਿਹੜਾ ਬੰਦਾ ਬੰਦਗੀ ਕਰਦਾ ਹੋਵੇ ਨਾ ਉਹਦੀ ਕਿਉਂਕਿ ਜਿਹੜਾ ਗੁਰਸਿੱਖ ਹੈ ਨਾ ਉਹਦੇ ਵਾਸਤੇ ਗੁਰੂ ਸਾਹਿਬ ਨੇ ਕਿਹਾ ਗੁਣ ਗਾਵਤ
ਗੁਰਮੁਖ ਗੁਣ ਗਾਵਤ ਗੁਣ ਹੱਸਿਆ। ਹਾਂਜੀ, ਕਿ ਉਹ ਹੱਸਦਾ ਬਹੁਤ ਆ, ਖੁਸ਼, ਕਿਉਂਕਿ ਉਹ ਆਨੰਦ ਤੇ ਰਹਿੰਦਾ ਹੈ ਨਾ, ਉਹ ਖੁਸ਼ੀ ਚ ਰਹਿੰਦਾ। ਤੇ ਮਾਤਾ ਜੀ ਨਾ ਮਜ਼ਾਕੀਆ ਬੜੇ ਨੇ ਮੇਰੇ, ਤੇ ਇੱਕ ਉਹ ਲਾਹੌਰੀਏ ਨੇ, ਤੇ ਲਾਹੌਰੀ ਹੋਣ ਕਰਕੇ ਮਤਲਬ ਉਹਨਾਂ ਦੀ ਜਿਹੜੀ ਟੋਨ ਹੈਗੀ ਆ ਉਹ ਮਤਲਬ ਮਜ਼ਾਕ ਵਾਲੀ ਜ਼ਿਆਦਾ। ਤੇ ਮੈਨੂੰ ਨਾ ਸੱਚੀ ਗੱਲ ਆ, ਮੈਂ ਜਿਹੜਾ ਲਫ਼ਜ਼ ਮੇਰੀ ਮਾਂ ਵਰਤਦੀ ਹੈ ਨਾ, ਮੈਂ ਉਹੀ ਵਰਤਣ ਲੱਗਾ ਆਪਣੇ ਵਾਸਤੇ, ਕਿਉਂਕਿ ਮੈਨੂੰ ਕੋਈ ਗੁਰੇਜ਼ ਨਹੀਂ। ਅਕਬਰ ਨਾ ਇੱਕ ਵਾਰੀ, ਜਦੋਂ ਅਕਬਰ ਦੇ ਮਾਤਾ ਜੀ ਚੜ੍ਹਾਈ ਕੀਤੀ ਤੇ ਅਕਬਰ ਬਹੁਤ ਰੋਇਆ। ਜਦੋਂ ਸਾਰੇ ਰੋ ਕੇ ਹਟ ਗਏ, ਅਕਬਰ ਬਾਅਦ ਵਿੱਚ ਰੋਇਆ ਤੇ 2 ਦਿਨ ਤੱਕ ਰੋਂਦਾ ਰਿਹਾ। ਤੇ ਉਹਨਾਂ ਨੇ ਕਿਹਾ ਵੀ ਹੁਣ ਤੇ ਫਾਤੀਹਾ ਵੀ ਪੜਿਆ ਗਿਆ, ਹੁਣ ਤੇ ਦਫਨਾ ਵੀ ਗਏ ਆ ਤੇ ਤੁਹਾਡੇ ਮਾਤਾ ਜੀ ਨੂੰ, ਤੇ ਤੁਸੀਂ 2-3 ਦਿਨ ਤੋਂ ਬਾਅਦ ਰੋਣ ਲੱਗੇ ਆ। ਉਹ ਕਹਿੰਦੇ ਵੀ ਮੈਨੂੰ ਮਹਿਲ ਦੇ ਵਿੱਚ ਕੋਈ ਹੁਣ ਅੱਕੂ ਕਹਿਣ ਵਾਲਾ ਨਹੀਂ ਰਿਹਾ। ਅਕਬਰ ਸਾਰੇ ਕਹਿੰਦੇ ਆ, ਅਕਬਰ ਬਾਦਸ਼ਾਹ ਸਾਰੇ ਕਹਿੰਦੇ, ਪਰ ਅੱਕੂ ਕਹਿ ਕੇ ਕਿਸੇ ਨੇ ਆਵਾਜ਼ ਨਹੀਂ ਮਾਰਨੀ। ਉਹ ਮੇਰੀ ਮਾਂ ਹੀ ਸੀ ਜਿਹੜੀ ਮੈਨੂੰ ਬਾਦਸ਼ਾਹਤ ਹੋਣ ਦੇ ਬਾਵਜੂਦ ਵੀ ਮੈਨੂੰ ਕਹਿੰਦੀ, ਓਏ ਅੱਕੂ ਗੱਲ ਸੁਣ ਮੇਰੀ। ਤਾਂ ਮੈਂ ਮਾਤਾ ਜੀ ਨੂੰ ਫਸਦਾ। ਤਾਂ ਮਾਤਾ ਜੀ ਨਾ ਕਈ ਵਾਰੀ ਜਦੋਂ ਏਦਾਂ ਸੰਗਤ ਸਿਫਤ ਕਰਦੀ ਆ ਜਾਂ ਮੈਸੇਜ ਆਉਂਦੇ ਆ, ਮੰਮੀ ਨੂੰ ਕਹਿਣਗੇ ਸਾਡੀ ਆਪਣੇ ਮਾਤਾ ਜੀ ਨਾਲ ਗੱਲ ਕਰਾਓ, ਕੈਨੇਡਾ ਅਮਰੀਕਾ ਤੋਂ ਕਈ ਵਾਰੀ ਕਾਲ ਆਉਂਦੀ, ਤੇ ਅਸੀਂ ਤੁਹਾਡੇ ਮਾਤਾ ਜੀ ਨਾਲ ਗੱਲ ਕਰਨੀ ਹੈ ਜਿਨ੍ਹਾਂ ਨੇ ਤੁਹਾਨੂੰ ਜੰਮਿਆ। ਤੇ ਮੈਂ ਕਹਿੰਦਾ ਵੀ ਲਓ ਤੁਹਾਡੇ ਵੀ ਮਾਤਾ ਜੀ ਕਰੋ ਗੱਲ। ਤੇ ਮੰਮੀ ਜੀ ਕਹਿਣਗੇ ਵੀ ਇਹਨੂੰ ਬਹੁਤਾ ਨਾ ਤੁਸੀਂ ਸਿਰ ਚੜਾਇਆ ਕਰੋ। ਸਹੀ ਗੱਲ ਹੈ ਜੀ। ਹਨਾ, ਤੇ ਇਹਨੂੰ ਟਿੱਡੇ ਜੇ ਨੂੰ ਨਾ ਜਿੱਥੇ ਹੈਗਾ ਇਹਨੂੰ ਉੱਥੇ ਹੀ ਰਹਿਣ ਦਿਓ। ਇਸ ਕਰਕੇ ਮਤਲਬ ਇਹ ਮੈਨੂੰ ਹਰ ਵੇਲੇ ਅਹਿਸਾਸ ਕਰਾਉਂਦੇ ਰਹਿੰਦੇ ਵੀ ਤੂੰ ਕੁਝ ਨਹੀਂ ਆ, ਤੂੰ ਯਾਦ ਰੱਖੀ ਤੂੰ ਕੁਝ ਵੀ ਨਹੀਂ ਆ। ਮਾਂ ਹਰ ਵੇਲੇ ਮਾਤਾ ਗੁਰੂ ਨਾ ਸ਼ੁਕਰ ਕਰ, ਗੁਰੂ ਰਾਮਦਾਸ ਸਾਹਿਬ ਦਾ ਸ਼ੁਕਰ ਕਰ। ਗੁਰੂ ਰਾਮ ਹੁਣ ਵੀ ਵਿਆਹ ਹੋਇਆ ਨਾ, ਤੇ ਸਾਰੇ ਕਹਿਣ ਮੁਬਾਰਕਬਾਦ, ਤੁਹਾਡਾ ਬੱਚਾ ਬੜਾ ਸੋਹਣਾ। ਮਾਤਾ ਕਹਿੰਦੀ ਗੁਰੂ ਰਾਮਦਾਸ ਦਾ ਮੇਰਾ ਨਹੀਂ ਹੈ, ਗੁਰੂ ਰਾਮਦਾਸ ਦਾ ਮੇਰਾ ਨਹੀਂ ਹੈ, ਤੁਹਾਡੀ ਨੂੰਹ ਬੜੀ ਚੰਗੀ ਹੈ, ਗੁਰੂ ਰਾਮਦਾਸ ਸਾਹਿਬ ਦੇ ਬੱਚੇ ਮੇਰੇ ਉਹਦੇ। ਮਤਲਬ ਉਹਨੇ ਹਰ ਵੇਲੇ ਇਹੀ ਫੀਲ ਕਰਾਉਂਦੇ ਰਹਿਣਾ ਵੀ ਤੁਸੀਂ ਕੁਝ ਨਹੀਂ ਆ, ਉਹ ਤੋਂ ਬਿਨਾਂ ਕੁਝ ਨਹੀਂ, ਜੇ ਆਸਰਾ ਰੱਖਿਓ ਉਹਦਾ, ਉਹ ਤੁਹਾਨੂੰ ਡਿੱਗਣ ਨਹੀਂ ਦੇਗਾ। ਤੇ ਜੇ ਅਸੀਂ ਗੁਰੂ ਦੇ ਬੱਚੇ ਆ ਤੇ ਗੁਰੂ ਗੋਦੀ ਫੜੇਗਾ, ਜੇ ਅਸੀਂ ਗੁਰੂ ਤੋਂ ਉੱਪਰ ਜਾਵਾਂਗੇ ਤੇ ਸ਼ਾਇਦ ਗੁਰੂ ਕਹੇਗਾ ਚੰਗਾ ਭਾਈ ਤੇਰੀ ਮਰਜ਼ੀ ਹੈ। ਤੋ ਇਸ ਕਰਕੇ ਮਤਲਬ ਇਹ ਅਹਿਸਾਸ ਹੋਣਾ ਬਹੁਤ ਜ਼ਰੂਰੀ ਆ ਕਿ ਸਾਨੂੰ ਅਸੀਂ ਗੁਰੂ ਦੇ ਬੱਚੇ ਬਣੀਏ। ਮੈਨੂੰ ਬੜਾ ਚੰਗਾ ਲੱਗਾ ਪਰਮਪਾਲ ਵੀਰ ਜੀ ਨੇ ਮੈਨੂੰ ਬੱਚਾ ਕਿਹਾ, ਤੇ ਅਸੀਂ ਬੱਚਾ ਹੀ ਆ ਤੁਹਾਡਾ, ਠੀਕ ਆ, ਨੌਲੇਜ ਆ, ਤੁਸੀਂ ਮੈਨੂੰ ਪੜ੍ਹਨ ਲਾਇਆ ਸੀ, ਮੈਂ ਪੜ੍ਹ ਕੇ ਡਿਗਰੀ ਕਰਕੇ ਤੁਹਾਡੇ ਘਰ ਆਇਆ, ਪਰ ਮੈਂ ਹੈ ਬੱਚਾ ਹੀ ਹਾਂ ਤੁਹਾਡਾ ਜੀ। ਬਿਲਕੁਲ 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 ਬਿਲਕੁਲ, ਬੱਚਾ ਭੋਲਾ ਹੁੰਦਾ ਜੀ, ਔਰ ਭੋਲੇ ਦਾ ਜਿਹੜਾ ਪ੍ਰਮਾਤਮਾ ਵੀ ਜਿਹੜਾ ਨਾ ਜੀ, ਉਹਦੇ ਗੁਨਾਹ ਜਿਹੜਾ ਹੈ ਉਹ ਬੱਚੇ ਦੇ ਗੁਨਾਹ, ਜਿਵੇਂ ਹੁਣ ਮਾਂ-ਬਾਪ ਨਹੀਂ ਦੇਖਦੇ, ਜੇ ਬੱਚਾ ਬਣ ਕੇ ਰਹੇ ਤੇ ਪ੍ਰਮਾਤਮਾ ਵੀ ਗੁਨਾਹ ਨਹੀਂ ਦੇਖਦਾ। ਜੇ ਵੱਡਾ ਹੋ ਜੇ ਪ੍ਰਮਾਤਮਾ ਕਹਿੰਦਾ ਹੁਣ ਤੂੰ ਮੇਰੇ ਬਰਾਬਰ ਦਾ ਹੋ ਗਿਆ, ਹੁਣ ਚੱਲ ਮੁਕਾਬਲਾ ਮੇਰਾ ਤੇਰਾ, ਤੂੰ ਹੋਮੇਬਾਜ਼ ਹੋ ਗਿਆ ਤੇ ਮੈਂ ਤੇਰਾ ਪਿਓ ਵਾਂ। ਜੀ ਹਾਂ, ਯਸ ਬਹੁਤ ਵਧੀਆ ਬੇਟੇ, ਕੋਈ ਨਹੀਂ, ਮਹਾਰਾਜ ਕਿਰਪਾ ਕਰੇ, ਤੁਹਾਨੂੰ ਬਿਲਕੁਲ ਮਨ ਬੱਚਾ ਹੀ ਰਹੇਗਾ ਔਰ ਤੁਸੀਂ ਗੁਰੂ ਦੀ ਸੇਵਾ ਕਰੋਗੇ, ਮਹਾਰਾਜ ਬਖਸ਼ਿਸ਼ ਕਰੇ। ਜੀ ਜੀ ਜੀ। ਇੱਕ ਦਿਨ ਅਸੀਂ ਕੀਰਤਨ ਕਰਨ ਗਏ ਜੀ ਕਿਤੇ, ਤੇ ਉਹ ਮਹਾਂਪੁਰਸ਼ ਸੰਤ ਸੀ, ਕਿਉਂਕਿ ਕੋਵਿਡ ਜੀ ਉਹ ਸੰਤ ਸਨ, ਉਹਨਾਂ ਮਹਾਂਪੁਰਸ਼ ਦੇ, ਉਹ ਕਿਸੇ ਨੇ ਸੰਗਤ ਨੇ ਕਿਹਾ ਤੁਸੀਂ ਸਾਡੇ ਮਹਾਂਪੁਰਸ਼ ਯਾਦ ਕਰਦੇ ਆ ਤੇ ਤੁਸੀਂ ਪਲੀਜ਼ ਸਾਡੇ ਕੀਰਤਨ ਕਰਨ ਆਇਓ ਜੀ। ਮੈਂ ਕਿਹਾ ਠੀਕ ਹੈ ਜੀ। ਤਾਂ ਉਹਨਾਂ ਨੇ ਮੈਂ ਜਦੋਂ ਜਾ ਕੇ ਬੜਾ ਹੈਰਾਨ ਹੋਇਆ ਕਿ ਉਹਨਾਂ ਨੇ ਦੀਵਾਨ 'ਚ ਕੀਰਤਨ ਨਹੀਂ ਕਰਾਇਆ। ਉਹ ਜਿਹੜੇ ਉਹਨਾਂ ਦੇ ਮਹਾਂਪੁਰਸ਼ ਸੀ ਨਾ, ਸੰਤ ਸਨ, ਉਹ ਮੇਰੇ ਸਾਹਮਣੇ ਬੈਠੇ ਤੇ ਮੇਰੇ ਘੇਰੇ ਸੰਗਤ ਬੈਠ ਗਈ ਤੇ ਮੈਨੂੰ ਸੈਂਟਰ 'ਚ ਬਿਠਾ ਲਿਆ। ਉਹਨਾਂ ਨੇ ਕਹਿੰਦੇ ਕੋਈ ਮਾਈਕ ਨਹੀਂ, ਕੋਈ ਲੈਣਾ ਦੇਣਾ, ਏਦਾਂ ਹੀ ਕੀਰਤਨ ਕਰੋ। ਤੇ ਅਸੀਂ ਏਦਾਂ ਹੀ ਆਨੰਦ ਲਿਆ ਸਾਰੀ ਸੰਗਤ ਨੇ। ਤੇ ਉਸ ਤੋਂ ਬਾਅਦ ਜਦੋਂ ਅਸੀਂ ਵਿਚਾਰ ਹੋਈ, ਏਦਾਂ ਹੀ ਵਿਚਾਰ ਹੋਣ ਤੋਂ ਬਾਅਦ ਮੈਂ ਉੱਠਿਆ ਤੇ ਮੇਰਾ ਉਹ ਸੰਤ ਜੀ ਨਾ ਜਿਹੜੇ, ਉਹ ਮੇਰਾ ਹੱਥ ਫੜ ਕੇ ਮੈਨੂੰ ਕਹਿੰਦੇ, ਨਵਜੋਤ ਸਿੰਘ ਮੇਰਾ ਜੀ ਕਰਦਾ ਜਿਹੜੀ ਆਹ ਗੱਦੀ ਹੈ ਨਾ, ਇਹ ਗੱਦੀ ਮੈਂ ਤੈਨੂੰ ਦੇ ਦਾਂ। ਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਨਹੀਂ ਸੰਤ ਜੀ, ਮੇਰੇ ਕੋਲ ਤੁਹਾਡੇ ਤੋਂ ਵੀ ਵੱਡੀ ਗੱਦੀ ਹੈ। ਉਹ ਬੜੇ ਹੱਸੇ, ਮੈਨੂੰ ਜੱਫੀ ਪਾ ਕੇ ਮੈਨੂੰ ਕਹਿੰਦੇ ਵੀ ਹੁਣ ਵੀ ਕੋਈ ਨਾ ਕੋਈ ਤੇਰੀ ਨਵੀਂ ਖੇਡ ਹੋਣੀ ਹੈ, ਦੱਸ ਦੇ ਕਿਹੜੀ ਗੱਦੀ ਹੈ ਤੇਰੇ ਕੋਲ। ਮੈਂ ਕਿਹਾ ਮੇਰੇ ਕੋਲ ਬਾਬਾ ਮਰਦਾਨਾ ਜੀ ਦੀ ਗੱਦੀ ਹੈ, ਤੇ ਉਹ ਤੁਹਾਡੀ ਗੱਦੀ ਤੋਂ ਬਹੁਤ ਉੱਚੀ ਹੈ, ਕਿਉਂਕਿ ਬਾਬਾ ਮਰਦਾਨਾ ਜੀ ਦੀ ਗੱਦੀ ਰਬਾਬੀਆਂ ਦੀ ਗੱਦੀ। ਮੈਨੂੰ ਅੱਜ ਵੀ ਕਹਿਣਗੇ ਜੇ ਕੋਈ ਪੁੱਛੇਗਾ ਵੀ ਤੁਸੀਂ ਮਤਲਬ ਆਮ ਹੀ ਸਾਡੇ ਪੁੱਛ ਲੈਂਦੇ ਵੀ ਤੁਹਾਡੀ ਕਾਸਟ ਕੀ ਹੈ ਤੁਹਾਡੇ, ਤੇ ਮੈਂ ਕਹਿੰਦਾ ਨਾ ਵੀ ਅਸੀਂ ਮਰਦਾਨੇ ਕੇ ਆ। ਇਸ ਕਰਕੇ ਸਾਰਾ ਸਬਜੈਕਟ ਹੀ ਕਲੋਜ਼ ਹੋ ਜਾਂਦਾ। ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ, ਬਹੁਤ ਬਹੁਤ ਧੰਨਵਾਦ ਹੈਗਾ ਜੀ। ਅਗਲੀ ਕਲਾਸ ਸਾਡੀ ਇਸ ਹੀ ਲੜੀ ਦੇ ਵਿੱਚ ਚੱਲੇਗੀ।
ਔਰ ਅਗਲੀ ਕਲਾਸ ਦੇ ਵਿੱਚ ਅਸੀਂ ਨਵਜੋਤ ਵੀਰ ਜੀ ਨਾਲ ਗੱਲਬਾਤ ਕਰਕੇ ਕੋਸ਼ਿਸ਼ ਕਰਾਂਗੇ ਇਹ ਜੋ ਸਿੱਖਿਆ ਵਾ ਬਾਣੀ ਨੂੰ ਕਿੱਦਾਂ ਪੜ੍ਹਨਾ ਵਾ, ਫੀਲਿੰਗਸ ਦੇ ਨਾਲ ਉਹ ਸਮਝਣਾ ਵਾ ਵੀ ਬਾਣੀ ਦਾ ਸ਼ਬਦ ਮੈਨੂੰ ਕੀ ਅਹਿਸਾਸ ਕਰਵਾ ਰਿਹਾ ਵਾ, ਤੇ ਉਹਦਾ ਅਹਿਸਾਸ ਕਰਕੇ ਬਾਣੀ ਦੇ ਅਭਿਆਸੀ ਹੋਈਏ। ਤੇ ਅਗਲੇ ਸਾਡੇ 3 ਕੁਚੱਜੀ, ਸੁਚੱਜੀ ਤੇ ਗੁਣਵੰਤੀ ਬਾਣੀ, ਇਹਦੀ ਵਿਚਾਰ ਅਸੀਂ ਅਗਲੀ ਕਲਾਸ ਵਿੱਚ ਵੀਰ ਜੀ ਹੁਣਾਂ ਦੇ ਨਾਲ ਕਰਾਂਗੇ। ਤੇ ਸਾਰੇ ਆਪਣੇ ਆਪ ਨੂੰ ਪ੍ਰਿਪੇਅਰ ਕਰਕੇ ਆਓ ਤਾਂ ਕਿ ਇਹ ਖਜ਼ਾਨੇ ਨੂੰ ਸਾਂਭ ਲਈਏ ਔਰ ਸੁਰਤ ਵਿੱਚ ਟਿਕਾ ਲਈਏ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ। ਤੇ ਮੇਰੇ ਖਿਆਲ ਨਾਲ ਹੁਣ ਸਾਨੂੰ ਆਪਣਾ ਅੱਜ ਦਾ ਸੈਸ਼ਨ ਸਮਾਪਤ ਕਰਨਾ ਚਾਹੀਦਾ ਹੈਗਾ ਜੀ। ਇੱਕ ਕਹਿ ਕੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਮੈਂ ਨਵਜੋਤ ਵੀਰ ਜੀ ਨੂੰ ਹੀ ਬੇਨਤੀ ਕਰਾਂਗਾ, ਗੁਰਿੰਦਰ ਜੀ ਨੂੰ, ਕਿ ਫਤਿਹ ਨਾਲ ਇਸ ਕਲਾਸ ਨੂੰ ਅੱਜ ਕੰਕਲੂਡ ਕਰੀਏ। ਪਲੀਜ਼ ਟੇਕ ਓਵਰ ਦਾ ਮਾਈਕ ਔਰ ਸਾਰਿਆਂ ਨਾਲ ਫਤਿਹ ਨਾਲ ਆਪ ਕੰਕਲੂਡ ਕਰੋ ਜੀ, ਗੁਰਵਿੰਦਰ ਜੀ ਔਰ ਨਵਜੋਤ ਜੀ। ਸਾਰਿਆਂ ਦਾ ਧੰਨਵਾਦ ਹੈ। ਤੇ ਜੇਕਾਰਾ ਮੈਂ ਕਹਾਂਗਾ ਨਵਜੋਤ ਵੀਰ ਜੀ ਛੱਡ ਕੇ ਇਸ ਅੱਜ ਦੀ ਕਲਾਸ ਨੂੰ ਕੰਕਲੂਡ ਕਰਨ। ਵੀਰ ਨਵਜੋਤ ਜੀ ਤੁਸੀਂ ਜੇਕਾਰਾ ਗਜਾ ਦਿਓ ਤੇ ਅਸੀਂ ਤੁਹਾਡੇ ਜੇਕਾਰੇ ਦਾ ਸਤਿ ਸ਼੍ਰੀ ਅਕਾਲ ਕਹਿ ਕੇ ਜਵਾਬ ਦਿੰਦੇ ਹਾਂ। ਵਾਹਿਗੁਰੂ ਜੀ ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਫਤਿਹ। ਫਤਿਹ।